हालेलुया। आओ ਆਪਾਂ ਪਰਮੇਸ਼ਰ ਦਾ ਵਚਨ ਦੇਖੀਏ ਔਰ ਆਪਾਂ ਬਾਈਬਲ ਵਿੱਚ ਦੇਖਾਂਗੇ ਪੁਰਾਣਾ ਨੇਮ ਦੂਜਾ ਰਾਜਾ ਉਹਦਾ 2 ਅਧਿਆਇ ਦੂਜਾ ਰਾਜਾ ਉਹਦਾ 2 ਅਧਿਆਇ पेज नंबर है 469 पुराने नेम ਦੇ ਵਿੱਚ ਦੂਜਾ ਰਾਜਾ 2 ਅਧਿਆਇ 1 ਤੋਂ ਲੈ ਕੇ ਉਹਦੇ 15 ਤੱਕ ਜੋ ਵੀ ਪੜ੍ਹੇ ਉੱਚੀ ਆਵਾਜ਼ ਵਿੱਚ ਪੜ੍ਹੇ ਤਾਂ ਕਿ ਸਭ ਨੂੰ ਸੁਣਾਈ ਦੇਵੇ। ਤਾਂ ਐ ਹੋਇਆ ਕਿ ਜਦ ਯਹੋਵਾ ਏਲੀਆ ਨੂੰ ਇੱਕ ਵਾਰ ਰੋਲੇ ਵਿੱਚ ਆਕਾਸ਼ ਨੂੰ ਚੁੱਕਣ ਵਾਲਾ ਸੀ ਤਾਂ ਏਲੀਆ ਅਲੀਸ਼ਾ ਨਾਲ ਗਿਲਗਾਲ ਤੋਂ ਤੁਰਿਆ। ਤਦ ਏਲੀਆ ਨੇ ਅਲੀਸ਼ਾ ਨੂੰ ਆਖਿਆ ਤੂੰ ਇੱਥੇ ਠਹਿਰ ਜਾ ਕਿਉਂ ਜੋ ਯਹੋਵਾ ਨੇ ਮੈਨੂੰ ਬੈਤੇਲ ਤੱਕ ਘੱਲਿਆ ਹੈ। ਅਤੇ ਅਲੀਸ਼ਾ ਨੇ ਆਖਿਆ ਜਿਉਂਦੇ ਯਹੋਵਾ ਦੀ ਤੇ ਤੇਰੀ ਜਿੰਦ ਦੀ ਸੌਂ ਮੈਂ ਤੈਨੂੰ ਨਹੀਂ ਛੱਡਾਂਗਾ। ਸੋ ਉਹ ਬੈਤੇਲ ਨੂੰ ਚਲੇ ਗਏ ਤੇ ਨਬੀਆਂ ਦੇ ਪੁੱਤਰ ਜਿਹੜੇ ਬੈਤੇਲ ਵਿੱਚ ਸਨ ਅਲੀਸ਼ਾ ਕੋਲ ਆਏ ਪਰ ਉਸ ਨੂੰ ਆਖਿਆ ਤੂੰ ਜਾਣਦਾ ਹੈ ਭਾਈ ਯਹੋਵਾ ਅੱਜ ਤੇਰੇ ਸਿਰ ਤੋਂ ਤੇਰੇ ਸਵਾਮੀ ਨੂੰ ਚੁੱਕ ਲਵੇਗਾ। ਅਤੇ ਉਹ ਬੋਲਿਆ ਮੈਨੂੰ ਪਤਾ ਹੈ ਚੁੱਪ ਰਹੋ। ਤਦ ਏਲੀਆ ਨੇ ਉਸ ਨੂੰ ਆਖਿਆ ਕਿ ਅਲੀਸ਼ਾ ਤੂੰ ਇੱਥੇ ਠਹਿਰ ਕਿਉਂ ਜੋ ਯਹੋਵਾ ਨੇ ਮੈਨੂੰ ਯਰੀਹੋ ਨੂੰ ਘੱਲਿਆ ਹੈ। ਔਰ ਉਸਨੇ ਆਖਿਆ ਜਿਉਂਦੇ ਯਹੋਵਾ ਦੀ ਅਤੇ ਤੇਰੀ ਜਿੰਦ ਦੀ ਸੌਂ ਮੈਂ ਤੈਨੂੰ ਨਹੀਂ ਛੱਡਾਂਗਾ। ਸੋ ਯਰੀਹੋ ਨੂੰ ਆਏ। ਤਦ ਨਬੀਆਂ ਦੇ ਪੁੱਤਰ ਜਿਹੜੇ ਯਰੀਹੋ ਵਿੱਚ ਸਨ ਅਲੀਸ਼ਾ ਕੋਲ ਆਏ ਅਤੇ ਉਸ ਨੂੰ ਆਖਿਆ ਕਿ ਤੂੰ ਜਾਣਦਾ ਹੈ ਭਈ ਯਹੋਵਾ ਅੱਜ ਤੇਰੇ ਸਿਰ ਤੋਂ ਤੇ ਸਵਾਮੀ ਨੂੰ ਚੁੱਕ ਲਵੇਗਾ। ਉਸ ਆਖਿਆ ਮੈਨੂੰ ਪਤਾ ਹੈ ਚੁੱਪ ਰਹੋ। ਤਾਂ ਏਲੀਆ ਨੇ ਉਸ ਨੂੰ ਆਖਿਆ ਤੂੰ ਇੱਥੇ ਠਹਿਰ ਜਾਈ ਕਿਉਂ ਜੋ ਯਹੋਵਾ ਨੇ ਮੈਨੂੰ ਯਰਦਨ ਨੂੰ ਘੱਲਿਆ ਹੈ। ਉਹ ਬੋਲਿਆ ਜਿਉਂਦੇ ਯਹੋਵਾ ਦੀ ਅਤੇ ਤੇਰੇ ਜਿੰਦ ਦੀ ਸੌਂ ਮੈਂ ਤੈਨੂੰ ਨਾ ਛੱਡਾਂਗਾ। ਸੋ ਉਹ ਦੋਵੇਂ ਤੁਰ ਗਏ ਅਤੇ ਨਬੀਆਂ ਦੇ ਪੁੱਤਰਾਂ ਵਿੱਚੋਂ 50 ਜਣੇ ਆਏ ਅਤੇ ਉਹਨਾਂ ਦੇ ਆਪੋ ਸਾਹਮਣੇ ਦੂਰ ਜਾ ਖਲੋਤੇ ਅਤੇ ਦੋਵੇਂ ਯਰਦਨ ਦੇ ਕੰਢੇ ਉੱਤੇ ਖਲੋ ਗਏ। ਤਦ ਏਲੀਆ ਨੇ ਆਪਣੀ ਚੱਦਰ ਲਈ ਔਰ ਉਹਨੂੰ ਲੇਟ ਕੇ ਪਾਣੀ ਉੱਤੇ ਮਾਰਿਆ ਔਰ ਉਹ ਪਾੜ ਕੇ ਇੱਧਰ ਉੱਧਰ ਹੋ ਗਿਆ। ਸੋ ਉਹ ਦੋਵੇਂ ਸੁੱਕੀ ਧਰਤੀ ਦੇ ਉੱਤੋਂ ਦੀ ਪਾਰ ਹੋ ਗਏ। ਫਿਰ ਇਉਂ ਹੋਇਆ ਭਾਈ ਜਦ ਉਹ ਪਾਰ ਲੰਘ ਰਹੇ ਸਨ ਤਾਂ ਏਲੀਆ ਨੇ ਅਲੀਸ਼ਾ ਨੂੰ ਆਖਿਆ ਇਸ ਤੋਂ ਪਹਿਲਾਂ ਭਾਈ ਮੈਂ ਤੇਰੇ ਤੋਂ ਲਿਆ ਜਾਵਾਂ ਦੱਸ ਭਾਈ ਮੈਂ ਤੇਰੇ ਲਈ ਕੀ ਕਰਾਂ। ਅਤੇ ਅਲੀਸ਼ਾ ਬੋਲਿਆ ਤੇਰੇ ਆਤਮਾ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ। ਉਹਨੇ ਆਖਿਆ ਤੈਂ ਔਖਾ ਸਵਾਲ ਕੀਤਾ ਹੈ। ਜੇ ਤੂੰ ਮੈਨੂੰ ਉਦੋਂ ਵੇਖੇ ਜਦ ਮੈਂ ਤੇਥੋਂ ਲੈ ਲਿਆ ਜਾਵਾਂ ਤਾਂ ਤੇਰੇ ਲਈ ਉਵੇਂ ਹੀ ਹੋਵੇਗਾ ਪਰ ਜੇ ਨਹੀਂ ਤਾਂ ਫਿਰ ਇਉਂ ਨਹੀਂ ਹੋਵੇਗਾ। ਅਤੇ ਇਹ ਹੋਇਆ ਜਦ ਉਹ ਗੱਲਾਂ ਕਰਦੇ ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ ਉੱਤੇ ਇੱਕ ਅਗਰ ਰੱਥ ਦੇ ਅਗਰ ਘੋੜੇ ਦਿੱਸੇ ਜਿਨ੍ਹਾਂ ਨੇ ਉਹਨਾਂ ਦੋਹਾਂ ਨੂੰ ਵੱਖੋ ਵੱਖ ਕਰ ਦਿੱਤਾ। ਅਤੇ ਏਲੀਆ ਵਾਵਰੋਲੇ ਵਿੱਚ ਆਕਾਸ਼ ਨੂੰ ਚੜ ਗਿਆ ਅਤੇ ਇਹ ਵੇਖਦਿਆਂ ਹੀ ਅਲੀਸ਼ਾ ਉੱਚੀ ਨੀਤੀ ਬੋਲਿਆ ਇਹ ਮੇਰੇ ਪਿਤਾ ਇਸਰਾਇਲ ਦੇ ਰੱਥ ਤੇ ਉਹ ਦੇ ਸਾਰਥੀ। ਪਰ ਜਦ ਉਹ ਉਹਨੂੰ ਫੇਰ ਨਾ ਵੇਖ ਸਕਿਆ ਤਾਂ ਉਸ ਨੇ ਆਪਣੇ ਲੀੜੇ ਫੜੇ ਅਤੇ ਉਹਨਾਂ ਨੂੰ ਪਾੜ ਕੇ 2 ਹਿੱਸੇ ਕੀਤਾ। ਅਤੇ ਉਸ ਨੇ ਏਲੀਆ ਦੀ ਗੋਬੜੀ ਵੀ ਜਿਹੜੀ ਉਹਦੇ ਉੱਤੋਂ ਡਿੱਗੀ ਸੀ ਚੁੱਕ ਲਈ ਪਰ ਮੁੜ ਕੇ ਯਰਦਨ ਦੇ ਕੰਢੇ ਉੱਤੇ ਖਲੋ ਗਿਆ। ਅਤੇ ਉਹ ਗੋਦੜੀ ਜਿਹੜੀ ਏਲੀਆ ਉੱਤੋਂ ਡਿੱਗੀ ਸੀ ਲੈ ਕੇ ਪਾਣੀ ਉੱਤੇ ਮਾਰੀ ਤੇ ਆਖਿਆ ਯਹੋਵਾ ਏਲੀਆ ਦਾ ਪਰਮੇਸ਼ਵਰ ਕਿੱਥੇ ਹੈ। ਔਰ ਜਦ ਉਸ ਨੇ ਵੀ ਪਾਣੀ ਨੂੰ ਮਾਰਿਆ ਤਾਂ ਉਹ ਪਾੜ ਕੇ ਇੱਧਰ ਉੱਧਰ ਹੋ ਗਿਆ ਔਰ ਅਲੀਸ਼ਾ ਪਾਰ ਲੰਘ ਗਿਆ। ਜਦ ਨਬੀਆਂ ਦੇ ਪੁੱਤਰਾਂ ਨੇ ਯਰੀਹੋ ਦੇ ਵਿੱਚ ਉਹਦੇ ਆਮੋ ਸਾਹਮਣੇ ਸਨ ਉਹਨਾਂ ਨੂੰ ਵੇਖਿਆ ਤਾਂ ਉਹ ਬੋਲੇ ਏਲੀਆ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੈ। तो ਉਸ ਨੂੰ ਮਿਲਣ ਲਈ ਆਏ ਤੇ ਧਰਤੀ ਤੇ ਖਲੋ ਕੇ ਮੱਥਾ ਟੇਕਿਆ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਹ ਪਰਮੇਸ਼ਰ ਦਾ ਵਚਨ ਹੈ और परमेश्वर का वचन परमेश्वर के आत्मा द्वारा लिखाया गया है। और प्रभु यीशु मसीह ने किया आकाश धरती टल जाएगा मेरा वचन कदे भी नहीं टलेगा। सो सारे लोग परमेश्वर के वचन पर अपना ध्यान लगाओ अपना मन लगाओ अपना चित्त लगाओ। तो अज परमेश्वर सानू कुछ सिखाने के लिए जा रहे हैं। परमेश्वर जब वचन देंगे ने तो किसी का ज्ञान बढ़ाने वास्ते नहीं या किसी को फसाने वास्ते नहीं या किसी को जांचने वास्ते नहीं कि तेनों कितना आउंदा गा देख मैनू कितना आउंदा गा या फिर इदा नहीं कि मेरे को ज्ञान ज़्यादा है तेरे को ज्ञान घट है। लेकिन परमेश्वर वचन क्यों देंगे इंसान को ताकि जो इंसान है वो परमेश्वर के वचन को समझ सके और वचन के द्वारा इंसान की है वो शुद्ध हो सके। वचन के द्वारा इंसान की पाक साफ हो सके और वचन के अनुसार वो जीवन जी सके क्योंकि वचन की है इंसान को बचाउंदा गा और परमेश्वर इंसान को वचन इसलिए देंगे ने कि इंसान बच जाए।
ਤਦੇ ਪਰਮੇਸ਼ਰ ਨੇ ਕਿਹਾਗਾ, ਪ੍ਰਭੂ ਯਿਸੂ ਮਸੀਹ ਨੇ, ਕਿ ਮੈਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਲੇਕਿਨ ਦੋਸ਼ੀ ਠਹਿਰਾਉਣ ਵਾਲਾ ਕੌਣ ਹੈ? ਉਹ ਤਾਂ ਵਚਨ ਹੈ। ਪ੍ਰਭੂ ਯਿਸੂ ਮਸੀਹ ਨੇ ਇਹ ਵੀ ਕਿਹਾ, ਆਕਾਸ਼ ਵੀ ਟਲ ਜਾਏਗਾ, ਧਰਤੀ ਵੀ ਚਲੀ ਜਾਏਗੀ, ਲੇਕਿਨ ਮੇਰਾ ਜੋ ਵਚਨ ਹੈ ਇਹ ਪੂਰਾ ਹੋਵੇਗਾ ਹੀ ਹੋਵੇਗਾ। ਇਹਦਾ ਮਤਲਬ ਕਿ ਪ੍ਰਭੂ ਯਿਸੂ ਮਸੀਹ ਆਪਣੇ ਵਚਨ ਨੂੰ ਬਹੁਤ ਅਹਿਮੀਅਤ ਦਿੰਦੇ ਨੇ। ਪ੍ਰਭੂ ਯਿਸੂ ਮਸੀਹ ਵਚਨ ਨੂੰ ਅਹਿਮੀਅਤ ਦਿੰਦੇ ਨੇ, ਔਰ ਅਹਿਮੀਅਤ ਜਦੋਂ ਪ੍ਰਭੂ ਯਿਸੂ ਮਸੀਹ ਦਿੰਦੇ ਨੇ ਤਾਂ ਫਿਰ ਜੋ ਵਿਸ਼ਵਾਸੀ ਹੈ, ਜੋ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਨੇ, ਉਹਨਾਂ ਦਾ ਕਿੰਨਾ ਫਰਜ਼ ਹੈ ਕਿ ਉਹ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਅਹਿਮੀਅਤ ਦੇਣ। ਪਰਮੇਸ਼ਵਰ ਦਾ ਵਚਨ ਕਿਸ ਨੂੰ ਮਤਲਬ ਇਦਾਂ ਨਹੀਂ ਕਿ ਨੀਚਾ ਦਿਖਾਵੇ। ਪਰਮੇਸ਼ਵਰ ਦਾ ਵਚਨ ਮੰਨਣ ਦੇ ਨਾਲ ਇੱਕ ਹੈ ਗੱਲ ਕਿ ਕਦੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ। ਕਈ ਲੋਕਾਂ ਨੂੰ ਲੱਗਦਾ ਹੈਗਾ ਕਿ ਸਾਨੂੰ ਕਦੇ ਫਾਇਦਾ ਨਹੀਂ ਹੋਇਆ। ਚਲੋ ਫਾਇਦਾ ਨਹੀਂ ਹੋਇਆ ਮੰਨ ਲੈਂਦੇ ਆ, ਲੇਕਿਨ ਨੁਕਸਾਨ ਕੀ ਹੋਇਆਗਾ? ਜੇ ਤੁਹਾਨੂੰ ਲੱਗਦਾ, ਕਿਸੇ ਇਨਸਾਨ ਨੂੰ ਲੱਗਦਾ ਵੀ ਮੈਨੂੰ ਫਾਇਦਾ ਤਾਂ ਹੋਇਆ ਨਹੀਂ ਕਦੇ, ਤਾਂ ਇੱਕ ਬੰਦਾ ਉੱਠ ਕੇ ਦੱਸ ਦਵੇ ਕਿ ਮੈਨੂੰ ਨੁਕਸਾਨ ਕੀ ਹੈ ਪਰਮੇਸ਼ਵਰ ਦੇ ਵਚਨ ਦਾ ਮੰਨਣ ਕੇ। ਦੇਖੋ ਪਰਮੇਸ਼ਵਰ ਦਾ ਇਹ ਵਚਨ ਹੈ ਜੋ ਮੰਨ ਕੇ ਇਨਸਾਨ ਨੂੰ ਨੁਕਸਾਨ ਨਹੀਂ ਹੈ, ਫਾਇਦਾ ਬਹੁਤ ਹੈ। ਹੁਣ ਦੇਖੋ ਜਿਹਦੀ ਮੈਂ ਗੱਲ ਕਰ ਰਿਹਾ ਥੋੜਾ ਟਾਈਮ ਪਹਿਲਾਂ, ਸਾਨੂੰ ਤਕਰੀਬਨ 1.5 ਸਾਲ ਹੋ ਚੁੱਕਿਆ ਹੈਗਾ। ਉਸ ਘਰ ਦੇ ਵਿੱਚ 2 ਸਮੱਸਿਆਵਾਂ ਸੀਗੀਆਂ, ਔਰ ਪ੍ਰਭੂ ਯਿਸੂ ਮਸੀਹ ਨੇ ਅੱਜ ਦੋਨੋਂ ਸਮੱਸਿਆ ਦਾ ਹੱਲ ਕਰ ਦਿੱਤਾ ਹੈਗਾ। ਸਮਾਂ ਕਿੰਨਾ ਲੱਗਿਆਗਾ? ਤਕਰੀਬਨ 1.5 ਸਾਲ। ਹੋ ਸਕਦਾ ਥੋੜਾ ਟਾਈਮ ਚਲਾ ਗਿਆ ਹੋ ਉੱਪਰ, ਲੇਕਿਨ ਉਸ ਤੋਂ ਪਹਿਲਾਂ ਅਸੀਂ ਲਗਾਤਾਰ ਉੱਥੇ ਜਾਂਦੇ ਸੀਗੇ। ਸਿਰਫ ਦੁਕਾਨ ਦੇ ਉੱਪਰ ਜਾਣਾ, 2 ਵਾਰ ਚਾਹ ਪੀਣੀ, ਕੋਈ ਵਚਨ ਨਹੀਂ, ਕੋਈ ਗੱਲਬਾਤ ਨਹੀਂ, ਸਿਰਫ 2 ਵਾਰ ਚਾਹ ਪੀਣੀ, ਉੱਥੋਂ ਚਲੇ ਜਾਂਦੇ ਸੀ ਅਸੀਂ, ਔਰ ਮੈਂ ਨਾਲ ਮੇਰੇ ਪਾਸਟਰ ਸਾਹਿਬ। ਸਾਡੀ ਮਿਹਨਤ ਲਗਾਤਾਰ ਬਣੀ ਰਹੀ ਉੱਥੇ। ਅਸੀਂ ਸਰਦੀ ਨਹੀਂ ਦੇਖੀ ਕਦੇ, ਧੁੱਪ ਨਹੀਂ ਦੇਖੀ, ਗਰਮੀ ਨਹੀਂ ਦੇਖੀ, ਕਦੇ ਬਰਸਾਤ ਨਹੀਂ ਦੇਖੀ। ਅਸੀਂ ਜਾਂਦੇ ਸੀ ਸਾਹਮਣੇ ਤੋਂ। ਕਈ ਵਾਰ ਤਾਂ ਇਦਾਂ ਹੁੰਦਾ ਸੀਗਾ ਅਸੀਂ ਖਾਲੀ ਵੀ ਮੁੜ ਕੇ ਆਉਂਦੇ ਸੀ ਉੱਥੇ। ਕਿਉਂ? ਕਿਉਂਕਿ ਦੁਕਾਨ ਤੇ ਕੋਈ ਹੁੰਦਾ ਹੀ ਨਹੀਂ ਸੀਗਾ। ਸਪੈਸ਼ਲ ਜਾਣਾ, ਸਪੈਸ਼ਲ ਵਾਪਸ ਆ ਜਾਣਾ। ਲੇਕਿਨ ਦੇਖੋ ਮਿਹਨਤ ਕੀਤੀ ਤਾਂ ਅੱਜ ਪ੍ਰਭੂ ਦਾ ਧੰਨਵਾਦ ਹੈ ਕਿ 8-9 ਸਾਲ ਦਾ ਜੋ ਝਗੜਾ ਸੀਗਾ, ਜਿਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਸੀਗੀਆਂ, ਅੱਜ ਉਹ ਸਾਰਾ ਕੁਝ ਪ੍ਰਭੂ ਯਿਸੂ ਮਸੀਹ ਨੇ ਉੱਥੇ ਕੀਤਾ ਗਾ। ਇਹਦਾ ਮਤਲਬ ਜੋ ਪਰਮੇਸ਼ਵਰ ਹੈ ਉਹ ਆਪਣੇ ਦਾਸ ਦੀ ਮਿਹਨਤ ਦੇਖਦਾ ਹੈਗਾ। ਪਰਮੇਸ਼ਵਰ ਦਾਸ ਨੂੰ ਦੇਖਦਾ ਹੈਗਾ, ਦਾਸ ਨੂੰ ਦੇਖਦਾ ਹੈਗਾ, ਉਹ ਜੋ ਕੰਮ ਕਰ ਰਿਹਾ ਹੈਗਾ, ਜਿਵੇਂ ਮਿਹਨਤ ਕਰ ਰਿਹਾ ਹੈਗਾ, ਪਰਮੇਸ਼ਵਰ ਸਾਰੀ ਗੱਲ ਦੇਖਦੇ ਨੇ। ਇਦਾਂ ਨਹੀਂ ਕਿ ਪਰਮੇਸ਼ਵਰ ਦਾਸ ਇਕੱਲਾ ਹੀ ਮਿਹਨਤ ਕਰਦਾ ਹੈਗਾ। ਉਹਨੂੰ ਮਿਹਨਤ ਕਰਨ ਦੇ ਲਈ ਪਰਮੇਸ਼ਵਰ ਕੀ ਦਿੰਦੇ ਨੇ? ਆਪਣਾ ਬਲ ਦਿੰਦੇ ਨੇ। ਉਸ ਨੂੰ ਪਰਮੇਸ਼ਵਰ ਦਾ ਕੰਮ ਕਰਨ ਦੇ ਲਈ ਪਰਮੇਸ਼ਵਰ ਆਪਣੀ ਸਮਝ ਦਿੰਦੇ ਨੇ, ਆਪਣਾ ਗਿਆਨ ਦਿੰਦੇ ਨੇ। ਜਦ ਕਿ ਉਹ ਪਰਿਵਾਰ ਕੋਈ ਆਮ ਖਾਸ ਨਹੀਂ ਹੈ। ਤਕਰੀਬਨ 5 ਕਰੋੜ ਰੁਪਏ ਦੀ ਪ੍ਰਾਪਰਟੀ ਉਹਨਾਂ ਕੋਲ, 5 ਕਰੋੜ ਰੁਪਏ ਦੀ ਪ੍ਰਾਪਰਟੀ। ਤੇ 5 ਕਰੋੜ ਹੁੰਦਾ ਕੀ ਹੈ? ਕਦੇ ਪਰਮੇਸ਼ਵਰ ਦਾਸ ਨੇ ਦੇਖਿਆ ਵੀ ਨਹੀਂ ਹੈ। ਹੁਣ ਜਿਹੜਾ ਬੰਦਾ ਕਰੋੜਾਪਤੀ ਬੰਦਾ ਹੈਗਾ, ਉਹਦੇ ਲਈ ਕੈਸੇ ਲੋਕ ਹੋਣਗੇ, ਕਿੰਨੀ ਪਹਿਚਾਨ ਹੋਏਗੀ, ਕਿੰਨੀ ਗੱਲਬਾਤ ਹੋਏਗੀ, ਕੈਸੇ ਵਕੀਲ ਲੈ ਸਕਦਾ ਹੈਗਾ। ਲੇਕਿਨ ਸਲਾਹ ਦੇ ਲਈ ਵੀ ਕਿਹਦੀ ਲੋੜ ਪਈ? ਪਰਮੇਸ਼ਵਰ ਦਾ ਦਾਸ ਦੀ। ਚਲੋ ਜੀ ਸਾਡੇ ਲਈ ਤੁਸੀਂ ਅੱਜ ਸੰਡੇ ਦਾ ਟਾਈਮ ਹੈ, ਕੱਢੋ ਸਾਡੇ ਲਈ। ਤਾਂ ਚਲੋ ਕੋਈ ਬਾਤ ਨਹੀਂ, ਪਰਮੇਸ਼ਵਰ ਸਮਝ ਦਿੰਦੇ ਨੇ, ਪਰਮੇਸ਼ਵਰ ਗਿਆਨ ਦਿੰਦੇ ਨੇ। ਉਹਨਾਂ ਨੂੰ ਕੁਝ ਦਿਖਾਇਆ ਪਰਮੇਸ਼ਵਰ ਨੇ, ਤਾਂ ਹੀ ਤੇ ਇਹਨਾਂ ਲੋਕਾਂ ਨੇ ਭਰੋਸਾ ਕੀਤਾ ਉਹਨਾਂ ਨੇ, ਤਾਂ ਹੀ ਤਾਂ ਵੱਡਾ ਮਤਲਬ ਉਹਨਾਂ ਨੇ ਯਕੀਨ ਕੀਤਾ ਔਰ ਨਾਲ ਲੈ ਕੇ ਗਏ। ਤਾਂ ਪ੍ਰਭੂ ਦਾ ਬਹੁਤ ਧੰਨਵਾਦ, ਪ੍ਰਭੂ ਨੇ ਸਾਰਾ ਹੀ ਕੰਮ ਕੀਤਾ। ਮਤਲਬ ਕਰੋੜਾਪਤੀ ਬੰਦੇ ਲੋਕ ਵੀ ਕੀ ਕਰਦੇ ਨੇ ਕਿ ਉਹਨਾਂ ਨੂੰ ਪਰਮੇਸ਼ਵਰ ਦਾ ਦਾਸ ਦੀ ਲੋੜ ਪੈਂਦੀ ਹੈ। ਮੇਰੀ ਗੱਲ ਦਾ ਗੁੱਸਾ ਨਾ ਕਰੇ ਕੋਈ, ਕਿਸੇ ਦਾਸ ਨੂੰ ਕਿਸੇ ਕਰੋੜਪਤੀ ਇਨਸਾਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹਦੇ ਨਾਲ ਕੌਣ ਹੈ? ਉਹਦੇ ਨਾਲ ਤਾਂ ਪਰਮੇਸ਼ਵਰ ਹੈ। ਕਰੋੜਾਪਤੀ ਲੋਕਾਂ ਨੂੰ ਵੀ ਪਰਮੇਸ਼ਵਰ ਦਾ ਦਾਸ ਦੀ ਲੋੜ ਪੈਂਦੀ ਹੈ। ਕਿਉਂ? ਕਿਉਂਕਿ ਜੋ ਪਰਮੇਸ਼ਵਰ ਦਾ ਦਾਸ ਹੈ ਉਹ ਕੀ ਕਰਦਾ ਹੈਗਾ? ਉਹ ਮਿਹਨਤ ਕਰਦਾ ਹੈਗਾ। ਮਿਹਨਤ ਕਿੱਥੇ ਲਈ ਕਰਦਾ ਹੈਗਾ? ਉਹਦਾ ਸਵਰਗ ਲਈ ਕਰਦਾ ਹੈਗਾ। ਸਵਰਗ ਲਈ ਮਿਹਨਤ ਹੋ ਰਹੀ ਹੈ, ਲੋਕਾਂ ਨੂੰ ਬਚਾਉਣ ਦੇ ਲਈ ਮਿਹਨਤ ਹੋ ਰਹੀ ਹੈ। ਇਹ ਕੋਈ ਸਾਡੇ ਆਪਣੇ ਆਪ ਤੋਂ ਨਹੀਂ ਹੈ, ਨਾ ਅਸੀਂ ਕਰ ਸਕਦੇ ਹਾਂ, ਔਰ ਨਾ ਕੋਈ ਪਰਮੇਸ਼ਵਰ ਦਾ ਦਾਸ ਕਰ ਸਕਦਾ ਹੈਗਾ, ਔਰ ਨਾ ਹੀ ਕੋਈ ਦਾਸ ਘਮੰਡ ਕਰੇ ਗੱਲ ਦਾ। ਲੇਕਿਨ ਇਹ ਸਾਰੀ ਗੱਲ ਇੱਕ ਪਰਮੇਸ਼ਵਰ ਦੀ ਯੋਜਨਾ ਹੈਗੀ। ਪਰਮੇਸ਼ਵਰ ਚਾਹੁੰਦਾ ਕਿ ਇਨਸਾਨ ਬਚਾਇਆ ਜਾਏ। ਪਰਮੇਸ਼ਵਰ ਚਾਹੁੰਦਾ ਗਾ ਕਿ ਇਨਸਾਨ ਕੀ ਹੈ? ਉਹ ਸ਼ੈਤਾਨ ਦੀ ਗੁਲਾਮੀ ਵਿੱਚੋਂ ਬਾਹਰ ਨਿਕਲੇ। ਪਰਮੇਸ਼ਵਰ ਚਾਹੁੰਦਾ ਗਾ ਕਿ ਜਿਸ ਇਨਸਾਨ ਨੂੰ ਮੈਂ ਬਣਾਇਆ ਗਾ, ਜਿਸ ਇਨਸਾਨ ਨੂੰ ਮੈਂ ਪੈਦਾ ਕੀਤਾ ਗਾ, ਉਹ ਕੀ ਕਰੇ? ਉਹ ਸਵਰਗ ਦਾ ਵਾਰਿਸ ਹੋ ਜਾਏ। ਲੇਕਿਨ ਸਵਰਗ ਦੇ ਵਿੱਚ ਜਾਣ ਦੇ ਲਈ ਇੱਕ ਰੁਕਾਵਟ ਆਉਂਦੀ ਹੈ। ਸਵਰਗ ਦੇ ਵਿੱਚ ਹਰ ਇਨਸਾਨ ਜਾਣਾ ਚਾਹੁੰਦਾ ਗਾ। ਕਿਉਂ? ਸਵਰਗ ਦੇ ਵਿੱਚ ਕੋਈ ਕੰਮ ਧੰਦਾ ਨਹੀਂ ਕਰਨਾ, ਸਵਰਗ ਦੇ ਵਿੱਚ ਕੋਈ ਕਾਰੋਬਾਰ ਨਹੀਂ ਕਰਨਾ, ਕੋਈ ਬਿਜ਼ਨਸ ਨਹੀਂ ਕਰਨਾ, ਉੱਥੇ ਕੋਈ ਘਰ ਨਹੀਂ ਬਣਾਉਣਾ, ਉੱਥੇ ਕੋਈ ਰਸੋਈ ਦਾ ਕੰਮ ਨਹੀਂ ਕਰਨਾ, ਕੁਝ ਵੀ ਨਹੀਂ ਕਰਨਾ ਉੱਥੇ।
ਜਾਣਾ ਉੱਥੇ ਹਰ ਇਨਸਾਨ ਚਾਹੁੰਦਾ ਹੈਗਾ, ਚਾਹੇ ਕੋਈ ਬਜ਼ੁਰਗ ਹੈ, ਚਾਹੇ ਕੋਈ ਨੌਜਵਾਨ ਹੈ, ਚਾਹੇ ਕੋਈ ਬਿਮਾਰ ਹੈ, ਹਰ ਇਨਸਾਨ ਕਿੱਥੇ ਉਸ ਸਵਰਗ ਜਾਣਾ ਚਾਹੁੰਦਾ ਹੈਗਾ। ਲੇਕਿਨ ਸਵਰਗ ਵਿੱਚ ਜਾਣ ਦੇ ਲਈ ਹੁੰਦਾ ਕੀ ਹੈ ਕਿ ਇੱਕ ਰੁਕਾਵਟ ਹੈ। ਰੁਕਾਵਟ ਕਿਹੜੀ? ਕਿ ਰਸਤੇ ਵਿੱਚ ਸ਼ੈਤਾਨ ਹੈ। ਹੁਣ ਸ਼ੈਤਾਨ ਇੰਨਾ ਸ਼ਕਤੀਸ਼ਾਲੀ ਹੈ, ਇੰਨਾ ਸ਼ਕਤੀਸ਼ਾਲੀ ਹੈ, ਉਹਦੇ ਬਾਰੇ ਖੁਦ ਪਰਮੇਸ਼ਵਰ ਕਹਿੰਦੇ ਨੇ। ਅਗਰ ਤੁਸੀਂ ਅਯੂਬ ਪੜੋਗੇ ਨਾ, ਅਯੂਬ ਦੇ ਵਿੱਚ ਲਿਖਿਆ ਹੈਗਾ, ਉੱਥੇ ਸਿਰਫ ਜਿਵੇਂ ਤਾਰੀਫ ਕਰ ਰਹੇ ਨੇ ਪਰਮੇਸ਼ਵਰ, ਖੁਦ ਪਰਮੇਸ਼ਵਰ ਤਾਰੀਫ ਕਰ ਰਹੇ ਨੇ। ਇਦਾਂ ਪੜ੍ਹਦੇ ਹੋ ਧਿਆਨ ਨਾਲ ਤਾਂ ਪਤਾ ਲੱਗੇਗਾ ਕਿ ਪਰਮੇਸ਼ਵਰ ਸ਼ੈਤਾਨ ਦੀ ਤਾਰੀਫ ਕਰ ਰਹੇ ਨੇ ਉੱਥੇ, ਵੀ ਸ਼ੈਤਾਨ ਇੰਨਾ ਸ਼ਕਤੀਸ਼ਾਲੀ ਹੈ, ਇੰਨੀ ਤਾਕਤ ਉਹਦੇ ਵਿੱਚ। ਸਭ ਤੋਂ ਵੱਡੀ ਗੱਲ ਕਿ ਸ਼ੈਤਾਨ ਕਿਸੇ ਨੂੰ ਦਿਖਦਾ ਨਹੀਂ ਹੈ, ਲੇਕਿਨ ਸ਼ੈਤਾਨ ਕੀ ਹੈ? ਇਨਸਾਨ ਦੇ ਜੀਵਨ ਦੇ ਵਿੱਚ ਹੈ, ਇਨਸਾਨ ਦੇ ਘਰ ਦੇ ਵਿੱਚ ਹੈ, ਉਹਦੇ ਜੀਵਨ ਦੇ ਵਿੱਚ ਪਰੇਸ਼ਾਨੀ ਹੈ, ਉਹਦੇ ਜੀਵਨ ਦੇ ਵਿੱਚ ਸਮੱਸਿਆ ਆ ਗਈ। ਸਮੱਸਿਆ ਕੈਸੀ? ਕਈ ਵਾਰ ਮਾਂ-ਬਾਪ ਬੱਚਿਆਂ ਤੋਂ ਪਰੇਸ਼ਾਨ, ਕਈ ਵਾਰ ਪਤਨੀ ਪਤੀ ਤੋਂ ਪਰੇਸ਼ਾਨ, ਪਤੀ ਪਤਨੀ ਤੋਂ ਪਰੇਸ਼ਾਨ, ਜਾਂ ਪੂਰਾ ਪਰਿਵਾਰ ਇੱਕ ਦੂਜੇ ਤੋਂ ਪਰੇਸ਼ਾਨ। ਐਸੀਆਂ ਸਾਰੀਆਂ ਸਮੱਸਿਆਵਾਂ ਕੌਣ ਲੈ ਕੇ ਆਉਂਦਾ ਹੈਗਾ? ਸਿਰਫ ਔਰ ਸਿਰਫ ਸ਼ੈਤਾਨ। ਹੁਣ ਇਹ ਸਮੱਸਿਆਵਾਂ ਦਿਖਦੀਆਂ ਜ਼ਰੂਰ ਨੇ, ਲੇਕਿਨ ਇਹਦਾ ਹੱਲ ਕਿਹਦੇ ਕੋਲ ਹੈ? ਹੱਲ ਤਾਂ ਪਰਮੇਸ਼ਵਰ ਦੇ ਕੋਲ ਹੈ। ਔਰ ਪਰਮੇਸ਼ਵਰ ਦੇ ਕੋਲ ਕੋਈ ਇਨਸਾਨ ਸਿੱਧਾ ਜਾ ਹੀ ਨਹੀਂ ਸਕਦਾ। ਇਸੇ ਲਈ ਪਰਮੇਸ਼ਵਰ ਕੀ ਕਰਦੇ ਨੇ? ਆਪਣੇ ਲਈ ਆਪਣੇ ਲੋਕਾਂ ਨੂੰ ਪਸੰਦ ਕਰਦੇ ਨੇ, ਉਹ ਸੇਵਕ ਦਿੰਦੇ ਨੇ, ਉਹ ਸੇਵਕ ਨੂੰ ਠਹਿਰਾ ਦਿੰਦੇ ਨੇ। ਆਪਾਂ ਗੱਲ ਕਰੀਏ ਇਜ਼ਰਾਈਲ ਪ੍ਰਜਾ ਦੀ। ਜਦੋਂ ਇਜ਼ਰਾਈਲ ਪ੍ਰਜਾ ਮਿਸਰ ਦੇਸ਼ ਦੀ ਗੁਲਾਮ ਸੀਗੀ ਤਾਂ ਪਰਮੇਸ਼ਵਰ ਨੇ ਕੀ ਕੀਤਾ ਸੀਗਾ? ਉਹ ਤਾਂ ਮੂਸਾ ਨੂੰ ਪਸੰਦ ਕੀਤਾ ਸੀਗਾ। ਮੂਸਾ ਨੂੰ ਪਸੰਦ ਕੀਤਾ, ਉਸ ਤੋਂ ਬਾਅਦ ਵਚਨ ਨੂੰ ਬਹੁਤ ਵਾਰ ਪੜਿਆਗਾ, ਬਹੁਤ ਵਾਰ ਸੁਣਿਆਗਾ। ਮੂਸਾ ਗਿਆ, ਉੱਥੇ ਚਮਤਕਾਰ ਕੀਤੇ, ਚਮਤਕਾਰ ਕਰਨ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢ ਕੇ ਲੈ ਕੇ ਆਇਆ। ਦੇਖੋ ਪਰਮੇਸ਼ਵਰ ਆਪਣੇ ਦਾਸ ਦਾ ਇਸਤੇਮਾਲ ਕਰਦੇ ਨੇ। ਅੱਜ ਤੁਸੀਂ ਵੀ ਦੇਖੋ ਇੱਥੇ ਬੈਠੇ ਹੋ, ਤੁਹਾਡੇ ਲਈ ਵੀ ਕਿਸੇ ਨਾ ਕਿਸੇ ਦਾਸ ਨੇ, ਕਿਸੇ ਨਾ ਕਿਸੇ ਸੇਵਕ ਨੇ ਤੁਹਾਡੇ ਲਈ ਪ੍ਰਾਰਥਨਾ ਕਰੀ ਹੋਊਗੀ, ਕਿਸੇ ਨਾ ਕਿਸੇ ਸੇਵਕ ਨੇ ਤੁਹਾਡੇ ਲਈ ਮਿਹਨਤ ਕੀਤੀ ਹੋਊਗੀ। ਕੀਤੀ ਹੈ ਜਾਂ ਨਹੀਂ ਕੀਤੀ? ਹਾਲੇਲੂਇਆ। ਕੋਈ ਐਸਾ ਜਨ ਹੈ ਕਿ ਜਿਹਦੇ ਲਈ ਪਰਮੇਸ਼ਵਰ ਦੇ ਦਾਸ ਨੇ ਪ੍ਰਾਰਥਨਾ ਨਾ ਕਰੀ ਹੋਵੇ ਜਾਂ ਉਹਦੇ ਲਈ ਮਿਹਨਤ ਨਾ ਕੀਤੀ ਹੋਵੇ ਔਰ ਉਹ ਇਸ ਤਰ੍ਹਾਂ ਮਸੀਹ ਦੇ ਵਿੱਚ ਆਇਆ ਹੋਵੇ? ਕੋਈ ਵੀ ਨਹੀਂ ਹੈ। ਇਹਦਾ ਮਤਲਬ ਇੱਕ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਇੱਕ ਸੇਵਕ ਦਾ ਰੋਲ ਬਹੁਤ ਵੱਡਾ ਹੈਗਾ। ਉਹ ਵਿਸ਼ਵਾਸੀ ਮੰਨੇ ਚਾਹੇ ਨਾ ਮੰਨੇ, ਲੇਕਿਨ ਪਰਮੇਸ਼ਵਰ ਮੰਨਦੇ ਨੇ ਗੱਲ ਨੂੰ, ਇੱਕ ਸੇਵਕ ਮੰਨਦਾ ਹੈ ਗੱਲ ਨੂੰ, ਕਿਉਂਕਿ ਸੇਵਕ ਦੇਣ ਵਾਲਾ ਕੌਣ ਹੈ? ਉਹਦਾ ਪਰਮੇਸ਼ਵਰ ਦਿੰਦੇ ਨੇ। ਹਾਲੇਲੂਇਆ। ਇੱਕ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਇੱਕ ਪਰਮੇਸ਼ਵਰ ਦੇ ਸੇਵਕ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਇਨਸਾਨ ਸਮੱਸਿਆ ਦੇ ਵਿੱਚ ਹੈ, ਜਦੋਂ ਇਨਸਾਨ ਪਰੇਸ਼ਾਨੀ ਦੇ ਵਿੱਚ ਹੈ, ਤਾਂ ਫਿਰ ਹੁੰਦਾ ਕੀ ਹੈ? ਉੱਥੇ ਕੌਣ ਜਾਂਦਾ ਹੈਗਾ? ਉੱਥੇ ਪਰਮੇਸ਼ਵਰ ਦਾ ਦਾਸ ਜਾਂਦਾ ਹੈਗਾ। ਇੱਕ ਵਚਨ ਪੜ੍ਹੋ ਮੇਰੇ ਨਾਲ ਤੁਸੀਂ, ਲੂਕਾ ਉਹਦਾ 13 ਅਧਿਆਇ ਉਹਦਾ 11 ਵਚਨ। ਔਰ ਵੇਖੋ ਇੱਕ ਤੀਵੀਂ ਸੀ ਜਿਹਨੂੰ 18 ਵਰ੍ਹਿਆਂ ਤੋਂ ਮਾਂਦਗੀ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਕੁੱਪੀ ਹੈ ਸੀ ਔਰ ਕਿਸੇ ਤਰ੍ਹਾਂ ਸਿੱਧੀ ਨਹੀਂ ਹੋ ਸਕਦੀ। ਦੇਖੋ ਇੱਕ ਔਰਤ ਜਿਹਨੂੰ 18 ਸਾਲ ਤੋਂ ਕੀ ਸੀਗਾ? ਕੁਪੜੇਪਨ ਦਾ ਆਤਮਾ ਚਿੰਬੜਿਆ ਹੋਇਆ ਸੀਗਾ, ਔਰ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਆਈ। ਤਾਂ ਪ੍ਰਭੂ ਯਿਸੂ ਮਸੀਹ ਕੌਣ ਸੀਗੇ ਉਸ ਟਾਈਮ? ਉਹ ਤਾਂ ਇੱਕ ਦਾਸ ਸੀਗੇ, ਇੱਕ ਸੇਵਕ ਸੀਗੇ। ਤਾਂ ਪ੍ਰਭੂ ਯਿਸੂ ਮਸੀਹ ਨੇ ਉਹਦੇ ਜੀਵਨ ਦੇ ਵਿੱਚੋਂ ਉਹ ਕੁਪੜੇਪਨ ਦੀ ਆਤਮਾ ਨੂੰ ਬਾਹਰ ਕਰ ਦਿੱਤਾ ਹੈਗਾ। ਕੋਈ ਇਹ ਨਾ ਸੋਚੇਗਾ ਯਿਸੂ ਮਸੀਹ ਪ੍ਰਭੂ ਬਣ ਕੇ ਆਏ ਸੀਗੇ। ਉਹ ਤਾਂ ਕੀ ਸੀਗੇ? ਉਹ ਤਾਂ ਇੱਕ ਦਾਸ ਬਣ ਕੇ ਆਏ ਨੇ, ਇੱਕ ਸੇਵਕ ਬਣ ਕੇ ਆਏ ਨੇ, ਇੱਕ ਸੇਵਾ ਕਰਨ ਵਾਲੇ ਬਣ ਕੇ ਆਏ ਨੇ ਪ੍ਰਭੂ ਯਿਸੂ ਮਸੀਹ। ਤਾਂ ਯਿਸੂ ਮਸੀਹ ਦੇ ਜੀਵਨ ਤੋਂ ਸਿੱਖਣ ਨੂੰ ਮਿਲਦਾ ਹੈਗਾ, ਸਿੱਖਣ ਤੋਂ ਮਿਲਦਾ ਯਿਸੂ ਮਸੀਹ ਦੇ ਜੀਵਨ ਤੋਂ ਕਿ ਯਿਸੂ ਮਸੀਹ ਕੀ ਸੀਗੇ? ਸੇਵਕ ਸੀਗੇ। ਪ੍ਰਭੂ ਯਿਸੂ ਮਸੀਹ ਆਪਣੇ 12 ਚੇਲਿਆਂ ਨੂੰ ਆਪਣੇ ਨਾਲ ਰੱਖਦੇ ਸੀਗੇ। ਗੱਲ ਬਹੁਤ ਧਿਆਨ ਨਾਲ ਸੁਣਿਓ। ਇਹਦਾ ਮਤਲਬ ਇੱਕ ਵਾਰ ਫਿਰ ਪ੍ਰਭੂ ਜੀ ਨੂੰ 13 ਦੀ 11। ਔਰ ਵੇਖੋ ਇੱਕ ਤੀਵੀਂ ਸੀ ਜਿਹਨੂੰ 18 ਵਰ੍ਹਿਆਂ ਤੋਂ ਮਾਂਦਗੀ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਕੁੱਪੀ ਹੈ ਸੀ ਔਰ ਕਿਸੇ ਤਰ੍ਹਾਂ ਸਿੱਧੀ ਨਹੀਂ ਸੀ ਹੋ ਸਕਦੀ। ਦੇਖੋ ਮਾਂਦਗੀ ਦਾ ਆਤਮਾ ਚਿੰਬੜਿਆ ਹੋਇਆ ਸੀਗਾ, ਮਤਲਬ ਉਹ ਸ਼ੈਤਾਨ ਦੀ ਗੁਲਾਮ ਸੀਗੀ। ਬਹੁਤ ਸਾਰੇ ਲੋਕ, ਕੋਈ ਬਿਮਾਰੀ ਦਾ ਗੁਲਾਮ ਹੈ, ਕੋਈ ਨਸ਼ੇ ਦਾ ਗੁਲਾਮ ਹੈ, ਕੋਈ ਕਰਜ਼ੇ ਦਾ ਗੁਲਾਮ ਹੈ, ਕੋਈ ਗਰੀਬੀ ਦਾ ਗੁਲਾਮ ਹੈ। ਇਹ ਸਾਰੇ ਕੀ ਨੇ? ਇਹ ਸਾਰੇ ਸਰਾਫ ਨੇ। ਇਹ ਸਾਰੀਆਂ ਗੱਲਾਂ ਕਿਹਦੇ ਕੋਲੋਂ ਆਉਂਦੀਆਂ ਨੇ? ਇਹ ਸ਼ੈਤਾਨ ਦੇ ਕੋਲੋਂ ਆਉਂਦੀਆਂ ਨੇ। ਲੇਕਿਨ ਇਹਨਾਂ ਦੇ ਵਿੱਚੋਂ ਛੁਟਕਾਰਾ ਦੇਣ ਦੇ ਲਈ
ਪਰਮੇਸ਼ਵਰ ਕੀ ਕਰਦੇ ਨੇ? ਇੱਕ ਦਾਸ ਦਾ ਇਸਤੇਮਾਲ ਕਰਦੇ ਨੇ, ਇੱਕ ਸੇਵਕ ਦਾ ਇਸਤੇਮਾਲ ਕਰਦੇ ਨੇ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ ਔਰ ਸਮਝਿਓ ਕਿ ਸਾਡੇ ਜੀਵਨ ਦੇ ਵਿੱਚ ਜੋ ਪਰਮੇਸ਼ਵਰ ਦਾ ਦਾਸ ਹੈ ਉਹਦਾ ਰੋਲ ਕੀ ਹੈ, ਉਹਦਾ ਰੋਲ ਕੀ ਹੈ। ਔਰ ਪਰਮੇਸ਼ਵਰ ਦਾ ਦਾਸ ਕਦੇ ਵੀ ਆਪਣੀ ਮਰਜ਼ੀ ਤੋਂ ਕਿਸੇ ਦੇ ਕੋਲ ਨਹੀਂ ਆਇਆ। ਪਰਮੇਸ਼ਵਰ ਕੀ ਕਰਦੇ ਨੇ? ਉਹਨੂੰ ਭੇਜਦੇ ਨੇ, ਪਰਮੇਸ਼ਵਰ ਉਹਨੂੰ ਉੱਥੇ ਭੇਜ ਦਿੰਦੇ ਨੇ ਔਰ ਉਹਦਾ ਇਸਤੇਮਾਲ ਕਰਦੇ ਨੇ ਤਾਂ ਕਿ ਜੋ ਇਨਸਾਨ ਹੈ ਉਸ ਦੇ ਜੀਵਨ ਦੇ ਵਿੱਚੋਂ ਉਹ ਬੰਧਨ ਟੁੱਟ ਜਾਣ। ਹੁਣ ਦੇਖੋ ਇਹ ਕੀ ਹੈ? ਇਹ ਕੁਬੜੇਪਨ ਦੀ ਆਤਮਾ ਸੀ। ਇੱਕ ਵਚਨ ਪੜੋ ਮੇਰੇ ਨਾਲ, ਪਹਿਲਾ ਰਾਜਾ ਉਹਦਾ 22 ਅਧਿਆਇ ਉਹਦਾ 22 ਵਚਨ। ਹਾਂਜੀ, ਉਸ ਆਖਿਆ ਮੈਂ ਜਾ ਕੇ ਇੱਕ ਝੂਠਾ ਆਤਮਾ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਬਣਾਂਗਾ। ਤਾਂ ਉਹਨੇ ਆਖਿਆ ਤੂੰ ਉਸ ਨੂੰ ਭਰਮਾ ਲਏਗਾ ਅਤੇ ਜਿੱਤੇਗਾ, ਜਾ ਐਵੇਂ ਕਰ। ਹੁਣ ਦੇਖੋ ਕਿਹੜਾ ਆਤਮਾ ਹੈ ਇੱਥੇ? ਕਿਹੜਾ ਆਤਮਾ? ਝੂਠਾ ਆਤਮਾ। ਔਰ ਝੂਠਾ ਆਤਮਾ ਕਿੱਥੇ ਆਉਂਦਾਗਾ? ਇਨਸਾਨ ਦੇ ਅੰਦਰ ਆਉਂਦਾਗਾ। ਔਰ ਉਹਦੇ ਨਾਲ ਕੀ ਹੈ? ਇਨਸਾਨ ਕੀ ਕਰਦਾਗਾ? ਝੂਠ ਬੋਲਦਾਗਾ। ਇਹਦਾ ਮਤਲਬ ਅਗਰ ਮੈਂ ਗੱਲ ਕਰਾਂ ਆਤਮਾ ਦੇ ਉੱਪਰ, ਸ਼ੈਤਾਨ ਦੇ ਬਹੁਤ ਸਾਰੇ ਆਤਮਾ ਨੇ, ਸ਼ੈਤਾਨ ਦੇ ਆਤਮੇ ਬਹੁਤ ਸਾਰੇ ਨੇ ਜੋ ਇਨਸਾਨ ਦੇ ਜੀਵਨ ਦੇ ਵਿੱਚ ਕੰਮ ਕਰਦੇ ਨੇ। ਇਹਨਾਂ ਨੂੰ ਕੱਢਣ ਦੇ ਲਈ ਕੀ ਕਰਨਾ ਪੈਂਦਾਗਾ? ਪਰਮੇਸ਼ਵਰ ਆਪਣੇ ਦਾਸ ਦਾ ਇਸਤੇਮਾਲ ਕਰਦੇ ਨੇ। ਹੁਣ ਦੇਖੋ ਇੱਥੇ ਕੀ ਲਿਖਿਆ ਹੈ? ਝੂਠ ਦਾ ਆਤਮਾ। ਇਨਸਾਨ ਦੇ ਅੰਦਰ ਕਿਹੜਾ ਆਤਮਾ ਕੰਮ ਕਰਦਾ? ਝੂਠ ਦਾ ਆਤਮਾ। ਜਦੋਂ ਸ਼ੈਤਾਨ ਦੇ ਆਤਮਾ, ਝੂਠ ਦਾ ਆਤਮਾ ਜੋ ਇਨਸਾਨ ਦੇ ਅੰਦਰ ਕੰਮ ਕਰਦਾਗਾ ਤਾਂ ਫਿਰ ਝੂਠ ਪਰਮੇਸ਼ਵਰ ਨੂੰ ਪਸੰਦ ਨਹੀਂ ਹੈ। ਔਰ ਫਿਰ ਕੀ ਕਰਦਾਗਾ? ਪਰਮੇਸ਼ਵਰ ਦਾ ਦਾਸ ਦੇ ਕੋਲ ਜਾਂਦਾਗਾ, ਉਸ ਨੂੰ ਵਚਨ ਸਿਖਾਉਂਦਾਗਾ, ਉਸ ਨੂੰ ਵਿਸ਼ਵਾਸ ਵਿੱਚ ਲੈ ਕੇ ਆਉਂਦਾਗਾ ਔਰ ਉਸ ਨੂੰ ਪਰਮੇਸ਼ਵਰ ਦੀ ਜਾਣ ਪਹਿਚਾਣ ਕਰਾਉਂਦਾਗਾ। ਉਸ ਤੋਂ ਬਾਅਦ ਕੀ ਹੈ? ਇਨਸਾਨ ਦੇ ਅੰਦਰੋਂ ਝੂਠ ਦਾ ਆਤਮਾ ਚਲਾ ਜਾਂਦਾਗਾ। ਹੁਣ ਉਹ ਆਤਮਾ ਕੱਢਣ ਦੇ ਲਈ ਕੌਣ ਗਿਆ? ਉਹ ਆਤਮਾ ਕੱਢਣ ਦੇ ਲਈ ਤਾਂ ਪਰਮੇਸ਼ਵਰ ਦਾ ਦਾਸ ਗਿਆ। ਪਰਮੇਸ਼ਵਰ ਨੇ ਆਪਣੇ ਦਾਸ ਨੂੰ ਭੇਜਿਆ, ਉਹਦੇ ਲਈ ਪ੍ਰਾਰਥਨਾ ਹੋਈ, ਉਹਦੇ ਲਈ ਵਚਨ ਹੋਇਆ, ਉਹਦੇ ਲਈ ਮਿਹਨਤ ਹੋਈ। ਮਤਲਬ ਪਰਮੇਸ਼ਵਰ ਦੇ ਦਾਸ ਨੇ ਕੁਛ ਨਾ ਕੁਛ ਉਹਦੇ ਲਈ ਕੀਤਾ, ਜਿਹਦੇ ਕਰਕੇ ਇਨਸਾਨ ਦੇ ਅੰਦਰੋਂ ਉਹ ਝੂਠ ਦਾ ਆਤਮਾ ਚਲਾ ਗਿਆ। ਇੱਥੇ ਜਿੰਨੇ ਬੈਠੇ ਹੋ ਕੋਈ ਐਸਾ ਹੈ ਇਨਸਾਨ ਕਿ ਜਿਹਨੇ ਕਦੇ ਝੂਠ ਨਾ ਬੋਲਿਆ ਹੋਵੇ? ਨਹੀਂ ਬੋਲਿਆ। ਕਿ ਬੋਲਦੇ ਸੀਗੇ? ਬੋਲਦੇ ਸੀਗੇ ਔਰ ਬਹੁਤ ਬੋਲਦੇ ਸੀਗੇ ਔਰ ਰੱਜ ਕੇ ਬੋਲਦੇ ਸੀਗੇ। ਹੁਣ ਤਾਂ ਨਹੀਂ ਬੋਲਦੇ ਨਾ। ਅਗਰ ਝੂਠ ਬੋਲਦੇ ਹੋ ਤੇ ਇਹਦਾ ਮਤਲਬ ਕੀ ਹੈ? ਕਿ ਝੂਠ ਦਾ ਆਤਮਾ ਹੈ। ਅਗਰ ਪਹਿਲਾਂ ਬੋਲਦੇ ਸੀਗੇ ਹੁਣ ਨਹੀਂ ਬੋਲਦੇ, ਇਹਦਾ ਮਤਲਬ ਪਹਿਲਾਂ ਝੂਠ ਦਾ ਆਤਮਾ ਸੀਗਾ। ਕੋਈ ਦਾਸ ਆਇਆ ਜਿਹਨੇ ਪ੍ਰਾਰਥਨਾ ਕਰੀ, ਜਿਹਨੇ ਵਚਨ ਸਿਖਾਏ, ਜੋ ਵਿਸ਼ਵਾਸ ਵਿੱਚ ਲੈ ਕੇ ਆਇਆ। ਇਹਦਾ ਮਤਲਬ ਕੀ? ਕਿ ਝੂਠ ਦਾ ਆਤਮਾ ਚਲਾ ਗਿਆ। ਇੱਕ ਕੁਬੜੇਪਨ ਦਾ ਆਤਮਾ। ਐਸੀ ਬਹੁਤ ਸਾਰੀਆਂ ਆਤਮਾਵਾਂ ਨੇ ਸ਼ੈਤਾਨ ਦੀਆਂ ਜੋ ਬਾਈਬਲ ਵਿੱਚ ਲਿਖੀਆਂ ਨੇ। ਆਪਾਂ ਉਹਦੇ ਬਾਰੇ ਨਹੀਂ ਸਿੱਖ ਰਹੇ, ਆਪਾਂ ਕੁਛ ਹੋਰ ਸਿੱਖ ਰਹੇ ਹਾਂ ਕਿ ਸਾਨੂੰ ਪਰਮੇਸ਼ਵਰ ਕੀ ਸਿਖਾਉਣਾ ਚਾਹੁੰਦੇ ਨੇ, ਸਾਨੂੰ ਪਰਮੇਸ਼ਵਰ ਕੀ ਦੱਸਣਾ ਚਾਹੁੰਦੇ ਨੇ। ਔਰ ਬਾਈਬਲ ਵਿੱਚ ਲਿਖਿਆਗਾ, ਇੱਕ ਵਚਨ ਪੜ੍ਹੋ ਮੇਰੇ ਨਾਲ, ਐਫਸੀਆਂ ਉਹਦਾ 2 ਅਧਿਆਇ ਉਹਦਾ 1 ਔਰ 2 ਵਚਨ। ਉਹਨੇ ਤੁਹਾਨੂੰ ਵੀ ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸੌ ਜਿਵਾ ਲਿਆ, ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸੌ, ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤਰਾਂ ਵਿੱਚ ਅਸਰ ਕਰਦੀ ਹੈ। ਸਾਰੇ ਬੋਲੋ ਹਾਲੇਲੂਇਆ। ਇੱਥੇ ਪਰਮੇਸ਼ਰ ਦਾਸ ਲਿਖਦਾਗਾ ਕਿ ਜਿਹੜਾ ਇਨਸਾਨ ਪਾਪ ਕਰਦਾਗਾ ਉਹ ਪਾਪ ਦੇ ਵਿੱਚ ਮੁਰਦਾਗਾ, ਉਹਨੂੰ ਪਰਮੇਸ਼ਰ ਮੁਰਦਾ ਕਹਿੰਦੇ ਨੇ। ਲੇਕਿਨ ਪਹਿਲਾਂ ਤੁਸੀਂ ਇਹ ਕੰਮ ਕਰਦੇ ਸੀਗੇ, ਇਨਸਾਨ ਦੀ ਗੱਲ ਕਰਦੇ ਨੇ, ਵਿਸ਼ਵਾਸੀ ਦੀ ਗੱਲ ਕਰਦੇ, ਤੁਸੀਂ ਇਹ ਕੰਮ ਕਰਦੇ ਸੀਗੇ। ਤੁਸੀਂ ਪਹਿਲਾਂ ਕੀ ਸੀਗੇ? ਪਾਪ ਦੇ ਗੁਲਾਮ ਸੀਗੇ। 2 ਵਚਨ ਪੜ੍ਹੋ ਇੱਕ ਵਾਰ ਫਿਰ। ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸੌ, ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤਰਾਂ ਵਿੱਚ ਅਸਰ ਕਰਦੀ ਹੈ। ਹਾਂ, ਉਸ ਰੂਹ ਦੇ ਅਨੁਸਾਰ ਚੱਲਦੇ ਸੀਗੇ। ਕਿਹੜੀ ਰੂਹ? ਅਣਆਗਿਆਕਾਰੀ ਦੀ ਰੂਹ। ਅਣਆਗਿਆਕਾਰੀ ਦੀ ਰੂਹ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਕਿਸ ਨੂੰ ਦੁਸ਼ਟ ਆਤਮਾ ਗਾ, ਉਹ ਭੰਗੜੇ ਪਾਉਂਦਾਗਾ, ਉਹ ਚੀਕਾਂ ਮਾਰਦਾਗਾ, ਕੋਈ ਵੀ ਕੰਮ ਕਰਦਾਗਾ, ਉਹਦਾ ਪਤਾ ਚੱਲਦਾਗਾ। ਕਿਸ ਨੂੰ ਬੁਖਾਰ ਆ ਗਿਆ, ਉਹਨੂੰ ਵੀ ਪਤਾ ਚੱਲਦਾਗਾ। ਕੋਈ ਝੂਠ ਬੋਲਦਾਗਾ, ਝੂਠ ਬੋਲਣ ਵਾਲਾ ਆਤਮਾ, ਉਹਦਾ ਵੀ ਪਤਾ ਚੱਲਦਾਗਾ।
ਕੋਈ ਐਸਾ ਕਿ ਜਿਹਨੂੰ ਨਸ਼ੇ ਦੀ ਆਤਮਾ ਲੱਗੀ ਹੋਈ ਹੈ, ਉਹਦਾ ਵੀ ਪਤਾ ਚੱਲਦਾਗਾ। ਲੇਕਿਨ ਇੱਕ ਐਸਾ ਆਤਮਾ ਗਾ ਜਿਹੜਾ ਦਿਖਦਾ ਨਹੀਂ ਹੈ, ਜਿਹੜਾ ਨਜ਼ਰ ਨਹੀਂ ਆਉਂਦਾ, ਉਹ ਵੀ ਸ਼ੈਤਾਨ ਦਾ ਆਤਮਾ ਗਾ। ਕੋਈ ਦੱਸ ਸਕਦਾ ਹੈਗਾ? ਹਾਂ ਹਾਂ ਅਨ ਆਗਿਆਕਾਰੀ ਦਾ ਆਤਮਾ ਲਿਖਿਆ ਬਾਈਬਲ ਦੇ ਵਿੱਚ, ਐਫਸੀਆਂ 2:2 ਅਨ ਆਗਿਆਕਾਰੀ ਦਾ ਆਤਮਾ। ਹੁਣ ਜੇ ਕਿਸੇ ਨੂੰ ਦੁਸ਼ਟ ਆਤਮਾ ਗਾ, ਉਹਦੀ ਹਾਲਤ ਦੇਖੋ ਕੈਸੀ ਹੋਊਗੀ, ਉਹਦਾ ਚਿਹਰਾ ਦੇਖੋ ਕੈਸਾ ਹੋਊਗਾ। ਕਈ ਵਾਰ ਤਾਂ ਐਸੇ ਲੋਕ ਦੇਖਦੇ ਆਪਾਂ ਜਿਹਨਾਂ ਨੂੰ ਦੁਸ਼ਟ ਆਤਮਾ ਚਿੰਬੜਿਆ ਹੁੰਦਾ, ਬੜੇ ਬੜੇ ਬਾਲਾਂ ਦੇ ਵਿੱਚ ਜਟਾਂ ਬਣੀਆਂ ਹੁੰਦੀਆਂ ਨੇ, ਫਟੇ ਪੁਰਾਣੇ ਗੰਦੇ ਕੱਪੜੇ ਪਾਏ ਹੁੰਦੇ ਨੇ, ਐਡੀ ਐਡੀ ਦਾੜੀ ਹੁੰਦੀ ਹੈ, ਮੂੰਹ ਦੇ ਵਿੱਚ ਪਾਣੀ ਜਿਹਾ ਸੁੱਟਦੇ ਰਹਿੰਦੇ ਨੇ। ਉਹਨਾਂ ਨੂੰ ਕੀ ਹੁੰਦਾ ਗਾ? ਦੁਸ਼ਟ ਆਤਮਾ ਹੁੰਦਾ ਗਾ। ਉਹ ਦਿਖਦਾ ਇਨਸਾਨ ਨੂੰ। ਇੱਕ ਜਿਹੜਾ ਅਨਾਗਿਆਕਾਰੀ ਦਾ ਆਤਮਾ ਗਾ, ਉਹ ਕਿਹੋ ਜਿਹਾ ਹੁੰਦਾ ਗਾ? ਉਹ ਸਾਫ਼ ਕੱਪੜੇ ਪਾਉਂਦਾ ਹੈਗਾ, ਸੁਬਾਹ ਉੱਠਦਾ ਗਾ, ਬੁਰਸ਼ ਕਰਦਾ ਹੈਗਾ, ਨਹਾਉਂਦਾ ਗਾ, ਬੰਦਗੀ ਵਿੱਚ ਵੀ ਜਾਂਦਾ ਗਾ, ਪ੍ਰਾਰਥਨਾ ਵੀ ਕਰਦਾ ਗਾ, ਵਰਤ ਵੀ ਰੱਖਦਾ ਗਾ, ਬਾਈਬਲ ਵੀ ਪੜ੍ਹਦਾ ਗਾ। ਲੇਕਿਨ ਅਨਾਗਿਆਕਾਰੀ ਦਾ ਆਤਮਾ ਉਹਦੇ ਅੰਦਰ ਕੰਮ ਕਰਦਾ ਗਾ। ਦੇਖਦੇ ਰਹੋ ਆਪਣੇ ਆਪ ਨੂੰ, ਉਹਨੂੰ ਦੇਖਦੇ ਰਹੋ। ਹੁਣ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਦੁਸ਼ਟ ਆਤਮਾ ਨੂੰ ਕੱਢਣ ਦੇ ਲਈ ਪਰਮੇਸ਼ਵਰ ਆਪਣੇ ਦਾਸ ਦਾ ਇਸਤੇਮਾਲ ਕਰਦੇ ਨੇ, ਲੇਕਿਨ ਜਿਹੜਾ ਅਨਾਗਿਆਕਾਰੀ ਦਾ ਆਤਮਾ ਗਾ, ਉਹ ਤਾਂ ਦਿਖਦਾ ਹੀ ਨਹੀਂ, ਨਾ ਉਹਦੀਆਂ ਹਰਕਤਾਂ ਦਿਖਦੀਆਂ ਨੇ। ਹੁਣ ਉਹ ਕੀ ਕਰਦਾ ਗਾ? ਉਹ ਬਾਈਬਲ ਨਾਲ ਲੈ ਕੇ ਆਉਂਦਾ ਗਾ, ਉਹ ਆਰਾਧਨਾ ਵੀ ਕਰਦਾ ਗਾ, ਉਹ ਪ੍ਰਾਰਥਨਾ ਵੀ ਕਰਦਾ ਗਾ, ਉਹ ਵਰਤ ਵੀ ਰੱਖਦਾ ਗਾ, ਪ੍ਰਭੂ ਭੋਜ ਵੀ ਲੈ ਲੈਂਦਾ ਗਾ, ਤੇ ਲੱਗਦਾ ਕੀ ਆ? ਅਸੀਂ ਤਾਂ ਆਗਿਆਕਾਰੀ ਕਰਦੇ ਹਾਂ। ਲੇਕਿਨ ਅਨਾਗਿਆਕਾਰੀ ਦਾ ਆਤਮਾ ਸਿੱਧ ਵਿੱਚ ਦਿਖਦਾ ਨਹੀਂ ਹੈ ਕਿਸੇ ਨੂੰ। ਇਹਦਾ ਉਦੋਂ ਪਤਾ ਚੱਲਦਾ ਗਾ ਕਿ ਜਦੋਂ ਵਚਨ ਆਉਂਦਾ ਹੈਗਾ। ਜਿਹੜਾ ਇਨਸਾਨ ਵਚਨ ਮੰਨਦਾ ਨਹੀਂ, ਜਿਹੜਾ ਇਨਸਾਨ ਵਚਨ ਦੇ ਉੱਪਰ ਵਿਸ਼ਵਾਸ ਨਹੀਂ ਕਰਦਾ, ਉਹਦੇ ਅੰਦਰ ਕਿਹੜਾ ਆਤਮਾ ਕੰਮ ਕਰਦਾ ਗਾ? ਉਹਦੇ ਅੰਦਰ ਅਨਾਗਿਆਕਾਰੀ ਦਾ ਆਤਮਾ ਕੰਮ ਕਰਦਾ ਗਾ। ਔਰ ਅਨਾਗਿਆਕਾਰੀ ਦਾ ਆਤਮਾ ਇਸ ਦੁਨੀਆ ਦਾ ਕੋਈ ਵੀ ਪਾਸਟਰ ਨਹੀਂ ਕੱਢ ਸਕਦਾ, ਕੋਈ ਵੀ ਸੇਵਕ ਨਹੀਂ ਕੱਢ ਸਕਦਾ। ਹਾਂ, ਕਿਸੇ ਨੂੰ ਮਿਰਗੀ ਹੈ, ਕਿਸੇ ਦਾ ਕੁਬੜਾਪਨ ਹੈ, ਕਿਸੇ ਦੇ ਅੰਦਰ ਝੂਠ ਦਾ ਆਤਮਾ ਗਾ, ਕਿਸੇ ਦੇ ਅੰਦਰ ਬਿਮਾਰੀ ਦਾ ਆਤਮਾ ਗਾ, ਕੈਸਾ ਵੀ ਕੋਈ ਵੀ ਆਤਮਾ ਗਾ, ਉਹ ਨਿਕਲ ਸਕਦਾ ਗਾ। ਲੇਕਿਨ ਜੋ ਅਨਾਗਿਆਕਾਰੀ ਦਾ ਆਤਮਾ ਗਾ, ਕਿਸੇ ਨੂੰ ਕਹਿ ਕੇ ਦੇਖਿਓ ਵੀ ਬਾਈਬਲ ਵਿੱਚ ਇਦਾਂ ਲਿਖਿਆ ਗਾ, ਤੁਸੀਂ ਇੱਕ ਵਚਨ ਬੋਲੋਗੇ, ਸਾਹਮਣੇ ਵਾਲਾ 4 ਸੁਣਾਏਗਾ ਤੁਹਾਨੂੰ, ਇਦਾਂ ਵੀ ਲਿਖਿਆ ਹੋਇਆ ਗਾ। ਉਦਾਂ ਉਹਨੂੰ ਨਹੀਂ ਪਤਾ ਚੱਲਦਾ, ਉਹਨੂੰ ਪਤਾ ਨਹੀਂ ਚੱਲਦਾ ਕਿ ਮੇਰੇ ਲਈ ਫਾਇਦਾ ਹੋ ਰਿਹਾ ਗਾ, ਉਹਨੂੰ ਕੀ ਮੈਂ ਸਹੀ ਕਰ ਰਿਹਾ ਗਾ। ਉਹ ਦਿਖਾਈ ਕਿੱਥੇ ਦਿੰਦਾ ਅਨਾਗਿਆਕਾਰੀ ਦਾ ਆਤਮਾ? ਹੁਣ ਤਾਂ ਇੱਕ ਮੈਂ ਸਹੀ ਕਰ ਰਿਹਾ ਬਸ। ਜਦ ਕਿ ਸਹੀ ਦੇ ਵਿੱਚ ਜੋ ਪਰਮੇਸ਼ਵਰ ਨੇ ਆਪਣੇ ਸੇਵਕ ਨੂੰ ਠਹਿਰਾਉਂਦੇ ਨੇ, ਕਾਹਦੇ ਲਈ? ਕਿ ਉਹਨੂੰ ਦੁਸ਼ਟ ਆਤਮਾ ਦੀ ਗੁਲਾਮੀ ਵਿੱਚੋਂ ਬਾਹਰ ਕੱਢਣ, ਉਹਨੂੰ ਅਨਾਗਿਆਕਾਰੀ ਦੀ ਆਤਮਾ ਵਿੱਚੋਂ ਬਾਹਰ ਕੱਢਣ। ਪ੍ਰਭੂ ਯਿਸੂ ਮਸੀਹ ਵੀ ਇਹੀ ਕੰਮ ਕਰਦੇ ਸੀਗੇ। ਜਿਹੜੇ ਅਨਾਗਿਆਕਾਰ ਲੋਕ ਸੀਗੇ, ਉਹਨਾਂ ਦੇ ਲਈ ਪ੍ਰਭੂ ਯਿਸੂ ਮਸੀਹ ਦੱਸਦੇ ਸੀਗੇ। ਲੇਕਿਨ ਫਰੀਸੀ ਲੋਕ ਕਿੱਥੇ ਮੰਨਦੇ ਸੀਗੇ? ਉਹ ਗ੍ਰੰਥੀ ਸ਼ਾਸਤਰੀ ਲੋਕ ਕਿੱਥੇ ਮੰਨਦੇ ਸੀਗੇ? ਜਾਣਦੇ ਤਾਂ ਵਚਨ ਹੀ ਸੀਗੇ, ਵਚਨ ਦੀਆਂ ਗੱਲਾਂ ਹੀ ਕਰਦੇ ਸੀਗੇ, ਲੇਕਿਨ ਜਿਸ ਤਰ੍ਹਾਂ ਲਿਖਿਆ ਸੀਗਾ ਉਸ ਤਰ੍ਹਾਂ ਕਰਦੇ ਨਹੀਂ ਸੀਗੇ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਕੀ ਕਹਿੰਦਾ? ਜਦ ਤੁਸੀਂ ਪਹਿਲਾਂ ਪਾਪ ਦੇ ਵਿੱਚ ਸੀਗੇ, ਜਦੋਂ ਤੁਸੀਂ ਪਾਪ ਦੇ ਵਿੱਚ ਸੀਗੇ, ਤੁਸੀਂ ਕੀ ਸੀਗੇ? ਮੁਰਦੇ ਸੀਗੇ। ਫਿਰ ਕੀ ਲਿਖਿਆਗਾ? ਕਿ ਪਹਿਲਾਂ ਤੁਸੀਂ ਇਸੇ ਤਰ੍ਹਾਂ ਚੱਲਦੇ ਸੀਗੇ। ਕਿਸ ਤਰ੍ਹਾਂ? ਜਿਸ ਤਰ੍ਹਾਂ ਹੁਣ ਲੋਕ ਚੱਲਦੇ ਨੇ, ਅਨਾਗਿਆਕਾਰੀ ਦੀ ਆਤਮਾ ਦੇ ਨਾਲ, ਉਹ ਰੂਹ ਦੇ ਨਾਲ, ਕਿ ਜਿਹੜੀ ਹੁਣ ਕੰਮ ਕਰਦੀ ਹੈ ਐਸੇ ਲੋਕਾਂ ਦੇ ਵਿੱਚ ਜੋ ਅਨਾਗਿਆਕਾਰੀ ਕਰਦੇ ਨੇ। ਤੇ ਸਹੀ ਦੇ ਵਿੱਚ ਪਰਮੇਸ਼ਰ ਇਨਸਾਨ ਨੂੰ ਬਚਾਉਣਾ ਚਾਹੁੰਦੇ ਨੇ। ਹੁਣ ਜਿਹੜਾ ਇਨਸਾਨ ਅਨਾਗਿਆਕਾਰੀ ਕਰਦਾਗਾ, ਉਸ ਨੂੰ ਕਿਹੜਾ ਕਦੇ ਪਤਾ ਲੱਗਦਾਗਾ ਕਿ ਮੈਂ ਅਨਾਗਿਆਕਾਰੀ ਕਰ ਰਿਹਾਗਾ? ਉਹ ਤਾਂ ਇਹੀ ਹੈ ਕਿ ਮੈਂ ਪ੍ਰਾਰਥਨਾ ਕਰਦਾ, ਸੁਬਾਹ ਵੀ ਕਰਦਾਗਾ, ਸ਼ਾਮ ਨੂੰ ਵੀ ਕਰਦਾਗਾ, ਮੈਂ ਤਾਂ ਬੰਦਗੀ ਵਿੱਚ ਵੀ ਜਾਵਾਂਗਾ, ਮੈਂ ਤਾਂ ਸਮੇਂ ਸਿਰ ਜਾਵਾਂਗਾ। ਲੇਕਿਨ ਜੋ ਅਨਾਗਿਆਕਾਰੀ ਦੀ ਆਤਮਾ ਕੀ, ਉਹ ਇਨਸਾਨ ਨੂੰ ਦਿਖਾਈ ਨਹੀਂ ਦਿੰਦੀ। ਅਗਰ ਕਿਸੇ ਨੂੰ ਦਿਖਾਈ ਦੇਵੇ, ਅਗਰ ਉਹ ਕੁਝ ਸਮਝਾਉਣ ਦੀ ਕੋਸ਼ਿਸ਼ ਕਰੇ, ਦੱਸਣ ਦੀ ਕੋਸ਼ਿਸ਼ ਕਰੇ, ਤਾਂ ਉਸ ਇਨਸਾਨ ਨੂੰ ਕੀ ਹੈ? ਉਸ ਇਨਸਾਨ ਨੂੰ ਉਹਦੇ ਉੱਪਰ ਗੁੱਸਾ ਆਉਂਦਾਗਾ। ਕਿਉਂ? ਕਿਉਂਕਿ ਮੈਂ ਤਾਂ ਸਾਰਾ ਕੁਝ ਜਾਣਦਾਗਾ, ਮੈਂ ਤਾਂ ਸਭ ਕੁਝ ਕਰ ਸਕਦਾਗਾ, ਮੈਂ ਤਾਂ ਬਾਈਬਲ ਪੜ੍ਹਦਾਗਾ, ਮੈਨੂੰ ਬਾਈਬਲ ਦਾ ਗਿਆਨ ਵੀ ਹੈ। ਲੇਕਿਨ ਸਹੀ ਦੇ ਵਿੱਚ ਪਰਮੇਸ਼ਵਰ ਉਹ ਇਨਸਾਨ ਨੂੰ ਬਚਾਉਣਾ ਚਾਹੁੰਦੇ ਨੇ। ਔਰ ਬਾਈਬਲ ਦੇ ਵਿੱਚ ਵਚਨ ਲਿਖਿਆ ਕਿ ਮੇਰੇ ਨਾਲ ਵਚਨ ਪੜ੍ਹੋ ਤੁਸੀਂ, ਇਬਰਾਨੀ ਉਹਦਾ 13 ਦੇ ਹੈ, ਉਹਦਾ 17 ਵਚਨ ਪੜ੍ਹੋ। ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇੱਕ ਵਾਰ ਫਿਰ ਪੜ੍ਹੋ। ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ
ਅਤੇ ਉਹਨਾਂ ਦੇ ਅਧੀਨ ਰਹੋ। ਦੇਖੋ ਬਾਈਬਲ ਦੇ ਵਿੱਚ ਲਿਖਿਆ ਗਾ ਆਪਣੇ ਆਗੂਆਂ ਦੀ ਕੀ ਕਰੋ, ਆਗਿਆਕਾਰੀ। ਕਿੰਨੇ ਸਿਆਣੇ ਹੋ, ਜਿਉਂ ਹੀ ਆਵਾਜ਼ ਨਹੀਂ ਮੂੰਹ ਦੇ ਵਿੱਚ। ਕੀ ਲਿਖਿਆ ਬਾਈਬਲ ਦੇ ਵਿੱਚ? ਆਗੇ ਅਗਰ ਤੁਸੀਂ ਕਰਦੇ ਹੀ ਹੋ, ਕਿਹਦੀ ਕਰਨੀ ਹੈ? ਉਹ ਹੀ ਨਿਕਲਣੀ ਆਵਾਜ਼। ਇੱਕ ਵਾਰ ਫਿਰ ਪੜੋ ਜੀ। ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ। ਬਾਈਬਲ ਵਿੱਚ ਲਿਖਿਆ ਕੀ ਕਰੋ? ਆਪਣੇ ਆਗੂਆਂ ਦੀ ਆਗਿਆਕਾਰੀ। ਫਿਰ ਅਤੇ ਉਹਨਾਂ ਦੇ ਅਧੀਨ ਰਹੋ। ਉਹਨਾਂ ਦੇ ਕੀ ਰਹੋ? ਅਧੀਨ ਰਹੋ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਉਹਨਾਂ ਦੀ ਆਗਿਆਕਾਰੀ ਕਰਨੀ ਹੈ, ਉਹਨਾਂ ਦੀ ਅਧੀਨਤਾ ਵਿੱਚ ਰਹਿਣਾ ਹੈਗਾ। ਲੇਕਿਨ ਸਹੀ ਦੇ ਵਿੱਚ ਹੁੰਦਾ ਕੀ ਹੈ ਕਿ ਬਸ ਇਹੀ ਕੰਮ ਨਹੀਂ ਹੋ ਰਿਹਾ, ਬਾਕੀ ਸਾਰੇ ਕੰਮ ਕਰ ਸਕਦਾ ਇਨਸਾਨ। ਪ੍ਰਾਰਥਨਾ ਕਰ ਸਕਦਾ ਗਾ, ਬਾਈਬਲ ਪੜ੍ਹ ਸਕਦਾ ਗਾ, ਸੰਗਤੀ ਕਰ ਸਕਦਾ ਗਾ, ਦੂਰ ਨੇੜੇ ਜਾ ਸਕਦਾ ਗਾ, ਲੇਕਿਨ ਜੋ ਅਧੀਨਤਾ ਕੀ, ਜੋ ਆਗਿਆਕਾਰੀ ਹੈ, ਉਹ ਨਹੀਂ ਦਿਖਾਈ ਦੇ ਰਹੀ। ਇੱਕ ਸੇਵਕ ਦੀ, ਇੱਕ ਦਾਸ ਦੀ, ਜਿਸ ਨੇ ਇਨਸਾਨ ਦੇ ਲਈ ਮਿਹਨਤ ਕੀਤੀ, ਜਿਸ ਨੇ ਸ਼ੈਤਾਨ ਦੀ ਗੁਲਾਮੀ ਵਿੱਚੋਂ ਛੁਡਾਇਆ ਗਾ, ਜਿਸ ਨੇ ਸ਼ੈਤਾਨ ਦੇ ਬੰਧਨ ਤੋੜੇ ਨੇ। ਹੁਣ ਸੇਵਕ ਦੇਖੋ ਕਈ ਵਾਰ ਦੂਰ ਨੇੜੇ ਜਾਂਦਾ ਗਾ, ਕਿਸੇ ਦੇ ਲਈ ਜਾਂਦਾ ਗਾ, ਉਹ ਰਾਤ ਨੂੰ 11 ਵਜੇ ਘਰੇ ਪਹੁੰਚੇ, 11:15 ਪਹੁੰਚੇ, 11:30 12 ਵਜੇ ਘਰੇ ਪਹੁੰਚੇ। ਕਦੇ ਵਿਸ਼ਵਾਸੀ ਸਾਨੂੰ ਤਾਂ ਫੋਨ ਨਹੀਂ ਕਰਦਾ ਰਾਤ ਨੂੰ ਕਿ ਤੁਸੀਂ ਠੀਕ ਠਾਕ ਪਹੁੰਚੇ ਜਾਂ ਨਹੀਂ ਪਹੁੰਚੇ। ਉਹ ਘਰ ਦੇ ਦਰਵਾਜ਼ੇ ਵਿੱਚ ਬਾਹਰ ਨਿਕਲਿਆ, ਹੁਣ ਉਹਦੀ ਜ਼ਿੰਮੇਵਾਰੀ ਹੈ। ਜਿੰਨਾ ਚਿਰ ਘਰ ਦੇ ਦਰਵਾਜ਼ੇ ਦੇ ਅੰਦਰ ਸਾਡੀ ਜ਼ਿੰਮੇਵਾਰੀ ਹੈ। ਖਵਾਉਂਦੇ ਵੀ ਨੇ, ਪਿਆਉਂਦੇ ਵੀ ਨੇ, ਸੁਣਦੇ ਵੀ ਨੇ, ਲੇਕਿਨ ਜਦੋਂ ਘਰ ਚੋਂ ਮਾੜਾ ਜਿਹਾ ਬਾਹਰ ਹੋਇਆ ਫਿਰ ਦਰਵਾਜ਼ੇ ਨਾਲ ਦੇ ਨਾਲ ਬੰਦ। ਫਿਰ ਉਹ ਕਿੰਨੇ ਵਜੇ ਪਹੁੰਚੇ ਨਾ ਪਹੁੰਚੇ ਉਹ ਬਾਅਦ ਦੇ ਵਿੱਚ ਦੇਖਿਆ ਜਾਂਦਾ ਹੈਗਾ। ਲੇਕਿਨ ਸਹੀ ਦੇ ਵਿੱਚ ਜਿਹੜੀ ਆਗਿਆਕਾਰੀ ਹੈ, ਜਿਹੜੀ ਅਧੀਨਤਾ ਗਈ, ਉਹ ਇਨਸਾਨ ਦੇ ਜੀਵਨ 'ਚ ਨਹੀਂ ਦਿਖਾਈ ਦਿੰਦੀ। ਇੱਕ ਜੋ ਸੇਵਕ ਮਿਹਨਤ ਕਰਦਾ ਹੈਗਾ, ਇੱਕ ਜੋ ਦਾਸ ਮਿਹਨਤ ਕਰਦਾ ਹੈਗਾ। ਮਿਹਨਤ ਆਪਾਂ ਬੋਲ ਦਿੰਦੇ ਹਾਂ, ਮਿਹਨਤ ਐਵੇਂ ਨਹੀਂ ਹੁੰਦੀ। ਮਿਹਨਤ ਲਈ ਸੇਵਕ ਨੂੰ ਬਹੁਤ ਕੁਝ ਕਰਨਾ ਪੈਂਦਾ ਹੈਗਾ। ਮਿਹਨਤ ਕਿਉਂ ਨਹੀਂ ਕਰਨੀ ਪੈਂਦੀ ਹੈ? ਕੋਈ ਕੰਮ ਕਰਨ ਦੇ ਲਈ। ਹੁਣ ਇਨਸਾਨ ਕਿਹਦਾ ਗੁਲਾਮ ਹੈ? ਸ਼ੈਤਾਨ ਦਾ ਗੁਲਾਮ ਹੈ। ਸ਼ੈਤਾਨ ਦਾ ਕਬਜ਼ਾ ਹੁੰਦਾ ਘਰ ਦੇ ਉੱਪਰ, ਪੂਰੇ ਪਰਿਵਾਰ ਦੇ ਉੱਪਰ ਕਬਜ਼ਾ ਹੁੰਦਾ ਹੈਗਾ। ਹੁਣ ਕਿਸੇ ਨੂੰ ਘਰ ਦੇ ਵਿੱਚੋਂ ਕੱਢਣ ਦੇ ਲਈ ਜਾਓ, ਇਨਸਾਨ ਦਾ ਫੋਨ ਕਰ ਦੇਣਾ, ਪਾਸਟਰ ਜੀ ਆ ਕੇ ਜਾਇਓ, ਪ੍ਰਾਰਥਨਾ ਕਰਕੇ ਜਾਇਓ। ਹੁਣ ਜਦੋਂ ਪ੍ਰਾਰਥਨਾ ਕਰਨ ਲਈ ਸੇਵਕ ਆਉਂਦਾ ਹੈਗਾ ਤਾਂ ਉਹ ਘਰ ਦੇ ਉੱਪਰ ਕਬਜ਼ਾ ਕਿਹਦਾ ਹੈਗਾ? ਸ਼ੈਤਾਨ ਦਾ। ਔਰ ਸ਼ੈਤਾਨ ਕੋਈ ਆਮ ਖਾਸ ਤਾਂ ਹੈ ਨਹੀਂ। ਉਹਦੀ ਜੋ ਗਿਣਤੀ ਹੈ, ਸਮੁੰਦਰ ਦੀ ਰੇਤ ਦੇ ਕਿਨਾਰ ਜੋ ਕੰਨ ਹੁੰਦੇ ਨੇ, ਉਹਦੀਆਂ ਦੁਸ਼ਟ ਆਤਮਾਵਾਂ ਇੰਨੀਆਂ ਨੇ। ਇਹਦਾ ਮਤਲਬ ਉਹਦਾ ਪੰਗਾ ਪਵਾਤਾ ਸੇਵਕ ਦਾ। ਲੜ ਤੂੰ, ਹੁਣ ਅਸੀਂ ਆ ਬੈਠੇ ਆ, ਸਾਨੂੰ ਵਿਸ਼ਵਾਸ ਬਾਰੇ ਨਹੀਂ ਪਤਾ, ਸਾਨੂੰ ਮਸੀਹ ਬਾਰੇ ਨਹੀਂ ਪਤਾ, ਹੁਣ ਤੂੰ ਹੀ ਕਰ ਜੋ ਕੁਝ ਕਰਨਾ ਹੈਗਾ। ਇਹਦਾ ਮਤਲਬ ਪਰਮੇਸ਼ਰ ਦਾਸ ਮਿਹਨਤ ਕਰਦਾ ਹੈਗਾ। ਇਹਦਾ ਮਤਲਬ ਕਿ ਪਰਮੇਸ਼ਰ ਦਾਸ ਸ਼ੈਤਾਨ ਦੀ ਆਤਮਾ ਦੇ ਨਾਲ ਲੜਦਾ ਹੈਗਾ। ਹੁਣ ਸਭ ਤੋਂ ਵੱਡਾ ਦੁਸ਼ਮਣ ਕੌਣ ਹੋਇਆ? ਉਹ ਤਾਂ ਸ਼ੈਤਾਨ ਦਾ ਦੁਸ਼ਮਣ ਕੌਣ ਹੋ ਗਿਆ? ਉਹ ਤਾਂ ਉਹੀ ਸੇਵਕ ਹੋ ਗਿਆ ਜਿਹੜਾ ਉਹਨਾਂ ਨੂੰ ਬਚਾਉਣ ਦੇ ਲਈ ਆਇਆ ਹੈਗਾ, ਜਿਹੜਾ ਛਡਾਉਣ ਦੇ ਲਈ ਆਇਆ ਹੈਗਾ। ਚਲੋ ਪਰਮੇਸ਼ਰ ਨੇ ਆਪਣੇ ਦਾਸ ਦਾ ਇਸਤੇਮਾਲ ਵੀ ਕੀਤਾ, ਉਹਨਾਂ ਨੂੰ ਫਿਰ ਵਧਾਇਆ, ਅੱਗੇ ਵਧਾ ਗਿਆ, ਉਸ ਤੋਂ ਬਾਅਦ ਅੱਗੇ ਚਲਾਇਆ, ਨਵੇਂ ਜੀਵਨ ਦੇ ਲਈ ਤਿਆਰ ਹੋ ਗਏ, ਆਤਮਾ ਪਾ ਲਿਆ। ਫਿਰ ਕੀ ਹੁੰਦਾ ਹੈਗਾ? ਫਿਰ ਇਨਸਾਨ ਨੂੰ ਲੱਗਦਾ ਵੀ ਹੁਣ ਤਾਂ ਠੀਕ ਹੈ, ਸਾਰਾ ਕੁਝ ਸਾਡੇ ਜੀਵਨ ਦੇ ਵਿੱਚ ਸਭ ਕੁਝ ਸਹੀ ਹੈ, ਹੁਣ ਸਾਨੂੰ ਲੋੜ ਨਹੀਂ ਹੈ, ਅਸੀਂ ਬਾਈਬਲ ਪੜ੍ਹ ਸਕਦੇ ਹਾਂ, ਇਹ ਸਭ ਕੁਝ ਕਰ ਸਕਦੇ ਹਾਂ। ਜਿਹੜੀ ਅਧੀਨਤਾ ਕੀ, ਜਿਹੜੀ ਆਗਿਆਕਾਰੀ ਹੈ, ਉਹ ਇਨਸਾਨ ਦੇ ਜੀਵਨ ਦੇ ਵਿੱਚ ਦਿਖਾਈ ਨਹੀਂ ਦਿੰਦੀ, ਦਿਖਾਈ ਨਹੀਂ ਦਿੰਦੀ। ਔਰ ਦੁਸ਼ਟ ਆਤਮਾ ਇਕੱਲੀ ਕੋਈ ਇੱਕ ਨਹੀਂ ਆਉਂਦੀ, ਦੁਸ਼ਟ ਆਤਮਾ ਬਹੁਤ ਸਾਰੀਆਂ ਨੇ। ਔਰ ਬਾਈਬਲ ਵਿੱਚ ਲਿਖਿਆ ਹੈਗਾ ਕਿ ਜਦੋਂ ਇਨਸਾਨ ਦੇ ਅੰਦਰੋਂ ਦੁਸ਼ਟ ਆਤਮਾ ਨਿਕਲਦੀ ਹੈ ਤਾਂ ਉਸ ਤੋਂ ਬਾਅਦ ਕੀ ਕਰਦੀ ਹੈ? ਉਹ ਆਪਣੇ ਨਾਲ 7 ਬੁਰੇ ਆਤਮੇ ਲੈ ਕੇ ਆਉਂਦੀ ਹੈ ਤਾਂ ਕਿ ਉਹਨਾਂ ਲੋਕਾਂ ਦਾ ਬੁਰਾ ਹਾਲ ਕੀਤਾ ਜਾਵੇ, ਉਹਨਾਂ ਲੋਕਾਂ ਦਾ ਹੋਰ ਵੀ ਬੁਰਾ ਹਾਲ ਕੀਤਾ ਜਾਏ। ਤਾਂ ਦੇਖੋ ਇਨਸਾਨ ਦੇ ਅੰਦਰੋਂ, ਇੱਕ ਵਿਸ਼ਵਾਸੀ ਦੇ ਅੰਦਰੋਂ ਜਦੋਂ ਸ਼ੈਤਾਨ ਦੀਆਂ ਆਤਮਾਵਾਂ ਨਿਕਲਦੀਆਂ ਨੇ ਨਾ, ਉਸ ਤੋਂ ਬਾਅਦ ਜਦੋਂ ਉਹ ਪਰਮੇਸ਼ਰ ਦੇ ਖਿਲਾਫ ਚਲਾ ਜਾਂਦਾ ਹੈਗਾ ਤਾਂ ਫਿਰ ਉਹਦੇ ਜੀਵਨ ਦੇ ਵਿੱਚ ਇਦਾਂ ਹੀ ਗੱਲਬਾਤ ਨਹੀਂ ਹੁੰਦੀ। ਉਹਦੇ ਜੀਵਨ ਦੇ ਵਿੱਚ ਕੀ ਹੈ? ਉਹਦੇ ਜੀਵਨ ਦੇ ਵਿੱਚ ਕਾਫੀ ਸਮੱਸਿਆਵਾਂ ਆ ਜਾਂਦੀਆਂ ਨੇ। ਹਾਲੇਲੂਇਆ, ਹਾਲੇਲੂਇਆ। ਉਹਦੇ ਜੀਵਨ ਦੇ ਵਿੱਚ ਕਾਫੀ ਮੁਸ਼ਕਲ ਆ ਜਾਂਦੀ ਹੈ, ਕਾਫੀ ਸਮੱਸਿਆ ਆ ਜਾਂਦੀ ਹੈ। ਕਈ ਵਾਰ ਤਾਂ ਐਸਾ ਹੁੰਦਾ ਹੈਗਾ ਕਿ ਇੱਕ ਵਿਸ਼ਵਾਸੀ ਆਪਣੇ ਸੇਵਕ ਨੂੰ ਉਹ ਬੁੱਧੂ ਬਣਾ ਦਿੰਦਾ ਹੈਗਾ ਗੱਲਾਂ ਬਾਤਾਂ ਦੇ ਵਿੱਚ। ਹੁੰਦਾ ਗਾ ਏਦਾਂ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਇੱਕ ਜੋ ਵਿਸ਼ਵਾਸੀ ਹੈ ਆਪਣੇ ਸੇਵਕ ਨੂੰ ਕੁਝ ਨਹੀਂ ਸਮਝਦਾ, ਜਦ ਕਿ ਉਹਨੂੰ ਪਤਾ ਕਿ ਇਹ ਮੇਰਾ ਉਸਤਾਦ ਹੈ, ਉਹਨੂੰ ਇਹ ਪਤਾ ਹੋਣਾ ਚਾਹੀਦਾ ਇਹ ਮੇਰਾ ਕੀ ਹੈ? ਮੇਰਾ ਗੁਰੂ ਹੈ, ਇਹਨੇ ਮੇਰੇ ਲਈ ਮਿਹਨਤ ਕੀਤੀ ਹੈ, ਇਹ ਤੋਂ ਮੈਂ ਸਿੱਖਿਆਂਗਾ। ਇੱਕ ਵਾਰ ਕੀ ਹੋਇਆ, ਇੱਕ ਸਕੂਲ ਸੀਗਾ ਔਰ ਸਕੂਲ ਦੇ ਵਿੱਚ ਕਾਫੀ ਵਿਦਿਆਰਥੀ ਸੀਗੇ। ਉੱਥੇ ਇੱਕ ਟੀਚਰ ਸੀਗਾ ਜਿਹੜਾ ਉਹਨਾਂ ਨੂੰ ਪੜ੍ਹਾਉਂਦਾ ਸੀਗਾ। ਇੱਕ ਵਾਰ ਇਸੇ ਤਰ੍ਹਾਂ ਉਸਨੇ ਕਲਾਸ ਵਿੱਚ ਕਿਹਾ ਵੀ ਲੈ ਇਦਾਂ ਕਰਿਓ, ਤੁਹਾਡਾ ਕੱਲ ਨੂੰ ਮੈਂ ਟੈਸਟ ਲੈਣਾਗਾ, ਸਾਰੇ ਸਮੇਂ ਸਿਰ ਪਹੁੰਚ ਜਾਇਓ ਔਰ ਸਾਰੇ ਪੜ੍ਹ ਕੇ ਆਇਓ।
हालेलुया हालेलुया। सारे पढ़ के आयो और समय सिर आयो। 4 मित्र सीगे उसे क्लास दे विच, बड़ा प्रेम सी उन्हां दा। उन्होंने एका कर लिया भी आपां ये पेपर नहीं देना, चाहे कुछ भी हो जाए, आपां नूं आउंदा है नहीं कुछ, तो कहंदे ठीक है कोई बात नहीं, पेपर नहीं दिंदे। स्कूल तो गए हो, लेकिन जो पेपर का टाइम सीगा वो जान दे विच 5 मिनट बाकी सीगे, उत्थे पहुंच गए। तो जो टीचर सीगा उन्हें पूछा हाँ भी तुसी लेट आ गए, वो कहना सर असीं गड्डी च आ रहे थे, साडी गड्डी पैंचर हो गई, इस करके असीं काफ़ी लेट हो गए। टीचर कहना कोई गल नहीं, बैठो बैठो। वो बैठे, उन्होंने सलाह करी भी अगर टीचर ने सानू कहा ना भी पेपर कल नूं दिओ, तो जिहड़ा अज पेपर है ये आपां ले लांगे अपने साथियों कोलों ते आपां नूं पढ़ लवांगे और चंगे नंबरां ते पास हो जाएंगे। तो टीचर ने कहा ठीक है भी तुसीं इदां करिओ, तुहाडा पेपर कल नूं है, तुहाडा पेपर कल नूं है। हुण जो लोग सीगे 4 वो बड़े खुश होए, वो दूजे नूं मिले भी पेपर तो अज की सीगा, उन्होंने पेपर पढ़े घरे गए जी, चंगी पढ़ाई करी। अगले दिन टाइम आया, टीचर आया, वो 4 विद्यार्थी आ गए। तो टीचर ने कहा क्लास दे विच जिहड़ा अज दा पेपर है ना वो 100 नंबर दा है, तुहाडा 4 दा पेपर होगा 100 नंबर दा है। लेकिन उन्हें 4 कमरे देखे, एक इच बह जाओ, एक इच बह जाओ, एक इधर बह जाओ, एक इधर बह जाओ, इदां करता उन्हें। फिर उन्हें कहा भी जिहड़ा पहला सवाल है वो है 1 नंबर का, 1 नंबर का सवाल है, वो लिखा सीगा तुहाडा नाम की है ते तुहाडा रोल नंबर कितना है। उस तो बाद बचे किन्ने 99। जिहड़ा 99 नंबर का सवाल सीगा उन्हें सवाल किया कल तुहाडी गड्डी दा किहड़ा टायर पैंचर होया। समझ आई या नहीं आई? गड्डी दे टायर किन्ने हुंदे ने? 4। साथी किन्ने सीगे? 4। सारिਆਂ ने की करिया सीगा? बहाना मारिया सीगा, झूठ मारिया सीगा। किहदे मूहरे? उस्ताद मूहरे, गुरु अगे झूठ बोलिया उन्होंने। फिर गुरु तो गुरु है, उस्ताद तो उस्ताद ही है। उस्ताद ने की कहा पहला सवाल 1 नंबर का, तुहाडा नाम तुहाडा रोल नंबर लिखो, उन्होंने तो लिखना ही सीगा। ते दूजा सवाल की है तुहाडी गड्डी दा कल किहड़ा टायर पैंचर होया सीगा। हुण जिहड़ा ए है, जिहड़ा ए कमरे वाला का सलाह तो है नहीं, किहड़ा लिखिए, ड्राइवर साइड लिखिए, अगला लिखिए, पिछला लिखिए, जो कंडक्टर साइड लिखिए। फंस गए, फंस गए। कौन फंस गए? चेले फंस गए। मतलब चेले क्या करते सीगे? होशियारी करते सीगे। उस्ताद की है? वो तो उस्ताद ही है। सारे बोलो गुरु गुरु हुंदा है। देखो अधीनता ना, मतलब गुरु गुरु हुंदा है, चेला चेला हुंदा है, अंब अंब हुंदा है, केला केला हुंदा है, घर घर हुंदा है, तबेला तबेला हुंदा है। मतलब कोई भी इंसान कैसा भी करे, लेकिन कदे भी अपने उस्ताद नूं, कदे भी अपने गुरु नूं वो धोखा नहीं दे सकता। कि दे सकता गा? हाँ, देने वाला दिंदा गा, लेकिन जिन्हें जिन्हें धोखा दिता ना वो फसेगा, वो फसेगा। क्योंकि गुरु का गुरु है, चेला चेला ही है, अंब अंब ते केला केला ही है, घर घर ते घर घर ही है, तबेला तबेला ही है। तबेला पता तुहानू? कहने का मतलब कि गुरु गुरु ही है। उन्होंने दिंदा सीगा कि असीं अपनी मतलब होशियारी नाल ये काम कर लवांगे, चंगे नंबर लगे पास हो जावांगे, लेकिन गुरु तो जानता ना, उस्ताद तो जानता ना। इसलिए परमेश्वर ने कलीसिया विच की दिता होएगा? सेवक दिता होएगा। सेवक अगे किसी दी नहीं चल रही। तुसीं जिन्ना मर्जी ज्ञानी हो, जिन्ने मर्जी होशियार हो, तुसीं 1000पति हो, चाहे लखपति हो, चाहे करोड़पति हो, हाँ पैसे में तुसीं उपर जा सकते हो, चलाकी में तुसीं उपर जा सकते हो, लेकिन सही दे विच जो परमेश्वर है उन्होंने कदे धोखा नहीं दे सकते। परमेश्वर के दास नूं कदे तुसीं धोखा नहीं दे सकते। एक बार एक इंसान सीगा, गल नूं बहुत ध्यान नाल सुनियो। एक इंसान सीगा जिहदा नाम सीगा नामान, जो आराम दी
ਸੈਨਾ ਸੀਗੀ, ਉਹਦਾ ਸੈਨਾਪਤੀ ਸੀਗਾ, ਉਹ ਬਹੁਤ ਸੂਰਬੀਰ ਸੀਗਾ, ਬਹੁਤ ਯੋਧਾ ਸੀਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣੋ ਔਰ ਸਾਰੇ ਦਰ ਧਿਆਨ ਬਣਾ ਕੇ ਰੱਖੋ। ਲੇਕਿਨ ਉਹਦੇ ਵਿੱਚ ਇੱਕ ਸਮੱਸਿਆ ਸੀ ਕਿ ਉਹਨੂੰ ਕੋਟ ਲੱਗਿਆ ਹੋਇਆ ਸੀਗਾ। ਉਸ ਨੂੰ ਪਤਾ ਚੱਲਿਆ ਕਿ ਕੋਈ ਜਗ੍ਹਾ ਹੈ ਜਿੱਥੋਂ ਮੈਂ ਚੰਗਾ ਹੋ ਸਕਦਾਗਾ, ਤਾਂ ਉਹ ਆਪਣੇ ਰਾਜੇ ਕੋਲ ਗਿਆ, ਉਹਨੂੰ ਕਿਹਾ ਕਿ ਮੇਰੇ ਲਈ ਕੁਝ ਕਰੋ, ਮੈਂ ਫਲਾਣੀ ਜਗ੍ਹਾ ਜਾਣਾਗਾ, ਉੱਥੇ ਹੈ ਕੋਈ ਜਿਹੜਾ ਮੈਨੂੰ ਚੰਗਾ ਕਰ ਸਕੇ। ਤਾਂ ਦੇਖੋ ਉੱਥੇ ਕੀ ਹੋਇਆ, ਜੋ ਰਾਜਾ ਸੀਗਾ, ਮੇਰੇ ਨਾਲ ਬਚਨ ਪੜੋ, ਦੂਜਾ ਰਾਜਾ ਉਹਦਾ 5 ਲਿਆਏ, ਉਹਦਾ 5 ਬਚਨ ਪੜੋ। ਤਾਂ ਆਰਾਮ ਦੇ ਰਾਜਾ ਨੇ ਆਖਿਆ, ਚਲਾ ਜਾ, ਮੈਂ ਇਸਰਾਇਲ ਦੇ ਪਾਤਸ਼ਾਹ ਨੂੰ ਇੱਕ ਚਿੱਠੀ ਘੱਲਾਂਗਾ। ਸੋ ਤੁਰ ਪਿਆ ਤੇ 10 ਤੋੜੇ ਚਾਂਦੀ ਤੇ 6000 ਮਿਸਕਾਲ ਸੋਨਾ ਤੇ 10 ਜੋੜੇ ਕੱਪੜੇ ਆਪਣੇ ਨਾਲ ਲੈ ਲਏ। ਹਾਂ ਦੇਖੋ, ਰਾਜੇ ਨੇ ਚਿੱਠੀ ਲਿਖਤੀ ਔਰ ਜੋ ਸੈਨਾਪਤੀ ਸੀਗਾ ਉਹਨੇ ਆਪਣੇ ਨਾਲ ਸੋਨਾ ਲੈ ਲਿਆ, ਕੱਪੜੇ ਲੈ ਲਏ, ਚਾਂਦੀ ਲੈ ਲਈ ਤੇ ਆਪਣੇ ਇਲਾਜ ਲਈ ਉਹ ਚਲਾ ਗਿਆ। ਸਾਰਿਆਂ ਨੂੰ ਪਤਾ ਹੀ ਹੈ, ਸਾਰਿਆਂ ਦੇ ਮੂੰਹ ਜਵਾਨੀ ਚ ਕਹਾਣੀ ਯਾਦ ਹੈ, ਇਹ ਸਾਰੀ ਸਟੋਰੀ ਯਾਦ ਹੈ ਇਨਸਾਨ ਦੇ ਸਾਰਿਆਂ ਦੀ। ਚਲੋ ਪਰਮੇਸ਼ਰ ਦਾਸ ਦੇ ਕੋਲ ਗਿਆ, ਪਰਮੇਸ਼ਰ ਦਾਸ ਨੇ ਕੁਝ ਨਹੀਂ ਕਰਿਆ। ਉਹਨੇ ਕਹਿੰਦਾ ਜਾ ਕੇ ਜਦ ਨਦੀ ਉੱਥੇ ਜਾ ਕੇ 7 ਕੁੱਤੇ ਮਾਰ। ਉਹਨੂੰ ਗੁੱਸਾ ਆ ਗਿਆ, ਯਾਰ ਮੈਂ ਤੇ ਨਿੱਦੂ ਨੂੰ ਚੱਲ ਕੇ ਆਇਆਗਾ, ਔਰ ਸਭ ਤੋਂ ਵੱਡੀ ਗੱਲ ਮੈਂ ਤਾਂ ਇੰਨਾ ਕੁਝ ਲੈ ਕੇ ਆਇਆ, ਮਾਲ ਤਾਂ ਲੈ ਕੇ ਆਇਆ ਨਾਲ ਆਪਣੇ, ਮੈਂ ਤਾਂ ਸੋਨਾ ਚਾਂਦੀ ਕੱਪੜੇ ਲੈ ਕੇ ਆਇਆਗਾ, ਲੇਕਿਨ ਇਹ ਕੈਸਾ ਇਨਸਾਨ ਹੈ, ਇਹ ਤਾਂ ਮੇਰੇ ਕੋਲ ਆਇਆ ਹੀ ਨਹੀਂ। ਚਲੋ ਉਹਦਾ ਕੋਈ ਸਿਪਾਹੀ ਸੀਗਾ, ਉਹਨੇ ਗੱਲ ਕਰੀ ਕਿ ਇਦਾਂ ਕਰ, ਤੁਸੀਂ ਮੰਨ ਕੇ ਦੇਖੋ। ਉਹਨੇ ਮੰਨ ਲਿਆ, ਚੰਗਾ ਵੀ ਹੋ ਗਿਆ। ਚੰਗਾ ਹੋਣ ਤੋਂ ਬਾਅਦ ਜਦੋਂ ਉਹ ਦੁਬਾਰਾ ਫੇਰ ਆਇਆ ਕਿਹਦੇ ਕੋਲ, ਪਰਮੇਸ਼ਰ ਦੇ ਦਾਸ ਦੇ ਕੋਲ, ਪਰਮੇਸ਼ਰ ਦੇ ਦਾਸ ਦੇ ਕੋਲ ਆਇਆ, ਤਾਂ ਉਸ ਤੋਂ ਬਾਅਦ ਕੀ ਹੋਇਆ, ਉਹਦਾ ਕੁਝ ਦੇਣ ਦੇ ਲਈ ਆਇਆ ਸੀਗਾ, ਮੈਂ ਤੈਨੂੰ ਦੇਣਾ ਚਾਹਣਾ ਕੁਝ, ਮੈਂ ਤੈਨੂੰ ਕੁਝ ਦੇਣਾ ਚਾਹਣਾਗਾ, ਲੇਕਿਨ ਉਹਨੇ ਮਨਾ ਕਰਤਾ, ਮੈਨੂੰ ਨਹੀਂ ਚਾਹੀਦਾ। ਉਹ ਕੌਣ ਸੀਗਾ ਕੋਈ ਪਤਾ, ਜਿਹਨੇ ਮਨਾ ਕਰਿਆ ਸੀਗਾ? ਅਲੀਸਾ ਨੇ ਮਨਾ ਕਰਤਾ, ਮੈਨੂੰ ਨਹੀਂ ਚਾਹੀਦਾ। ਉਹਦਾ ਇੱਕ ਚੇਲਾ ਸੀਗਾ ਗਿਹਾਜੀ। ਹੁਣ ਦੇਖੋ ਉਹਦੇ ਮਨ ਦੇ ਵਿੱਚ ਲਾਲਚ ਆ ਗਿਆ, ਤਾਂ ਫਿਰ ਕੀ ਹੋਇਆ, ਉਹ ਭੱਜਿਆ। ਸੈਨਾਪਤੀ ਤੇ ਚੰਗਾ ਹੋ ਕੇ ਚਲਾ ਗਿਆ ਸੀਗਾ, ਸੋਨਾ ਚਾਂਦੀ ਕੱਪੜੇ ਲੈ ਕੇ ਵਾਪਸ ਜਾ ਰਿਹਾ ਸੀਗਾ। ਉਹਦੇ ਮਨ ਦੇ ਵਿੱਚ ਲਾਲਚ ਆ ਗਿਆ, ਯਾਰ ਮੇਰਾ ਗੁਰੂ ਕਿਹੋ ਜਿਹਾ ਹੈਗਾ, ਮੇਰਾ ਉਸਤਾਦ ਕਿਹੋ ਜਿਹਾ ਹੈਗਾ, ਨਾ ਤਾਂ ਚੱਜ ਦਾ ਘਰ ਹੈ ਤੇ ਲਵੇ, ਨਾ ਚੱਜ ਦੇ ਕੱਪੜੇ ਨੇ, ਔਰ ਸਭ ਤੋਂ ਵੱਡੀ ਗੱਲ ਸੋਨਾ ਚਾਂਦੀ ਵਾਪਸ ਕਰ ਰਿਹਾ ਹੈਗਾ। ਇਹ ਜੇ ਇਹਨੂੰ ਨਹੀਂ ਚਾਹੀਦਾ, ਕਮ ਸੇ ਕਮ ਮੈਨੂੰ ਤੇ ਲੈ ਕੇ ਦੇਣ ਦਾ। ਹੁਣ ਨਜ਼ਰ ਕਿੱਥੇ ਲੱਗੀ ਇਹਦੀ, ਉਸ ਮਾਨ ਦੇ ਉੱਪਰ। ਤੇ ਜਿਹੜਾ ਗੁਰੂ ਹੈ, ਜਿਹੜਾ ਉਸਤਾਦ ਹੈ, ਉਹ ਕਿੱਥੇ ਬੈਠਾਗਾ, ਉਹ ਤਾਂ ਪਰਮੇਸ਼ਰ ਦੇ ਨਾਲ ਬੈਠਾਗਾ, ਉਹਦੀ ਹਜ਼ੂਰੀ ਵਿੱਚ ਬੈਠਾਗਾ। ਹੁਣ ਹੋ ਸਕਦਾਗਾ ਗਿਹਾਜੀ ਬੈਠਾ ਹੋਵੇ ਥੋੜਾ ਟਾਈਮ, ਲੇਕਿਨ ਅੱਖਾਂ ਖੋਲ ਦੇਖਦਾ ਹੋਊਗਾ, ਹਨਾ, ਜਾਂ ਉਹਦਾ ਮਨ ਲੱਗਦਾ ਨਹੀਂ ਹੋਣਾ। ਤਾਂ ਕੀ ਹੋਇਆ, ਪੜੋ ਮੇਰੇ ਨਾਲ, ਦੂਜਾ ਰਾਜਾ 5 ਦੇ ਆਏ, ਉਹਦਾ 20 ਬਚਨ। ਤਾਂ ਪਰਮੇਸ਼ਵਰ ਦੇ ਜਨ ਅਲੀਸ਼ਾ ਦੇ ਬਾਗ ਕੇ ਗਿਹਾਜੀ ਨੇ ਆਖਿਆ, ਵੇਖੋ ਮੇਰੇ ਸੁਆਮੀ ਨੇ ਨਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਨਾ ਲੈ ਕੇ ਉਹਨੂੰ ਵਰਜ ਦਿੱਤਾ। ਜਿਉਂਦੇ ਹਵਾ ਦੀ ਸੌਂ ਮੈਂ ਸੱਚਮੁੱਚ ਉਹਦੇ ਪਿੱਛੇ ਨਸਾਂਗਾ ਤੇ ਉਹਦੇ ਕੋਲੋਂ ਕੁਝ ਲੈ ਲਵਾਂਗਾ। ਦੇਖੋ ਮੈਂ ਤਾਂ ਦੌੜਾਂਗਾ, ਮੈਂ ਤਾਂ ਪਿੱਛੇ ਭੱਜਾਂਗਾ, ਮੇਰਾ ਉਸਤਾਦ ਇਹਨੂੰ ਤਾਂ ਅਕਲ ਹੀ ਨਹੀਂ ਹੈ, ਮੇਰਾ ਜੋ ਗੁਰੂ ਹੈ, ਮੇਰਾ ਜਿਹੜਾ ਸਵਾਮੀ ਹੈ, ਇਹਨੂੰ ਤਾਂ ਸਮਝ ਹੀ ਨਹੀਂ ਹੈ। ਤੂੰ ਲੈ ਲੈ, ਤੇਰੇ ਕੰਮ ਆ ਜਾਊ। ਕੁਝ ਵੀ ਸੋਚਿਆ, ਕਿੱਦਾਂ ਵੀ ਕਰਿਆ ਨੇ, ਲੇਕਿਨ ਇਹ ਦੌੜਿਆ ਉਹਦੇ ਮਗਰ। ਫਿਰ ਅੱਗੇ ਸੋ ਗਿਹਾਜੀ ਸ਼ਤਾਬੀ ਨਾਲ ਨਮਾਨ ਦੇ ਮਗਰ ਗਿਆ। ਜਦ ਨਮਾਨ ਨੇ ਵੇਖਿਆ ਭਈ ਕੋਈ ਮੇਰੇ ਮਗਰ ਨਸਾ ਆਉਂਦਾ ਹੈ, ਤਾਂ ਉਹ ਉਸ ਨੂੰ ਮਿਲਣ ਲਈ ਆਪਣੇ ਰੱਥ ਤੋਂ ਉਤਰਿਆ ਔਰ ਬੋਲਿਆ, ਸੁੱਖ ਤਾਂ ਹੈ? ਉਸ ਨੇ ਆਖਿਆ, ਸਭ ਸੁੱਖ ਹੈ। ਮੇਰੇ ਸੁਆਮੀ ਨੇ ਆਖਣ ਲਈ ਮੈਨੂੰ ਘੱਲਿਆ ਹੈ ਕਿ ਵੇਖ, ਨਬੀਆਂ ਦੇ ਪੁੱਤਰਾਂ ਵਿੱਚੋਂ 2 ਜਵਾਨ ਇਬਰਾਹਿਮ ਦੇ ਪਹਾੜੀ ਦੇਸ਼ ਤੋਂ ਹੁਣੇ ਮੇਰੇ ਕੋਲ ਆਏ ਹਨ। ਉਹਨਾਂ ਲਈ 1 ਤੋੜਾ ਚਾਂਦੀ ਤੇ 2 ਜੋੜੇ ਵਸਤਰ ਦੇ ਦੇ। ਹਾਂ ਦੇਖੋ, ਇਹ ਦੌੜਿਆ ਔਰ ਜਾ ਕੇ ਮਿਲਿਆ ਉਹਨੂੰ। ਫਿਰ ਕੀ ਹੋਇਆ, ਜਾ ਕੇ ਝੂਠ ਬੋਲ ਰਿਹਾ ਉਹਦੇ ਅੱਗੇ। ਪਹਿਲਾਂ ਕੀ ਆਇਆ ਇਹਦੇ ਅੰਦਰ, ਪਹਿਲਾਂ ਲਾਲਚ ਆਇਆ ਇਹਦੇ ਅੰਦਰ। ਫਿਰ ਕੀ ਆ ਗਿਆ ਇਹਦੇ ਅੰਦਰ, ਫਿਰ ਝੂਠ ਬੋਲ ਰਿਹਾ। ਕਿਹਦੇ, ਦੂਜੇ ਪਰਸਨ ਦੇ ਅੱਗੇ, ਜਿਹਦੇ ਕੋਲੋਂ ਇਹ ਕੁਝ ਇੱਛਾ ਰੱਖ ਰਿਹਾ ਹੈਗਾ। ਹੁਣ ਦੇਖੋ ਮੈਂ ਸੇਵਕ ਦੀ ਗੱਲ ਕਰਾਂ, ਗਿਹਾਜੀ ਦੇ ਅੰਦਰ ਪਹਿਲਾਂ ਕੁਛ ਨਾ ਕੁਛ ਤਾਂ ਹੋਊਗਾ ਹੀ, ਝੂਠ ਦੀ ਆਤਮਾ ਹੋਊਗੀ, ਪਹਿਲਾਂ ਲਾਲਚ ਦੀ ਆਤਮਾ ਹੋਊਗੀ, ਜਾਂ ਕੁਝ ਵੀ ਹੋਊਗਾ। ਲੇਕਿਨ ਜਦੋਂ ਪਰਮੇਸ਼ਵਰ ਦੇ ਦਾਸ ਨਾਲ ਸੰਗਤੀ ਕਰੀ, ਪਰਮੇਸ਼ਵਰ ਦੇ ਦਾਸ ਨਾਲ ਰਿਹਾ, ਤਾਂ ਸਭ ਕੁਝ ਛੱਡ ਦਿੱਤਾ ਇਹਨੇ। ਹੁਣ ਦੇਖੋ ਵਾਪਸ ਇਹਦੇ ਅੰਦਰ ਉਹੀ ਆ ਗਿਆ। ਕੀ ਆ ਗਿਆ, ਪਹਿਲਾਂ ਤਾਂ ਹੁਸ਼ਿਆਰੀ ਆਈ ਇਹਦੇ ਅੰਦਰ, ਝੂਠ ਆਇਆ ਇਹਦੇ ਅੰਦਰ, ਲਾਲਚ ਆਇਆ ਇਹਦੇ ਅੰਦਰ,
ਹੁਣ ਜੋ ਸ਼ੈਤਾਨ ਦੀ ਆਤਮਾ ਜਾਂਦੀ ਹੈ ਨਾ, ਕਦੇ ਵੀ ਇੱਕ ਨਹੀਂ ਆਉਂਦੀ ਵਾਪਸ, ਉਹ ਢੇਰ ਸਾਰੀਆਂ ਆ ਜਾਂਦੀਆਂ ਨੇ, ਇਨਸਾਨ ਨੂੰ ਨਹੀਂ ਪਤਾ ਚੱਲਦਾ। ਫਿਰ ਜਾ ਕੇ ਕਹਿੰਦਾ ਕਿ ਮੇਰੇ ਸਵਾਮੀ ਨੂੰ ਲੋੜ ਹੈ, ਉਹਦੇ ਕੋਲ ਕੁਝ ਲੋਕ ਆ ਗਏ, ਉਹਨਾਂ ਨੂੰ ਕੁਝ ਚਾਹੀਦਾਗਾ। ਚਲੋ ਉਸ ਤੋਂ ਬਾਅਦ ਜੋ ਨਮਾਨ ਸੀਗਾ ਸੈਨਾਪਤੀ, ਜੋ ਚੰਗਾ ਹੋ ਚੁੱਕਿਆ ਸੀਗਾ, ਉਹ ਤਾਂ ਖੁਸ਼ ਸੀਗਾ, ਔਰ ਉਹ ਤਾਂ ਸੋਨਾ ਚਾਂਦੀ ਕੱਪੜੇ ਦੇਣ ਦੇ ਲਈ ਆਇਆ ਸੀਗਾ। ਉਹਨੇ ਕਿਹਾ ਲੈ ਜਾ ਤੂੰ, ਔਰ ਨਾਲ 2 ਬੰਦੇ ਭੇਜਦੇ। ਜਦੋਂ ਬੰਦੇ ਭੇਜਦੇ ਤਾਂ ਫਿਰ ਹੁਣ ਇਹਦੇ ਅੰਦਰ ਡਰ ਸੀਗਾ ਵੀ ਕਿਤੇ ਮੇਰੇ ਸਵਾਮੀ ਨੂੰ ਨਾ ਪਤਾ ਚੱਲ ਜਾਏ, ਬੰਦੇ ਨਾਲ ਆ ਰਹੇ ਨੇ। ਉਹਨੇ ਸਮਾਨ ਉੱਥੇ ਰਖਾ ਲਿਆ ਵੀ ਤੁਸੀਂ ਜਾਓ ਭਾਈ, ਮੈਂ ਆਪੇ ਚੱਕ ਕੇ ਲੈ ਜਾਊਂ। ਉਸ ਤੋਂ ਬਾਅਦ ਕੀ ਹੋਇਆ, ਉਹਦਾ ਗੇੜੇ ਗੂੜੇ ਕੱਢਦਾ ਹੋਊਗਾ ਅੱਗੇ ਪਿੱਛੇ, ਜਿਹੜੀ ਕੁਟੀਆਂ ਬਣਾਈ ਹੋਊਗੀ, ਗੇੜਾ ਗੂੜਾ ਕੱਢਦਾ ਇੱਧਰ ਜਾਂਦਾ ਹੋਊਗਾ, ਗੇੜਾ ਕੱਢਦਾ ਇੱਧਰ ਜਾਂਦਾ ਹੋਊਗਾ। ਕਿਉਂ? ਅੱਜ ਤਾਂ ਚਾਂਦੀ ਬਣ ਗਈ, ਅੱਜ ਤਾਂ ਬੱਲੇ ਬੱਲੇ ਹੋ ਗਈ, ਕੱਪੜੇ ਲਿਆਇਆ, ਸੋਨਾ ਲਿਆਇਆ, ਚਾਂਦੀ ਲਿਆਇਆ, ਔਰ ਅੰਦਰ ਡਰ ਵੀ ਉਹਦੇ, ਕਿਤੇ ਮੇਰੇ ਉਸਤਾਦ ਨੂੰ ਨਾ ਪਤਾ ਲੱਗ ਜਾਏ, ਕਿਤੇ ਮੇਰੇ ਸਵਾਮੀ ਨੂੰ ਨਾ ਪਤਾ ਲੱਗ ਜਾਏ। ਪੜੋ ਜਿਹੜਾ 25 ਵਚਨ। ਜਦੋਂ ਅੰਦਰ ਆ ਕੇ ਆਪਣੇ ਸਵਾਮੀ ਦੇ ਅੱਗੇ ਖਲੋਤਾ ਤਾਂ ਅਲੀਸ਼ਾ ਨੇ ਉਹਨੂੰ ਆਖਿਆ, ਜਹਾਜੀ ਤੂੰ ਕਿੱਥੋਂ ਆ ਰਿਹਾ ਹੈ? ਉਹ ਬੋਲਿਆ, ਤੇਰਾ ਬਾਲਕਾ ਇੱਧਰ ਉੱਧਰ ਕਿਤੇ ਨਹੀਂ ਗਿਆ। ਦੇਖੋ ਕੀ ਕਰ ਰਿਹਾਗਾ, ਜਦੋਂ ਆ ਗਿਆ ਸਵਾਮੀ ਦੇ ਸਾਹਮਣੇ ਖੜਾ ਹੋ ਗਿਆ, ਸਵਾਮੀ ਨੂੰ ਤਾਂ ਪਤਾ ਲੱਗ ਗਿਆ। ਉਹਨੇ ਪੁੱਛਿਆ, ਗਿਆ ਬੱਚੇ ਬੇਟੇ ਕਿੱਥੋਂ ਆਇਆ ਤੂੰ? ਹੁਣ ਦੇਖੋ ਬੜੀ ਹੁਸ਼ਿਆਰੀ ਨਾਲ ਉੱਤਰ ਦੇ ਰਿਹਾਗਾ। ਹੁੰਦਾ ਜ਼ਿਆਦਾਤਰ ਹੁਸ਼ਿਆਰੀ ਕਰਦੇ ਨੇ, ਹਾਲੇਲੂਇਆ ਹਾਲੇਲੂਇਆ। ਕੀ ਕਰਦੇ ਨੇ? ਹੁਸ਼ਿਆਰੀ ਕਰਦੇ ਨੇ। ਕੌਣ ਕਰਦੇ ਨੇ? ਦੂਜੇ ਲੋਕ ਕਰਦੇ ਨੇ, ਇੱਥੋਂ ਵਾਲੇ ਨਹੀਂ। ਇੱਥੋਂ ਵਾਲੇ ਬਹੁਤ ਸਮਝਦਾਰ ਨੇ। ਕਿਹਦੇ ਨਾਲ ਹੁਸ਼ਿਆਰੀ ਕਰਦੇ ਨੇ? ਉਸਤਾਦ ਨਾਲ। ਹੁਣ ਗਿਹਾਜੀ ਕੌਣ ਹੈ? ਇਹ ਤਾਂ ਚੇਲਾਗਾ। ਅਲੀਸ਼ਾ ਕੌਣ ਹੈ? ਉਹ ਤਾਂ ਉਸਤਾਦ ਹੈ, ਉਹ ਤਾਂ ਗੁਰੂ ਹੈ। ਉਹਨੇ ਪੁੱਛਿਆ, ਗਿਹਾ ਕਿੱਥੋਂ ਆਇਆਗਾ? ਉਹ ਕਹਿੰਦਾ ਸਮਝ, ਮੈਂ ਕਿੱਥੇ ਜਾਣਾਗਾ, ਮੈਂ ਤਾਂ ਇੱਥੇ ਹੀ ਸੀਗਾ। ਬੋਲੋ ਮੈਂ ਕੀ ਕਰਾਂ ਤੁਹਾਡੇ ਲਈ? ਦੱਸੋ ਤੁਸੀਂ ਮੈਨੂੰ, ਮੈਂ ਕੀ ਕਰਾਂ? ਮੈਂ ਤਾਂ ਇੱਥੇ ਹੀ ਸੀਗਾ। ਫਿਰ ਅੱਗੇ ਤਾਂ ਉਹਨੇ ਆਖਿਆ, ਜਦ ਉਹ ਮਨੁੱਖ ਤੈਨੂੰ ਮਿਲਣ ਲਈ ਆਪਣੇ ਰਥ ਤੋਂ ਮੁੜ ਆਇਆ ਤਾਂ ਕੀ ਮੇਰਾ ਮਨ ਤੇਰੇ ਨਾਲ ਨਹੀਂ ਸੀ? ਕੀ ਚਾਂਦੀ ਲੈਣ ਔਰ ਬਸਤਰ ਤੇ ਜੈਤੂਨ ਦੇ ਬਾਗਾਂ ਤੇ ਅੰਗੂਰੀ ਬਾਗਾਂ ਔਰ ਇਜੜਾਂ ਤੇ ਬੱਗਾਂ ਤੇ ਗੋਲੇ ਤੇ ਗੋਲੀਆਂ ਦੇ ਲੈਣ ਦਾ ਇਹੋ ਵੇਲਾ ਹੈ? ਇਸ ਲਈ ਨਮਾਨ ਦਾ ਕੋਟ ਤੈਨੂੰ ਤੇ ਤੇਰੀ ਅੱਖ ਨੂੰ ਸਦਾ ਤੱਕ ਲੱਗਾ ਰਹੇਗਾ। ਅਤੇ ਉਹ ਬਰਫ਼ ਵਰਗਾ ਚਿੱਟਾ ਕੋੜੀ ਹੋ ਕੇ ਉਹਦੇ ਅੱਗੇ ਚਲਿਆ ਗਿਆ। ਦੇਖੋ ਕੀ ਕਹਿ ਰਿਹਾ ਸਵਾਮੀ, ਗੁਰੂ, ਉਸਤਾਦ ਜੀ, ਮੈਂ ਕਿੱਥੇ ਜਾਣਾਗਾ, ਮੈਂ ਤਾਂ ਇੱਥੇ ਹੀ ਹਾਂ। ਤਾਂ ਕੀ ਕਿਹਾ ਉਸ ਉਸਤਾਦ ਨੇ? ਗਿਆ ਜਦੋਂ ਤੂੰ ਸਮਾਨ ਲੈਣ ਦੇ ਲਈ ਗਿਆ ਸੀਗਾ, ਕਿ ਮੇਰਾ ਮਨ ਤੇਰੇ ਨਾਲ ਨਹੀਂ ਸੀਗਾ? ਤੂੰ ਮੇਰੇ ਤੋਂ ਸਿੱਖ ਰਿਹਾਗਾ, ਮੇਰੇ ਨਾਲ ਰਹਿ ਰਿਹਾਗਾ, ਔਰ ਅੱਜ ਮੇਰੇ ਹਮੂਰੇ ਹੁਸ਼ਿਆਰੀ ਕਰ ਰਿਹਾਗਾ। ਦੇਖੋ ਕੀ ਹੋਇਆ, ਇੱਕ ਦਿਨ ਝੂਠ ਬੋਲਿਆ, ਇੱਕ ਦਿਨ ਦਾ ਲਾਲਚ ਆਇਆ, ਦੂਜਾ ਨੇ ਹੁਸ਼ਿਆਰੀ ਕਰ ਰਿਹਾਗਾ, ਚਲਾਕੀ ਕਰ ਰਿਹਾ, ਚਤਰਾਈ ਕਰ ਰਿਹਾਗਾ। ਕਿਹਦੇ ਨਾਲ? ਆਪਣੇ ਉਸਤਾਦ ਦੇ ਨਾਲ। ਫਿਰ ਦੇਖੋ ਕੀ ਕਿਹਾਗਾ ਕਿ ਜਿਹੜਾ ਕੋੜ ਨਮਾਨ ਦੇ ਕੋਲੋਂ ਚਲਾ ਗਿਆਗਾ, ਉਹ ਕੋੜ ਤੈਨੂੰ ਤੇ ਤੇਰੀ ਅੰਸ਼ ਨੂੰ ਲੱਗੇਗਾ। ਹੁਣ ਦੇਖੋ, ਇੱਕ ਚਲਾਕੀ, ਇੱਕ ਹੁਸ਼ਿਆਰੀ ਉਸਤਾਦ ਨਾਲ ਕਰਨੀ ਕਿੰਨੀ ਮਹਿੰਗੀ ਪੈ ਗਈ ਇਹਨੂੰ। ਫਿਰ ਨਾ ਤਾਂ ਸੋਨਾ ਕੰਮ ਆਇਆ, ਹੋ ਸਕਦਾ ਸੋਨਾ ਖਰਚ ਕੀਤਾ ਹੋਵੇ, ਮੇਰਾ ਇਲਾਜ ਹੋ ਜਾਏ, ਚਾਂਦੀ ਖਰਚ ਕੀਤੀ ਹੋਵੇ, ਮੇਰਾ ਇਲਾਜ ਹੋ ਜਾਏ। ਜਦੋਂ ਕੋੜੀ ਹੋ ਗਿਆਗਾ, ਕੱਪੜੇ ਵੀ ਕੰਮ ਦੇ ਨਹੀਂ ਆਏ ਇਹਦੇ, ਕੀ ਫਾਇਦਾ ਗਾ? ਇਹਦਾ ਕਾਰਨ ਕੀ ਹੈ ਕਿ ਆਪਣੇ ਉਸਤਾਦ ਨੂੰ ਕੀ ਸਮਝਿਆ ਨੇ? ਬੇਵਕੂਫ ਸਮਝਿਆ ਕਿ ਮੇਰਾ ਉਸਤਾਦ, ਉਹਨੂੰ ਕਿਹੜਾ ਪਤਾ ਚੱਲਣਾਗਾ, ਮੇਰਾ ਜਿਹੜਾ ਸਵਾਮੀ ਹੈ ਉਹਨੂੰ ਕੀ ਪਤਾ ਲੱਗਣਾਗਾ, ਉਹ ਤਾਂ ਕਿੱਥੇ ਹੈ, ਮੈਂ ਕਿੱਥੇ ਹੈ, ਮੈਂ ਜਾ ਕੇ ਹੁਣ ਜਾ ਕੇ ਲਿਆਉਣਾ ਜਾ ਕੇ। ਕਹਿਣ ਦਾ ਮਤਲਬ ਕਿ ਜੋ ਇਨਸਾਨ ਹੈ ਨਾ, ਉਹ ਗਲਤੀ ਇਹੀ ਕਰਦਾ ਹੈਗਾ। ਪਰਮੇਸ਼ਵਰ ਨੇ ਉਸਤਾਦ ਦਿੱਤਾਗਾ, ਪਰਮੇਸ਼ਵਰ ਨੇ ਸੇਵਕ ਦਿੱਤਾਗਾ, ਕਾਹਦੇ ਲਈ? ਕਿ ਉਹਦੀ ਅਧੀਨਤਾ ਵਿੱਚ ਰਹੇ, ਆਪਣੇ ਆਗੂਆਂ ਦੀ ਕੀ ਕਰ? ਆਗਿਆਕਾਰੀ ਕਰ, ਉਹਦੀ ਅਧੀਨਤਾ ਵਿੱਚ ਰਹੇ। ਅਗਰ ਤੈਨੂੰ ਜ਼ਰੂਰਤ ਹੈ, ਗਿਹਾ ਦੀ ਗੱਲ ਕਰਦਾ ਮੈਂ, ਤਾਂ ਤੇਰਾ ਸਵਾਮੀ ਤਾਂ ਜਾਣਦਾ ਹੀ ਹੈ ਤੈਨੂੰ ਜ਼ਰੂਰਤ ਹੈ, ਤਾਂ ਜਿਹਦੇ ਨਾਲ ਤੂੰ ਰਹਿ ਰਿਹਾਗਾ ਉਹ ਤੇਰੇ ਲਈ ਕੁਛ ਨਾ ਕੁਛ ਤਾਂ ਕਰੇਗਾ। ਲੇਕਿਨ ਨਹੀਂ, ਮੈਂ ਕੀ ਕਰਨਾਗਾ? ਮੈਂ ਤਾਂ ਆਪਣੀ ਮਰਜ਼ੀ ਨਾਲ ਅਮੀਰ ਹੋਣਾ ਚਾਹਣਾਗਾ, ਔਰ ਚਾਹੇ ਮੇਰੇ ਸਵਾਮੀ ਨੂੰ ਪਤਾ ਲੱਗੇ ਚਾਹੇ ਨਾ ਲੱਗੇ। ਮੇਰਾ ਸਵਾਮੀ ਕੀ ਹੈ, ਉਹਨੂੰ ਤਾਂ ਮਤਲਬ ਕੁਛ ਵੀ ਨਹੀਂ ਪਤਾ ਲੱਗਣਾ। ਇਸ ਕਰਕੇ ਉਹਨੇ ਕੀ ਕੀਤਾ? ਉਹ ਦੌੜਿਆ ਔਰ ਉਹ ਸਾਰਾ ਕੁਝ ਇਕੱਠਾ ਕਰ ਲਿਆ। ਔਰ ਦੇਖੋ ਜਿਹੜੀ ਹੁਸ਼ਿਆਰੀ ਕੀਤੀ, ਜਿਹੜੀ ਚਤਰਾਈ ਕੀਤੀ, ਜਿਹੜਾ ਆਪਣੇ ਉਸਤਾਦ ਨਾਲ ਉਹਨੇ ਮਤਲਬ ਗੜਬੜੀ ਕੀਤੀ, ਉਹਦੇ ਕਿਸੇ ਵੀ ਕੰਮ ਦੀ ਨਹੀਂ ਆਈ। ਫਿਰ ਇਸੇ ਤਰ੍ਹਾਂ ਜੋ ਇਜ਼ਰਾਈਲ ਪਰਜਾ ਗਈ, ਇਜ਼ਰਾਈਲ ਪਰਜਾ ਦੇ ਵਿੱਚ ਕੀ ਹੋਇਆ ਕਿ ਜੋ ਜ਼ਿੰਮੇਵਾਰੀ ਯਹੋਸ਼ੂਆ ਉੱਪਰ ਪਈ ਹੋਈ ਸੀਗੀ, ਯਰੀਹੋ ਨੂੰ ਜਿੱਤ ਚੁੱਕੇ ਸੀਗੇ,
ਜਰੀਹੋ ਦੇ ਲਈ ਪਰਮੇਸ਼ਵਰ ਨੇ ਗੱਲ ਕਹੀ ਸੀ ਕਿ ਜਿੰਨਾ ਕੁਝ ਵੀ ਤੁਹਾਨੂੰ ਮਿਲੇ ਉਹ ਸਾਰਾ ਤੁਸੀਂ ਯਹੋਵਾ ਦੇ ਲਈ ਅਰਪਣ ਕਰ ਦਿਓ, ਕੁਝ ਵੀ ਨਹੀਂ ਰੱਖਣਾ। ਲੇਕਿਨ ਉੱਥੇ ਇੱਕ ਇਨਸਾਨ ਸੀਗਾ, ਕੌਣ ਸੀਗਾ? ਅਕਾਨ। ਉਹਨੇ ਉਹਨਾਂ ਚੀਜ਼ਾਂ ਵਿੱਚ ਕੁਝ ਰੱਖ ਲਿਆ ਆਪਣੇ ਕੋਲ। ਫਿਰ ਇੱਕ ਅਈ ਨਾਮ ਦਾ ਦੇਸ਼ ਸੀਗਾ ਜਿੱਥੇ ਲੜਾਈ ਕਰਨ ਦੇ ਲਈ ਗਏ, ਉੱਥੋਂ ਹਾਰ ਕੇ ਆ ਗਏ। ਹੁਣ ਦੇਖੋ, ਜੋ ਪਰਮੇਸ਼ਰ ਦਾ ਦਾਸ ਹੈ ਉਹਦਾ ਕਨੈਕਸ਼ਨ ਕਿੱਥੇ ਹੈ? ਉਹਦਾ ਪਰਮੇਸ਼ਰ ਨਾਲ ਕਨੈਕਸ਼ਨ ਹੈ। ਬਹਿ ਗਿਆ ਪਰਮੇਸ਼ਰ ਦੇ ਚਰਨਾਂ 'ਚ, ਪੈ ਗਿਆ ਮੂੰਹ ਦਾ ਪਰਮੇਸ਼ਰ ਅੱਗੇ, ਪਰਮੇਸ਼ਰ ਦੱਸ ਮੈਨੂੰ ਅਸੀਂ ਕਿਉਂ ਹਾਰ ਗਏ? ਹੁਣ ਉੱਥੇ ਕੋਈ 2 5 10 ਲੋਕ ਨਹੀਂ ਸੀਗੇ, ਲੱਖਾਂ ਦੇ ਹਿਸਾਬ ਦੀ ਗਿਣਤੀ ਸੀ ਉੱਥੇ। ਔਰ ਲੱਖਾਂ ਦੇ ਵਿੱਚ ਕੀ ਹੋਇਆ ਕਿ ਉਹਨੂੰ ਇਦਾਂ ਸੀਗਾ ਕਿ ਕਿਹੜਾ ਕੋਈ ਮੈਨੂੰ ਦੇਖਦਾਗਾ, ਮੇਰੇ ਉਸਤਾਦ ਨੂੰ ਕਿਹੜਾ ਪਤਾ ਚੱਲਣਾਗਾ, ਜਾਂ ਮੇਰਾ ਜਿਹੜਾ ਗੁਰੂ ਉਹਨੂੰ ਕਿਹੜਾ ਪਤਾ ਲੱਗਣਾਗਾ, ਕੋਈ ਬਾਤ ਨਹੀਂ ਤੂੰ ਕਰ। ਉਹਨੇ ਕਰਿਆ ਵੀ। ਤਾਂ ਉਸ ਤੋਂ ਬਾਅਦ ਕੀ ਹੋਇਆ? ਵਚਨ ਪੜ੍ਹੋ ਮੇਰੇ ਨਾਲ, ਯਹੋਸ਼ੂਆ ਉਹਦਾ 10 ਅਧਿਆਇ 7 ਅਧਿਆਇ। ਯਹੋਸ਼ੂਆ 7 ਅਧਿਆਇ ਉਹਦਾ 10 ਵਚਨ ਪੜ੍ਹੋ। ਤਾਂ ਯਹੋਵਾ ਨੇ ਯਹੋਸ਼ੂਆ ਨੂੰ ਆਖਿਆ, ਉੱਠ ਖਲੋ, ਤੂੰ ਕਿਉਂ ਮੂੰਹ ਭਰਨੇ ਪਿਆ ਹੈ? ਹਾਂ, ਇਸਰਾਇਲ ਨੇ ਪਾਪ ਕੀਤਾ ਹੈ। ਹੂੰ। ਹਾਂ, ਉਹਨਾਂ ਨੇ ਮੇਰੇ ਨੇਮ ਦਾ ਜਿਹੜਾ ਉਹਨਾਂ ਨੂੰ ਹੁਕਮ ਦਿੱਤਾ ਸੀ ਉਲੰਘਣ ਕੀਤਾ ਹੈ। ਹਾਂ, ਉਹਨਾਂ ਨੇ ਮਨਸੀਆਂ ਹੋਈਆਂ ਚੀਜ਼ਾਂ ਵਿੱਚ ਕੁਝ ਲੈ ਲਈਆਂ ਹਨ ਅਤੇ ਚੁਰਾ ਲਈਆਂ ਹਨ ਅਤੇ ਧੋਖਾ ਵੀ ਕੀਤਾ ਹੈ ਅਤੇ ਆਪਣੇ ਨਿੱਕ ਸੁੱਕ ਵਿੱਚ ਰਲਾ ਲਈਆਂ ਹਨ। ਦੇਖੋ ਕਿੰਨਾ ਕੁਝ ਪਰਮੇਸ਼ਰ ਨੇ ਦੱਸਿਆਗਾ। ਧੋਖਾ ਕੀਤਾਗਾ, ਆਪਣੇ ਮਨ ਦੀਆਂ ਚੀਜ਼ਾਂ ਵਿੱਚ ਕੁਝ ਰੱਖ ਲਿਆ ਉਹਨੇ। ਔਰ ਕੀ ਕੀਤਾ? ਉਹਨੇ ਧੋਖਾ ਵੀ ਕੀਤਾਗਾ। ਕਰਿਆ ਤੇ ਕਿਨੇ ਸੀਗਾ, ਲੇਕਿਨ ਹਾਰਨਾ ਸਾਰਿਆਂ ਨੂੰ ਪੈ ਗਿਆ। ਤਾਂ ਪਰਮੇਸ਼ਵਰ ਨੇ ਯਹੋਸ਼ੂਆ ਨਾਲ ਗੱਲ ਕਰੀ, ਦੇਖ ਮੈਂ ਤੈਨੂੰ ਦੱਸਦਾ ਕੌਣ ਇਨਸਾਨ ਹੈ। ਉਸ ਤੋਂ ਬਾਅਦ ਪਰਮੇਸ਼ਵਰ ਨੇ ਸਾਰੀ ਗੱਲ ਦੱਸੀ ਕਿ ਜਿਹੜੇ ਗੋਤਰ ਨੇ ਉਹਨਾਂ ਵਿੱਚੋਂ, ਫਿਰ ਜਿਹੜੇ ਉਹਨਾਂ ਦੇ ਮੇਨ ਸੀਗੇ ਉਹਨਾਂ ਵਿੱਚੋਂ, ਅੱਗੇ ਉਹਨਾਂ ਦੇ ਅੰਸ਼ ਵਿੱਚੋਂ ਕਰਦੇ 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 ਕੀ ਹੋਇਆ? ਇੱਕ ਨਾਮ ਸੀਗਾ ਜੋ ਪਕੜਿਆ ਗਿਆ। ਉਹਦਾ ਨਾਮ ਕੀ ਸੀਗਾ? ਅਕਾਨ। ਜਦੋਂ ਅਕਾਨ ਪਕੜਿਆ ਗਿਆ ਤਾਂ ਫਿਰ ਉਹਦੇ ਲਈ ਪੜ੍ਹੋ ਮੇਰੇ ਨਾਲ ਤੁਸੀਂ 21 ਵਚਨ। ਮੈਂ ਲੁੱਟ ਵਿੱਚ ਇੱਕ ਸ਼ਨਾਰ ਦੇ ਦਾ ਸੋਨਾ ਚੋਗਾ ਡੱਠਾ ਅਤੇ 200 ਰੁਪਏ ਚਾਂਦੀ ਅਤੇ 50 ਤੋਲਾ ਤੋਲ ਵਿੱਚ ਸੋਨੇ ਦੀ ਇੱਕ ਇੱਟ, ਤਾਂ ਮੈਨੂੰ ਲੋਭ ਆ ਗਿਆ ਅਤੇ ਮੈਂ ਉਹਨਾਂ ਨੂੰ ਚੁੱਕ ਲਿਆ ਅਤੇ ਵੇਖੋ ਉਹ ਤੰਬੂ ਦੇ ਵਿਚਕਾਰ ਧਰਤੀ ਵਿੱਚ ਦੱਬੇ ਹੋਏ ਹਨ ਅਤੇ ਚਾਂਦੀ ਉਸ ਦੇ ਹੇਠ ਹੈ। ਦੇਖੋ ਕੀ ਹੈ ਕਿ ਮੈਨੂੰ ਲੋਭ ਆ ਗਿਆ। ਮੈਨੂੰ ਕੀ ਆ ਗਿਆ? ਮੈਨੂੰ ਲਾਲਚ ਆ ਗਿਆ। ਜਦ ਕਿ ਨਿਕਲਿਆ ਕਿੱਥੋਂ ਸੀਗਾ? ਨਿਕਲਿਆ ਗੁਲਾਮੀ ਵਿੱਚੋਂ ਸੀਗਾ। ਨਿਕਲਿਆ ਕਿੱਥੋਂ ਸੀਗਾ? ਉਹ ਤਾਂ ਫਿਰੌਨ ਦੀ ਗੁਲਾਮੀ ਸੀਗੀ, ਜਿਹੜੀ ਮਤਲਬ ਸ਼ੈਤਾਨ ਦੀ ਗੁਲਾਮੀ ਵਿੱਚੋਂ ਇਨਸਾਨ ਨਿਕਲਦਾ ਨਾ, ਤਾਂ ਇਨਸਾਨ ਉਦੋਂ ਗੜਬੜੀ ਕਰਦਾਗਾ, ਉਦੋਂ ਉਹ ਹੋਸ਼ਿਆਰੀ ਕਰਦਾਗਾ, ਉਦੋਂ ਉਹ ਚਤਰਾਈ ਕਰਦਾਗਾ, ਉਦੋਂ ਉਹ ਲਾਲਚੀ ਹੋ ਜਾਂਦਾਗਾ, ਉਦੋਂ ਉਹਦਾ ਮਨ ਕੀ ਹੈ? ਬੇਈਮਾਨੀ ਕਰਦਾਗਾ। ਹੁਣ ਇਹਨੇ ਵੀ ਕੀ ਕੀਤੀ? ਇਹਨੇ ਸੇਵਕ ਨਾਲ ਇਹੀ ਗੱਲ ਕਰੀ। ਕੀ ਕਰਿਆ ਸੀਗਾ? ਆਪਣੇ ਆਪ ਨੂੰ ਇਸ ਨੇ ਸੋਚਿਆ ਵੀ ਮੈਨੂੰ ਕਿਹੜਾ ਕੋਈ ਦੇਖਦਾਗਾ। ਤਾਂ ਫਿਰ ਦੇਖੋ ਇਹ ਵੀ ਫਸ ਗਿਆ। ਕੀ ਨਾਲ ਧੋਖਾ ਕਰ ਰਿਹਾਗਾ? ਆਪਣੇ ਉਸਤਾਦ ਨਾਲ, ਆਪਣੇ ਸੇਵਕ ਨਾਲ, ਆਪਣੇ ਗੁਰੂ ਨਾਲ ਧੋਖਾ ਕਰ ਰਿਹਾਗਾ। ਔਰ ਫਸਿਆ। ਉਸ ਤੋਂ ਬਾਅਦ ਕੀ ਹੈ? ਇਹਨੂੰ ਮਰਨਾ ਪਿਆ। ਨਾ ਸੋਨਾ ਕੰਮ ਦਾ, ਨਾ ਚਾਂਦੀ ਕੰਮ ਦੀ, ਤੇ ਜਿਹੜਾ ਕੱਪੜਾ ਸੀਗਾ ਉਹ ਵੀ ਕੰਮ ਦਾ ਨਹੀਂ। ਤਾਂ ਅੱਜ ਕੀ ਹੈ? ਜ਼ਿਆਦਾਤਰ ਲੋਕ ਇਹੀ ਗੜਬੜੀ ਕਰ ਰਹੇ ਨੇ। ਪਰਮੇਸ਼ਵਰ ਨੇ ਕੀ ਕਿਹਾ ਕਿ ਆਪਣੇ ਆਗੂਆਂ ਦੇ ਕੀ ਰਹੋ? ਅਧੀਨ ਰਹੋ, ਉਹਨਾਂ ਦੀ ਅਧੀਨਤਾ ਵਿੱਚ ਰਹੋ। ਤਾਂ ਸਹੀ ਦੇ ਵਿੱਚ ਕੀ ਅਧੀਨਤਾ ਵਿੱਚ ਰਹਿ ਸਕਦੇ ਹੋ? ਅਧੀਨਤਾ ਵਿੱਚ ਰਹਿ ਕੇ ਕੀ ਹੈ? ਜੀਵਨ ਹੈ। ਅਧੀਨਤਾ ਵਿੱਚੋਂ ਬਾਹਰ ਜਾਓਗੇ ਨਾ ਤਾਂ ਪੱਕੀ ਮੌਤ ਹੈ। ਹੋ ਸਕਦਾ ਤੁਹਾਨੂੰ 2-4 ਮਹੀਨੇ ਲਈ, 6 ਮਹੀਨੇ ਦੇ ਲਈ ਤੁਹਾਨੂੰ ਲੱਗੇ ਕਿ ਅਸੀਂ ਚੰਗਾ ਕਰ ਰਹੇ ਹਾਂ, ਅਸੀਂ ਜੀਵਨ ਸੁਖੀ ਜੀ ਰਹੇ ਹਾਂ, ਲੇਕਿਨ ਦੇਖੋ ਜਿਹੜੇ ਜਿਹੜੇ ਲੋਕਾਂ ਨੂੰ ਆਪਾਂ ਦੇਖ ਰਹੇ ਹਾਂ ਉਹਨਾਂ ਨੂੰ ਮਰਨਾ ਪਿਆ, ਉਹਨਾਂ ਦਾ ਨਾਸ ਹੋਇਆਗਾ। ਕਿਉਂ? ਕਿਉਂਕਿ ਸੇਵਕ ਦੀ ਅਧੀਨਤਾ ਵਿੱਚੋਂ ਕੀ ਸੀਗੇ? ਉਹ ਲੋਕ ਬਾਹਰ ਜਾ ਰਹੇ ਸੀਗੇ, ਉਹ ਲੋਕ ਬਾਹਰ ਜਾ ਰਹੇ ਸੀਗੇ। ਅੰਦਰ ਲਾਲਚ ਆ ਗਿਆ। ਹੁਣ ਲਾਲਚ ਆਇਆ ਤੇ ਲਾਲਚ ਨਾਲ ਕੀ ਸੀਗਾ? ਧੋਖਾ ਵੀ ਆ ਗਿਆ। ਲਾਲਚ ਆਇਆ ਨਾਲ ਝੂਠ ਵੀ ਆ ਗਿਆ। ਝੂਠ ਆ ਗਿਆ ਨਾਲ ਕੀ ਹੈ? ਹੁਸ਼ਿਆਰੀ ਵੀ ਆ ਗਈ, ਚਤਰਾਈ ਵੀ ਆ ਗਈ। ਜਦ ਇਨਸਾਨ ਦੇ ਅੰਦਰ ਇੱਕ ਦੁਸ਼ਟ ਆਤਮਾ ਨਿਕਲਦਾ ਨਾ, ਤਾਂ ਫਿਰ ਉਹਦੇ ਨਾਲ ਬਹੁਤ ਸਾਰੀਆਂ ਆ ਜਾਂਦੀਆਂ ਨੇ ਅਗਰ ਇਨਸਾਨ ਗੜਬੜੀ ਕਰੇ। ਹੁਣ ਦੇਖੋ ਇਹਨਾਂ ਨੂੰ ਧੋਖਾ ਵੀ ਦਿੱਤਾ, ਚਤਰਾਈ ਵੀ ਕੀਤੀ, ਝੂਠ ਵੀ ਬੋਲਿਆ, ਲਾਲਚ ਵੀ ਕੀਤਾ, ਸਭ ਕੁਝ ਕੀਤਾ ਇਹਨਾਂ ਨੇ। ਇੱਕ ਵਾਰ ਕੋਈ ਇਨਸਾਨ ਸੀਗਾ, ਉਸ ਇਨਸਾਨ ਨੂੰ ਕਿਸੇ ਨੇ ਆਪਣੇ ਘਰੇ ਬੁਲਾਇਆ ਖਾਣੇ ਦੇ ਲਈ, ਵੀ ਮੇਰੇ ਘਰੇ ਖਾਣਾ ਰੱਖਿਆਗਾ, ਆਇਓ ਤੁਸੀਂ। ਹੁਣ ਉਹ ਇਨਸਾਨ ਚਲਾ ਗਿਆ ਤਾਂ ਇਨਸਾਨ ਨੇ ਕਾਫੀ ਕੁਝ ਬਣਾਇਆ ਸੀਗਾ, ਖੀਰ, ਕਈ ਤਰ੍ਹਾਂ ਦੀਆਂ ਸਬਜ਼ੀਆਂ, ਕਈ ਤਰ੍ਹਾਂ ਦੇ ਪਕਵਾਨ ਬਣਾਏ ਉਹਨੇ। ਤਾਂ ਉਹ ਇਨਸਾਨ ਖਾ ਰਿਹਾ ਸੀਗਾ। ਤਾਂ ਉਹਨਾਂ ਨੇ ਕਿਹਾ ਵੀ ਦੇਖੋ ਅਸੀਂ ਤੁਹਾਡੇ ਲਈ ਮਤਲਬ ਹਲਵਾ ਬਣਾਇਆਗਾ, ਹਲਵਾ ਵੀ ਖਾਣਾਗਾ। ਹੁਣ ਉਹ ਇਨਸਾਨ ਸੋਚਿਆ ਇੰਨਾ ਮਤਲਬ ਟੇਸਟੀ ਖਾਣਾਗਾ, ਇੰਨਾ ਟੇਸਟੀ ਖਾਣਾ ਬਣਾਏਗਾ,
ਹਲਵਾ ਕੀ ਖਾਣਾ ਛੱਡ ਪਰੇ। ਲੇਕਿਨ ਉਹ ਲੋਕ ਜਿਨ੍ਹਾਂ ਨੂੰ ਬੁਲਾਇਆ ਸੀਗਾ ਉਹ ਕੋਲ ਬੈਠੇ ਸੀਗੇ, ਉਹ ਕਹਿੰਦੇ ਨਹੀਂ ਤੁਸੀਂ ਖਾਓ, ਹਲਵਾ ਖਾਓ, ਅਸੀਂ ਬਣਾਇਆਗਾ, ਬਹੁਤ ਟੇਸਟੀ ਹੈ। ਉਹਨੇ ਹੁਣ ਉਹਦਾ ਮਨ ਨਹੀਂ ਸੀਗਾ ਖਾਣ ਨੂੰ, ਉਹਨੂੰ ਮਨ ਨਹੀਂ ਸੀਗਾ ਖਾਣ ਨੂੰ। ਉਹਨੇ ਕੀ ਕਿਹਾ, ਤੁਸੀਂ ਇੱਦਾਂ ਕਰਿਓ, ਅਗਰ ਹਲਵਾ ਦੇਣਾ ਨੂੰ ਨਾ ਨਿੰਬੂ ਜਿਹਾ ਦਿਓ। ਨਿੰਬੂ ਕਿੰਨਾ ਕੁ ਹੁੰਦਾ ਗਾ? ਨਿੰਬੂ ਕਿੰਨਾ ਕੁ ਹੁੰਦਾ? ਮਤਲਬ ਕਹਿੰਦਾ ਮੈਂ ਇੰਨਾ ਕੁ ਸਾਰਾ ਦਿਓ। ਹੁਣ ਚਲੋ ਜੋ ਘਰ ਦੇ ਮਾਲਕ ਸੀਗੇ ਜਿਨ੍ਹਾਂ ਨੇ ਬੁਲਾਇਆ ਸੀ ਖਾਣੇ ਦੇ ਲਈ, ਉਹਨਾਂ ਨੇ ਪਰਾਇਆ ਚਮਚਾ ਇੰਨਾ ਕੁ ਸਾਰਾ ਦੇਤਾ। ਹੁਣ ਜਦੋਂ ਉਹਦੇ ਕੋਲੀ ਚ ਆਇਆ ਜਾਂ ਉਹਦੀ ਮਤਲਬ ਥਾਲੀ ਚ ਆਇਆ ਤਾਂ ਉਹਨੇ ਦੇਖਿਆ ਚਮਚੇ ਦੇ ਨਾਲ ਉਹਦੇ ਵਿੱਚ ਕਾਜੂ ਸੀਗੇ, ਉਹਦੇ ਵਿੱਚ ਪਿਸਤਾ ਸੀਗਾ, ਬਦਾਮ ਸੀਗੇ, ਕਾਫੀ ਕੁਛ ਸੀਗਾ। ਉਹ ਬੜਾ ਪਛਤਾਇਆ ਜਦੋਂ ਮੈਂ ਗਲਤੀ ਕਰ ਬੈਠਿਆ। ਮੈਨੂੰ ਤਾਂ ਕਹਿਣਾ ਸੀ ਮੈਂ ਵੱਧ ਖਾਣਾ ਸੀਗਾ, ਲੇਕਿਨ ਕਰਾਂ ਕੀ ਮੈਂ ਹੁਣ? ਮੈਨੂੰ ਤਾਂ ਹੋਰ ਚਾਹੀਦਾ ਗਾ, ਹੁਣ ਮੈਂ ਮੰਗ ਵੀ ਨਹੀਂ ਸਕਦਾ ਇਹਨਾਂ ਕੋਲੋਂ। ਉਹਨੇ ਕਿਹਾ ਤੁਹਾਡੇ ਨਿੰਬੂ ਇੰਨੇ ਹੁੰਦੇ ਨੇ, ਸਾਡੇ ਤਾਂ ਉੱਧਰ ਜਿਹੜਾ ਸੇਬ ਹੁੰਦਾ ਐਡਾ ਵੱਡਾ ਨਿੰਬੂ ਹੁੰਦਾ ਗਾ। ਮਤਲਬ ਜਿਹੜਾ ਸੇਬ ਆ ਨਾ ਐਡਾ ਸਾਡੇ ਨਿੰਬੂ ਹੁੰਦਾ ਗਾ, ਤੇ ਤੁਹਾਡੇ ਛੋਟੇ ਛੋਟੇ ਨਿੰਬੂ ਨੇ। ਕਹਿਣ ਦਾ ਮਤਲਬ ਮੈਨੂੰ ਤਾਂ ਜ਼ਿਆਦਾ ਚਾਹੀਦਾ ਹੈਗਾ। ਹੁਣ ਦੇਖੋ ਲਾਲਚ ਵੀ ਆਇਆ ਤੇ ਨਾਲ ਕੀ ਕਰ ਰਿਹਾ ਹੈਗਾ, ਝੂਠ। ਹੁਣ ਕਿਹਨੇ ਦੇਖਿਆ ਸੇਬ ਦੇ ਨਾਲ ਨਿੰਬੂ? ਦੇਖਿਆ ਕਿਸੇ ਨੇ? ਲੇਕਿਨ ਉਹ ਝੂਠ ਬੋਲ ਰਿਹਾ ਹੈਗਾ। ਕਹਿਣ ਦਾ ਮਤਲਬ ਕੀ ਕਿ ਜਦੋਂ ਇਨਸਾਨ ਦੇ ਅੰਦਰ ਲਾਲਚ ਆਉਂਦਾ ਨਾ ਤਾਂ ਇਨਸਾਨ ਝੂਠ ਪੱਕਾ ਬੋਲਦਾ ਹੈਗਾ, ਔਰ ਉਹ ਜ਼ਿਆਦਾ ਚਤਰਾਈ ਕਰਦਾ ਹੈਗਾ, ਜ਼ਿਆਦਾ ਚਤਰਾਈ ਕਰਦਾ ਹੈਗਾ। ਔਰ ਚਤਰਾਈ ਨਾਲ ਕੀ ਇਨਸਾਨ ਉਹ ਫਸ ਜਾਂਦਾ ਹੈਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੇਖੋ ਪਰਮੇਸ਼ਵਰ ਇਨਸਾਨ ਨੂੰ ਸੇਵਕ ਦਿੰਦੇ ਨੇ, ਕਾਹਦੇ ਲਈ? ਕਿਉਂਕਿ ਉਹਨੂੰ ਬਚਾਵੇ। ਲੇਕਿਨ ਜ਼ਿਆਦਾਤਰ ਇਨਸਾਨ ਕੀ ਹੈ, ਉਹ ਸੇਵਕ ਨਾਲ ਕੀ ਕਰਦਾ ਹੈਗਾ? ਚਤਰਾਈ ਕਰਦਾ ਹੈਗਾ। ਸੇਵਕ ਨਾਲ ਕੀ ਕਰਦਾ ਹੈਗਾ? ਉਹ ਹੁਸ਼ਿਆਰੀ ਕਰਦਾ ਹੈਗਾ। ਔਰ ਯਕੀਨ ਕਰੋ ਜਿਹਨੇ ਜਿਹਨੇ ਚਤਰਾਈ ਕਰੀ ਹੈ ਨਾ, ਜਿਹਨੇ ਹੁਸ਼ਿਆਰੀ ਕਰੀ ਹੈ, ਉਹ ਖੁਦ ਫਸਿਆਗਾ, ਖੁਦ ਫਸਿਆਗਾ। ਕਦੇ ਵੀ ਸੇਵਕ ਨਹੀਂ ਫਸਿਆ, ਕਦੇ ਵੀ ਪਰਮੇਸ਼ਰ ਦਾਸ ਨਹੀਂ ਫਸਦਾ। ਫਸਦਾ ਕੌਣ ਹੈ? ਉਹੀ ਜਨ ਫਸਦਾ ਗਾ ਜਿਹੜਾ ਪਰਮੇਸ਼ਰ ਦਾਸ ਨਾਲ ਹੁਸ਼ਿਆਰੀ ਕਰਦਾ ਗਾ, ਜਿਹੜਾ ਪਰਮੇਸ਼ਰ ਦਾਸ ਨਾਲ ਕੀ ਕਰਦਾ ਗਾ? ਉਹ ਚਤਰਾਈ ਕਰਦਾ ਗਾ। ਕਿਉਂਕਿ ਪਰਮੇਸ਼ਰ ਦਾਸ ਕੀ ਹੈ? ਉਹ ਤਾਂ ਸੱਚੇ ਮਨ ਨਾਲ ਮਿਹਨਤ ਕਰ ਰਿਹਾ ਗਾ। ਉਹਨੂੰ ਜੋ ਕੰਮ ਪਰਮੇਸ਼ਰ ਨੇ ਦਿੱਤਾ ਗਾ, ਪਰਮੇਸ਼ਰ ਦਾ ਦਾਸ ਤਾਂ ਉਹ ਕੰਮ ਕਰ ਰਿਹਾ ਗਾ। ਲੇਕਿਨ ਵਿਸ਼ਵਾਸੀ ਕੀ ਕਰ ਰਿਹਾ ਗਾ? ਸਾਹਮਣੇ ਵਾਲਾ ਜੋ ਚੇਲਾ ਗਾ ਉਹ ਕੀ ਕਰ ਰਿਹਾ ਗਾ? ਗੁਰੂ ਤਾਂ ਆਪਣਾ ਕੰਮ ਕਰ ਰਿਹਾ, ਉਸਤਾਦ ਤਾਂ ਆਪਣਾ ਕੰਮ ਕਰ ਰਿਹਾ ਗਾ। ਲੇਕਿਨ ਜੋ ਵਿਸ਼ਵਾਸੀ ਹੈ ਉਹ ਜ਼ਿਆਦਾ ਚਤਰਾਈ ਕਰਦਾ ਗਾ। ਉਹਨੂੰ ਤਾਂ ਏਦਾਂ ਅਸੀਂ ਜ਼ਿਆਦਾ ਪੜ੍ਹੇ ਲਿਖੇ ਹਾਂ, ਸਾਡੇ ਕੋਲ ਜ਼ਿਆਦਾ ਗਿਆਨ ਹੈ, ਸਾਨੂੰ ਜ਼ਿਆਦਾ ਨੌਲੇਜ ਹੈ, ਸਾਡੇ ਸੇਵਕ ਨੂੰ ਕਿੱਥੇ ਪਤਾ ਹੈਗਾ। ਲੇਕਿਨ ਸਹੀ ਦੇ ਵਿੱਚ ਇਨਸਾਨ ਕੀ ਹੈ? ਉਹ ਇਹੀ ਗੜਬੜੀ ਕਰਦਾ ਹੈਗਾ। ਇਹ ਗੜਬੜੀ ਕੋਈ ਅੱਜ ਦੇ ਸੇਵਕਾਂ ਨਾਲ ਥੋੜੀ ਹੁੰਦੀ ਹੈ, ਇਹ ਤਾਂ ਪ੍ਰਭੂ ਯਿਸੂ ਮਸੀਹ ਨਾਲ ਵੀ ਹੋਈ। ਇੱਕ ਵਚਨ ਪੜ੍ਹੋ ਮੇਰੇ ਨਾਲ, ਮੱਤੀ ਉਹਦਾ 26 ਲਿਆਏ, ਉਹਦਾ 14, 15, 16, ਮੱਤੀ 26। ਉਹਨਾਂ 12 ਵਿੱਚੋਂ ਇੱਕ ਨੇ ਜਿਹਦਾ ਨਾਮ ਯਹੂਦਾ ਇਸਕਰਿਓਤੀ ਸੀ, ਪ੍ਰਧਾਨ ਜਾਤਕਾਂ ਕੋਲ ਜਾ ਕੇ ਆਖਿਆ, ਜੇ ਮੈਂ ਉਹਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ? ਤਾਂ ਉਹਨਾਂ ਉਸ ਨੂੰ 30 ਰੁਪਏ ਤੋਲ ਦਿੱਤੇ। ਬਸ ਦੇਖੋ ਸੁਣੋ, ਪੜ੍ਹ ਦੋ। ਅਤੇ ਉਸੇ ਵੇਲੇ ਉਹਦੇ ਫੜਵਾਉਣ ਦਾ ਦਾਅ ਲੱਭਦਾ ਸੀ। ਹੁਣ ਇਹ ਚੇਲਾ ਗਾ, ਬੜਾ ਵਧੀਆ ਚੇਲਾ ਇਹ। ਕੀ ਨਾਮ ਇਹਦਾ? ਯਹੂਦਾ ਇਸਕਰਿਓਤੀ। ਹੁਣ ਇਹ ਕੌਣ ਸੀਗਾ? ਇਹਦੇ ਕੋਲ ਥੈਲੀ ਰਹਿੰਦੀ ਸੀਗੀ। ਕੀ ਸੀ ਇਹਦੇ ਕੋਲ? ਹਾਲੇਲੂਇਆ। ਇਹਦੇ ਕੋਲ ਕੀ ਸੀਗੀ? ਥੈਲੀ। ਮਤਲਬ ਕਿ ਜਿੰਨਾ ਵੀ ਪੈਸਾ ਜੋ ਵੀ ਹੁੰਦਾ ਸੀਗਾ ਉਹ ਇਹਦੇ ਦੇਖਭਾਲ ਦੇ ਵਿੱਚ ਸੀਗਾ, ਉਹਦੀ ਦੇਖਭਾਲ ਦੇ ਵਿੱਚ ਸੀਗਾ। ਲੇਕਿਨ ਹੋਇਆ ਕੀ? ਹਾਲੇਲੂਇਆ। ਇੱਕ ਵਾਰ ਫਿਰ ਪੜੋ ਜਿਹਨੂੰ। ਤਾਂ ਉਹਨਾਂ ਵਿੱਚ 12 ਵਿੱਚੋਂ ਇੱਕ ਨੇ ਜਿਹਦਾ ਨਾਮ ਯਹੂਦਾ ਇਸਕਰਿਓਤੀ ਸੀ, ਪ੍ਰਧਾਨ ਜਾਜਕਾਂ ਕੋਲ ਜਾ ਕੇ ਆਖਿਆ। ਦੇਖੋ ਖੁਦ ਜਾ ਰਿਹਾ ਗਾ ਇਹ, ਕਿਹਦੇ ਕੋਲ? ਪ੍ਰਧਾਨ ਜਾਜਕਾਂ ਕੋਲ ਜਾ ਰਿਹਾ ਹੈ। ਔਰ ਕੀ ਕਰੇ ਜਾ ਕੇ? ਜੇ ਮੈਂ ਉਹਨੂੰ ਤੁਹਾਡੇ ਹੱਥੋਂ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ? ਦੇਖੋ ਪ੍ਰਭੂ ਯਿਸੂ ਮਸੀਹ ਬਾਰੇ ਗੱਲ ਕਰ ਰਿਹਾ ਗਾ। ਅਗਰ ਮੈਂ ਯਿਸੂ ਮਸੀਹ ਨੂੰ ਤੁਹਾਡੇ ਹੱਥ ਫੜਾ ਦਿੰਨਾਗਾ, ਯਿਸੂ ਮਸੀਹ ਨੂੰ ਤੁਹਾਡੇ ਹਵਾਲੇ ਕਰ ਦਿੰਨਾਗਾ, ਤਾਂ ਤੁਸੀਂ ਮੈਨੂੰ ਕੀ ਦਿਓਗੇ? ਫਿਰ ਤਾਂ ਉਹਨਾਂ ਉਸ ਨੂੰ 30 ਰੁਪਏ ਤੋਲ ਦਿੱਤੇ। ਦੇਖੋ ਬਦਲੇ ਵਿੱਚ ਕੀ ਦਿੱਤਾ ਉਹਨਾਂ ਨੇ? 30 ਰੁਪਏ ਦੇ ਦਿੱਤੇ। ਫਿਰ ਅਤੇ ਉਹ ਉਸੇ ਵੇਲੇ ਉਹਦੇ ਫੜਵਾਉਣ ਦਾ ਦਾਅ ਲੱਭਦਾ ਸੀ। ਦੇਖੋ ਉਸੇ ਵੇਲੇ ਕੀ ਕਰ ਰਿਹਾ ਸੀਗਾ? ਯਿਸੂ ਮਸੀਹ ਨੂੰ ਫੜਵਾਉਣ ਦੇ ਲਈ ਉਹਦਾ ਦਾਅ ਲੱਭ ਰਿਹਾ ਸੀਗਾ। ਕੀ ਹੋਇਆ? 30 ਰੁਪਏ ਲੈ ਲਏ। ਹੁਣ 30 ਰੁਪਏ ਜੇਬ ਦੇ ਵਿੱਚ ਹੋਣਗੇ, ਉਹਦੇ ਕੋਲ ਹੋਣਗੇ, ਤਾਂ ਯਿਸੂ ਮਸੀਹ ਨਾਲ ਬੈਠ ਵੀ ਗਿਆ ਉਹ ਪ੍ਰਸਾਦ ਦੇ ਭੋਜਨ ਦੇ ਵਿੱਚ। ਤਾਂ ਯਿਸੂ ਮਸੀਹ ਗੱਲ ਵੀ ਕਰ ਰਿਹਾਗਾ ਕਿ ਤੁਹਾਡੇ ਵਿੱਚੋਂ ਕੋਈ ਹੈ ਜੋ ਮੈਨੂੰ ਫੜਾਉਣ ਵਾਲਾ ਗਾ। ਲੇਕਿਨ ਦੇਖੋ ਬੜੀ ਹੁਸ਼ਿਆਰੀ ਨਾਲ ਗੱਲਾਂ ਕਰ ਰਹੇ ਨੇ ਸਾਰੇ। ਸਾਰਿਆਂ ਨੇ ਕਹਿਣਾ ਹੀ ਹੈ ਪ੍ਰਭੂ ਕੀ ਮੈਂ ਆ, ਕੀ ਮੈਂ ਆ, ਕੀ ਮੈਂ ਆ। ਵਿੱਚ ਇਹ ਵੀ ਕਹਿੰਦਾ ਪ੍ਰਭੂ ਕੀ ਮੈਂ ਆ,
ਤੂੰ ਨਹੀਂ ਜਾਣਦਾ ਕਿ ਤੂੰ ਹੀ ਹੈ, ਪੈਸੇ ਤੇਰੇ ਕੋਲ ਨੇ, ਸੌਦਾ ਤੂੰ ਕਰਕੇ ਆਇਆਗਾ। ਲੇਕਿਨ ਦੇਖੋ ਬੜੀ ਹੁਸ਼ਿਆਰੀ ਕਰ ਰਿਹਾਗਾ, ਬੜੀ ਚਲਾਕੀ ਕਰ ਰਿਹਾਗਾ। 30 ਰੁਪਏ ਕੋਲ ਨੇ। ਕੌਣ ਹੈ ਇਹ ਚੇਲਾ ਹੈਗਾ। ਯਿਸੂ ਮਸੀਹ ਕੌਣ ਹੈ? ਉਹ ਤਾਂ ਗੁਰੂ ਹੈ, ਉਹ ਤਾਂ ਉਸਤਾਦ ਹੈ। ਉਸਤਾਦ ਦੇ ਨਾਲ ਹੁਸ਼ਿਆਰੀ ਕਰ ਰਿਹਾਗਾ, ਉਸਤਾਦ ਦੇ ਨਾਲ ਚਲਾਕੀ ਕਰ ਰਿਹਾਗਾ। ਫਿਰ ਪੜੋ ਮੇਰੇ ਨਾਲ ਤੁਸੀਂ ਇਹਦਾ ਵਚਨ ਲੂਕਾ ਉਹਦਾ 22 ਅਧਿਆਇ ਉਹਦਾ 47 ਉਹਦਾ 48 ਵਚਨ। ਉਹ ਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਭੀੜ ਆਈ ਅਤੇ ਉਹਨਾਂ 12 ਵਿੱਚੋਂ ਇੱਕ ਜਣਾ ਜੋ ਯਹੂਦਾ ਕਰਕੇ ਸੱਦੀਦਾ ਹੈ, ਉਹਨਾਂ ਦੇ ਅੱਗੇ ਤੁਰ ਕੇ ਯੀਸ਼ੂ ਦੇ ਨੇੜੇ ਆਇਆ, ਸੋ ਉਹਨੂੰ ਚੁੰਮੇ। ਦੇਖੋ ਯਿਸੂ ਮਸੀਹ ਨੂੰ ਖੜਾਉਣ ਦੇ ਲਈ ਯਹੂਦਾ ਇਸਕਰਜੋਤੀ ਕੀ ਹੈ, ਉਹ ਤਾਂ ਭੀੜ ਦੇ ਨਾਲ ਆ ਰਿਹਾਗਾ, ਭੀੜ ਦੇ ਨਾਲ ਆ ਰਿਹਾਗਾ। ਆ ਕਿਵੇਂ ਅੱਗੇ ਅੱਗੇ ਆ ਰਿਹਾਗਾ, ਕਿਉਂ ਆ ਰਿਹਾਗਾ? ਕਿਉਂਕਿ ਜੇ ਯਿਸੂ ਮਸੀਹ ਨੂੰ ਚੁੰਮ ਲਵੇ, ਇੱਕ ਨਿਸ਼ਾਨ ਦੇ ਦੇਵੇ ਉਹਨਾਂ ਲੋਕਾਂ ਨੂੰ ਜੋ ਯਿਸੂ ਮਸੀਹ ਨੂੰ ਪਕੜਨਾ ਚਾਹੁੰਦੇ ਨੇ। ਕੀ ਦੇ ਦੇਵੇ ਉਹਨਾਂ ਨੂੰ? ਨਿਸ਼ਾਨ ਦੇ ਦੇਵੇ। ਆ ਕੇ ਯਿਸੂ ਮਸੀਹ ਨੂੰ ਚੁੰਮਿਆ ਉਹਨੇ। ਫਿਰ ਤਦ ਯੀਸ਼ੂ ਨੇ ਉਹਨੂੰ ਆਖਿਆ, ਯਹੂਦਾ ਭਲਾ ਤੂੰ ਮਨੁੱਖ ਦੇ ਪੁੱਤਰ ਨੂੰ ਚੁੰਮੇ ਨਾਲ ਫੜਵਾਉਂਦਾ ਹੈ? ਦੇਖੋ ਪ੍ਰਭੂ ਯਿਸੂ ਮਸੀਹ ਕੌਣ ਹੈ? ਉਹ ਤਾਂ ਉਸਤਾਦ ਹੈ। ਪ੍ਰਭੂ ਯਿਸੂ ਮਸੀਹ ਕੌਣ ਹੈ? ਉਹ ਤਾਂ ਗੁਰੂ ਹੈ। ਕੀ ਕਿਹਾ ਉਹਨੇ? ਇਹ ਯਹੂਦਾ ਕਿ ਤੂੰ ਪਰਮੇਸ਼ਰ ਮਨੁੱਖ ਦੇ ਪੁੱਤਰ ਨੂੰ ਚੁੰਮੇ ਨਾਲ ਫੜਵਾਉਣਾਗਾ, ਮਤਲਬ ਮੇਰੇ ਨਾਲ ਹੁਸ਼ਿਆਰੀ ਕਰ ਦਾਂਗਾ, ਮੇਰੇ ਨਾਲ ਚਤਰਾਈ ਕਰ ਦਾਂਗਾ, ਮੇਰੇ ਨਾਲ ਚਲਾਕੀ ਕਰ ਦਾਂਗਾ। ਤੈਨੂੰ ਪਤਾ ਨਹੀਂ ਕਿ ਮੈਂ ਗੁਰੂ ਹਾਂ, ਤੈਨੂੰ ਪਤਾ ਨਹੀਂ ਕਿ ਮੈਂ ਉਸਤਾਦ ਹਾਂ, ਤੈਨੂੰ ਪਤਾ ਨਹੀਂ ਕਿ ਗੁਰੂ ਗੁਰੂ ਹੈ, ਚੇਲਾ ਚੇਲਾ ਹੈਗਾ। ਤੂੰ ਕੀ ਸਾਬਤ ਕਰਨਾ ਚਾਹੁੰਦਾਗਾ? ਵੀ ਮੈਂ ਤੈਨੂੰ ਪ੍ਰੇਮ ਕਰ ਦਾਂਗਾ? ਨਹੀਂ ਯਹੂਦਾ, ਤੂੰ ਤੇ ਮੈਨੂੰ ਫੜਵਾਉਣਾ ਚਾਹੁੰਦਾਗਾ, ਤੂੰ ਤੇ ਮੇਰਾ ਨੁਕਸਾਨ ਕਰਨਾ ਚਾਹੁੰਦਾਗਾ। ਦੇਖੋ ਜੋ ਇੱਕ ਸੇਵਕ और एक विश्वासी चाहे कुछ भी करे, किसी भी तरह करे, परमेश्वर उस गल नूं दस दिंदे ने कि कौन की कर रहेगा और किवें कर रहेगा। और देखो वो 30 रुपए अपने कोल रख के बैठा सीगा, लेकिन जदों प्रभु यीशु मसीह नूं पकड़वा दिता गया उस तो बाद कि वो पैसे कम आए, एक भी पैसा नहीं खर्च सकिया, हो एक भी पैसे का वो आनंद नहीं लै सकिया। कि लै सकिया? नाल दी नाल चला गया। ਜਦੋਂ पता लग्या कि यीशु मसीह के उपर तो मौत की सजा आ गई, जाके उन्होंने कहता लोगों को जाके प्रधान जाजकां नूं, आ चुको पैसे, की करो, यीशु मसीह नूं छड्ड दो, मैं तो निर्दोष जान नूं तुहाडे हवाले कर दिता गा। तो उन्होंने की किया, तू जान ते मतलब तू जान, असीं कुछ नहीं कर सकते। तो देखो उसे घड़ी पैसे सुट के चला गया। ਇਹਦਾ मतलब कि पैसे ਵਿੱਚ जीवन नहीं है, सोने चांदी ਵਿੱਚ जीवन नहीं है, कपड़े ਵਿੱਚ जीवन नहीं है, और परमेश्वर ਦੇ ਦਾਸ ਦੇ ਨਾਲ ਹੁਸ਼ਿਆਰੀ ਕਰਨਾ, ਚਲਾਕੀ ਕਰਨਾ, ਚਤਰਾਈ ਕਰਨਾ, ਉਸ ਨੂੰ ਧੋਖਾ ਦੇਣਾ, ਉਹਦੇ ਵਿੱਚ ਵੀ ਜੀਵਨ ਨਹੀਂ ਹੈ। ਜਿਸ ਨੇ ਇਹ ਕੰਮ ਕੀਤੇ ਨੇ ਉਸ ਨੂੰ ਮਰਨਾ ਪਿਆਗਾ, ਉਸ ਨੂੰ ਕੋੜੀ ਹੋਣਾ ਪਿਆਗਾ। ਤਾਂ ਇਹਦਾ ਹੋਇਆ ਕੀ ਸੀਗਾ? ਜਾ ਕੇ ਫਾਂਸੀ ਦਾ ਫੰਦਾ ਲੈ ਲਿਆ ਇਹਨੇ और मर गया ਉੱਥੇ ਜਾ ਕੇ। फिर डिग गया, फिर पेट फट गया और पेट ਵਿੱਚੋਂ ਆਂਤੜਾਂ ਬਾਹਰ ਆ ਗਈਆਂ ਇਹਦੇ। कैसा हाल हो जाता? क्यों होया? क्योंकि ਇਹਨੇ ਕੀ ਕੀਤਾ ਸੀਗਾ? ਕੀ ਕੀਤਾ ਸੀਗਾ ਇਹਨੇ? ਹੁਸ਼ਿਆਰੀ ਕਰ ਰਿਹਾ ਹੈਗਾ, ਚਲਾਕੀ ਕਰ ਰਿਹਾ ਹੈਗਾ। परमेश्वर ਨੂੰ, प्रभु यीशु मसीह ਨੂੰ, मतलब जो सेवक बन के आए प्रभु यीशु मसीह, जो सेवा ਕਰਨ ਦੇ ਲਈ ਆਏ, जिस प्रभु यीशु मसीह ने इस धरती ਉੱਪਰ ਰਹਿ ਕੇ ਮਿਹਨਤ ਕੀਤੀ ਲੋਕਾਂ ਨੂੰ ਬਚਾਉਣ ਦੇ ਲਈ, ਉਹਦੇ ਨਾਲ ਕੀ ਹੈ? ਚਤਰਾਈ ਕਰ ਰਿਹਾ ਹੈਗਾ। और देखो हाल की होया, इस ਨੂੰ मरना ਪਿਆ। आकान ने भी यही काम किया सीगा, गेहाजी ने भी यही काम किया सीगा, अपने उस्ताद दे नाल, अपने गुरु दे नाल हुशियारी की, और की हो गया? उसनू मरना पिया, उसका नाश हो गया। सही दे विच इंसान जो कुछ भी करता है, चाहे जाने अनजाने विच करता है, लेकिन उसनू एक की गई गलती का खामियाजा भुगतना पैंदा है, उसनू इसका खामियाजा भुगतना पैंदा है। क्योंकि प्रभु यीशु मसीह ने की कहा कि अपने आगुआं दे की रहो, अधीन रहो। ਇਹਦਾ मतलब ਤੁਸੀਂ ਅਧੀਨਤਾ ਵਿੱਚ ਰਹਿਣਾਗਾ, ਅਧੀਨਤਾ ਵਿੱਚ ਰਹਿਣਾਗਾ, ਉਹਨਾਂ ਤੋਂ ਅੱਗੇ ਨਹੀਂ ਨਿਕਲਣਾ। ਲੇਕਿਨ ਹੁੰਦਾ ਕੀ ਹੈ? ਅੱਜ ਕੋਈ ਇਨਸਾਨ 2-4 ਸਾਲ 5 ਸਾਲ ਬੰਦਗੀ ਵਿੱਚ ਲਗਾਤਾਰ ਚੱਲ ਜਾਏ, ਤਾਂ ਬਾਅਦ ਵਿੱਚ ਕੁਝ ਵਚਨ ਦਾ ਗਿਆਨ ਆ ਜਾਏ, ਤਾਂ ਇਨਸਾਨ ਨੂੰ ਹੁੰਦਾ ਕੀ ਹੈ? ਹੁਣ ਤਾਂ ਅਸੀਂ ਵੀ ਜਾਣਦੇ ਹਾਂ ਕਿ ਯਿਸੂ ਮਸੀਹ ਦੇ 12 ਚੇਲੇ ਸੀਗੇ, ਹੁਣ ਅਸੀਂ ਵੀ ਜਾਣਦੇ ਹਾਂ ਕਿ ਯਿਸੂ ਮਸੀਹ ਦੇ 70 ਚੇਲੇ ਸੀਗੇ ਜਿਹੜੇ ਯਿਸੂ ਮਸੀਹ ਨੂੰ ਛੱਡ ਕੇ ਭੱਜ ਗਏ ਸੀਗੇ। मतलब कि इंसान है जो ਉਹਦੇ ਅੰਦਰ ਐਸੀਆਂ ਗੱਲਾਂ ਕੰਮ ਕਰਨੀਆਂ ਸ਼ੁਰੂ ਹੋ ਕਰ ਦਿੰਦੀਆਂ ਨੇ। ਹੁਣ ਦੇਖੋ
ਜੋ ਮੂਸਾ ਸੀਗਾ ਉਹ ਵੀ ਤਾਂ ਲੋਕਾਂ ਨੂੰ ਕੱਢ ਕੇ ਲਿਆਇਆ ਸੀਗਾ, ਲੱਖਾਂ ਦੇ ਹਿਸਾਬ ਗਿਣਤੀ ਸੀਗੀ ਜਿਨ੍ਹਾਂ ਨੂੰ ਕੱਢ ਕੇ ਲਿਆਇਆ ਸੀਗਾ। ਰਸਤੇ ਵਿੱਚ ਕੀ ਹੋਇਆ? ਰਸਤੇ ਵਿੱਚ ਪਤਾ ਨਾ ਤੁਹਾਨੂੰ ਕੀ ਹੋਇਆ ਸੀਗਾ ਕਿ ਲੋਕਾਂ ਨੇ ਟੋਲੀਆਂ ਬਣਾ ਲਈਆਂ। ਇਹ ਮੂਸਾ ਕੱਲਾ ਤੂੰ ਹੀ ਪਵਿੱਤਰ ਹੈ, ਕੱਲਾ ਤੇਰੇ ਉੱਪਰ ਹੀ ਪਵਿੱਤਰ ਆਤਮਾ ਗਾ ਕਿ ਸਾਡੇ ਉੱਪਰ ਨਹੀਂ ਹੈ? ਦੇਖ ਸਾਡੇ ਦੁਆਰਾ ਵੀ ਕੰਮ ਹੁੰਦੇ ਨੇ, ਦੇਖ ਅਸੀਂ ਵੀ ਲੋਕਾਂ ਦਾ ਨਿਆਂ ਕਰ ਸਕਦੇ ਹਾਂ, ਦੇਖ ਸਾਨੂੰ ਵੀ ਪਰਮੇਸ਼ਵਰ ਨੇ ਚੁਣਿਆਗਾ। ਤਾਂ ਦੇਖੋ ਮੂਸਾ ਨੇ ਕੀ ਕਿਹਾ, ਕੋਈ ਬਾਤ ਨਹੀਂ, ਹੋ ਜਾਓ ਇੱਕ ਪਾਸੇ, ਆ ਜਾਓ ਇੱਕ ਪਾਸੇ ਮੈਂ ਇਕੱਲਾ ਹੀ ਹਾਂ ਤੇ ਇੱਕ ਪਾਸੇ ਤੁਸੀਂ ਹੋ ਜਾਓ। ਦੇਖਦਾ ਨਾ ਪਰਮੇਸ਼ਵਰ ਕੀ ਨਹੀਂ ਸੁਣਦਾ ਫਿਰ। ਤਾਂ ਦੇਖੋ ਜਦੋਂ ਮੂਸਾ ਨੇ ਇਹ ਗੱਲ ਕਹੀ, ਸਾਰਿਆਂ ਨੂੰ ਪਤਾ ਗਾ, ਕਈ ਵਾਰ ਵਚਨ ਸਿੱਖ ਚੁੱਕੇ ਹਾਂ ਕਿ ਪਤਾਲ ਨੇ ਆਪਣਾ ਮੂੰਹ ਖੋਲ ਦਿੱਤਾ ਔਰ ਉਹ ਲੋਕ ਜਿਉਂਦੇ ਜੀ ਨਰਕ ਵਿੱਚ ਚਲੇ ਗਏ। ਕੀ ਫਾਇਦਾ ਹੋਇਆ? ਕੁਝ ਫਾਇਦਾ ਹੋਇਆ? ਉਸਤਾਦ ਨਾਲ ਚਲਾਕੀ ਕਰਦੇ ਨੇ, ਹੁਸ਼ਿਆਰੀ ਕਰਦੇ ਨੇ, ਔਰ ਸਾਡਾ ਕੰਮ, ਸਾਡਾ ਇਸਤੇਮਾਲ ਅਸੀਂ ਕਰ ਸਕਦੇ ਹਾਂ। ਸਹੀ ਬਾਤ ਹੈ, ਕਰ ਸਕਦੇ ਹੋ, ਲੇਕਿਨ ਕਦੋਂ ਕਰ ਸਕਦੇ ਹੋ? ਕਿ ਜਦੋਂ ਪਰਮੇਸ਼ਵਰ ਦੇ ਦਾਸ ਦੀ ਅਧੀਨਤਾ ਵਿੱਚ ਰਹੋਗੇ। ਅੱਜ ਕੋਈ ਇਨਸਾਨ ਅਧੀਨਤਾ ਵਿੱਚ ਰਹਿਣਾ ਨਹੀਂ ਚਾਹੁੰਦਾ। ਅੱਜ ਹਰ ਇਨਸਾਨ ਚਾਹੁੰਦਾਗਾ ਕਿ ਮੈਂ ਵੀ ਇਸ ਜਗ੍ਹਾ ਖੜਾ ਹੋ ਕੇ ਪ੍ਰਚਾਰ ਕਰਾਂ। ਪਰਮੇਸ਼ਵਰ ਤਾਂ ਚਾਹੁੰਦੇ ਨੇ ਕਿ ਤੁਸੀਂ ਕੰਮ ਕਰੋ, ਲੇਕਿਨ ਤੁਹਾਡੇ ਕੰਮ ਦੀ ਸ਼ੁਰੂਆਤ ਕੀ ਹੈ? ਤੁਸੀਂ ਕਿਸ ਰੀਤੀ ਨਾਲ ਅੱਗੇ ਵਧਣਾ ਚਾਹੁੰਦੇ ਹੋ? ਤੁਸੀਂ ਕਿਸ ਰੀਤੀ ਨਾਲ ਮਤਲਬ ਕੰਮ ਕਰਨਾ ਚਾਹੁੰਦੇ ਹੋ? ਲਾੜ ਡਾਕ ਨਾਲ, ਸੇਵਕ ਨੂੰ ਨੀਚਾ ਦਿਖਾਉਣ ਦੇ ਲਈ, ਉਸ ਨੂੰ ਸੁੱਟ ਕੇ ਆਪ ਖੜਾ ਹੋਣਾ ਚਾਹੁੰਦੇ ਹੋ? ਇਹਨਾਂ ਲੋਕਾਂ ਨੇ ਇਹੀ ਕੰਮ ਕੀਤਾ ਸੀਗਾ, ਆਪਣੇ ਉਸਤਾਦ ਨੂੰ ਓਵਰਟੇਕ ਕੀਤਾ, ਆਪਣੇ ਗੁਰੂ ਨੂੰ ਓਵਰਟੇਕ ਕੀਤਾ, ਜਿਹਦੇ ਨਾਲ ਇਹਨਾਂ ਨੂੰ ਨੁਕਸਾਨ ਝੱਲਣਾ ਪਿਆ। ਹੁਣ ਮੂਸਾ ਦੇ ਨਾਲ ਜੋ ਵਿਰੋਧ ਵਿੱਚ ਲੋਕ ਸੀਗੇ ਉਹਨਾਂ ਨੇ ਇਹ ਕੰਮ ਕੀਤਾ। ਮੂਸਾ ਸਾਡਾ ਇਸਤੇਮਾਲ ਹੁੰਦਾਗਾ, ਉਹਦਾ ਸਗਾ ਭਾਈ, ਉਹਦੀ ਸਗੀ ਭੈਣ ਵੀ ਵਿਰੋਧ ਵਿੱਚ ਆ ਗਏ ਸੀਗੇ। ਤਾਂ ਦੇਖੋ ਉਸੇ ਘੜੀ ਕੋੜੀ ਹੋ ਗਏ, ਕੋੜਨ ਹੋ ਗਈ ਉਸਦੀ ਭੈਣ। ਕਿਉਂ? ਸਾਡਾ ਇਸਤੇਮਾਲ ਹੁੰਦਾਗਾ। ਉਸਤਾਦ ਹੀ ਰਹਿੰਦਾਗਾ, ਗੁਰੂ ਹੀ ਰਹਿੰਦਾਗਾ। ਚੇਲੇ ਬਣ ਕੇ ਰਹੋਗੇ, ਸ਼ਾਗਿਰਦ ਬਣ ਕੇ ਰਹੋਗੇ ਤਾਂ ਉਹਦੇ ਵਿੱਚ ਫਾਇਦਾ ਹੈਗਾ। ਪਰਮੇਸ਼ਵਰ ਕਰ ਸਕਦਾ ਤੁਹਾਡੇ ਲਈ ਸਭ ਕੁਝ, ਲੇਕਿਨ ਦਿਖਾਓ ਤਾਂ ਸੀ ਪਰਮੇਸ਼ਵਰ ਨੂੰ ਕੁਝ ਕਰਕੇ। ਪਰਮੇਸ਼ਵਰ ਦੇ ਵਚਨ ਨੂੰ ਮੰਨ ਕੇ ਦੇਖੋ ਤਾਂ ਸੀ। ਅਗਰ ਪਰਮੇਸ਼ਵਰ ਨੇ ਕਿਹਾਗਾ ਕਿ ਤੁਸੀਂ ਕੀ ਕਰੋ, ਆਪਣੇ ਆਗੂਆਂ ਦੀ ਕੀ ਕਰੋ, ਹਾਲੇਲੂਇਆ, ਆਪਣੇ ਆਗੂਆਂ ਦੀ ਕੀ ਕਰੋ, ਆਗਿਆਕਾਰੀ ਕਰੋ। ਫਿਰ ਕੀ ਕਰੋ? ਉਹਨਾਂ ਦੀ ਅਧੀਨਤਾ ਵਿੱਚ ਰਹਿ ਕੇ ਦੇਖੋ। ਅਗਰ ਪ੍ਰਭੂ ਯਿਸੂ ਮਸੀਹ ਨੇ ਕਿਹਾਗਾ, ਕਿਸੇ ਇਨਸਾਨ ਨੇ ਨਹੀਂ ਕਿਹਾ, ਕਿਸੇ ਸੇਵਕ ਨੇ ਨਹੀਂ ਕਿਹਾ, ਕਿਹਾ ਕਿਹਨੇ ਹੈ? ਪ੍ਰਭੂ ਯਿਸੂ ਮਸੀਹ ਨੇ। ਅਗਰ ਯਿਸੂ ਮਸੀਹ ਨੇ ਕਿਹਾਗਾ, ਇਹਦੇ ਵਿੱਚ ਦੱਸੋ ਨੁਕਸਾਨ ਕੀ ਹੈ? ਫਾਇਦਾ ਜ਼ਰੂਰ ਹੋਊਗਾ ਇਹਦੇ ਵਿੱਚ, ਫਾਇਦਾ ਇਹਦੇ ਵਿੱਚ ਜ਼ਰੂਰ ਹੋਊਗਾ। ਨੁਕਸਾਨ ਦੱਸੋ ਕੀ ਇਹਦੇ ਵਿੱਚ? ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ, ਇਹਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ ਆਪਣੇ ਆਗੂਆਂ ਦੇ ਕੀ ਕਰੋ, ਆਗਿਆਕਾਰੀ ਕਰੋ, ਉਹਨਾਂ ਦੀ ਅਧੀਨਤਾ ਵਿੱਚ ਰਹੋ। ਕਮ ਸੇ ਕਮ ਰਹਿ ਕੇ ਦੇਖੋ ਤਾਂ ਸੀ, ਕਰਕੇ ਦੇਖੋ ਤਾਂ ਸੀ, ਆਗਿਆਕਾਰੀ ਕਰਕੇ ਦੇਖੋ ਤਾਂ ਸੀ, ਅਧੀਨਤਾ ਵਿੱਚ ਆ ਕੇ ਦੇਖੋ ਤਾਂ ਸੀ। 1 ਮਹੀਨਾ, 2 ਮਹੀਨੇ, 4 ਮਹੀਨੇ, 6 ਮਹੀਨੇ, ਉਸ ਤੋਂ ਬਾਅਦ ਪਰਮੇਸ਼ਵਰ ਨੂੰ ਕਹਿਣ ਜੋਗੇ ਤਾਂ ਹੈਗੇ ਕਿ ਪਰਮੇਸ਼ਵਰ ਬਹੁਤ ਕੁਝ ਕੀਤਾ, ਬਹੁਤ ਆਗਿਆਕਾਰੀ ਕਰ ਲਈ, ਬਹੁਤ ਅਧੀਨਤਾ ਵਿੱਚ ਰਹੇ, ਲੇਕਿਨ ਸਾਨੂੰ ਕੁਝ ਫਾਇਦਾ ਤਾਂ ਹੋਇਆ ਨਹੀਂ। ਇੱਥੇ ਕਰਦੇ ਵੀ ਕੁਝ ਨਹੀਂ ਤੇ ਕਰਨਾ ਵੀ ਬਹੁਤ ਕੁਝ ਚਾਹੁੰਦੇ ਅਸੀਂ, ਲੇਕਿਨ ਕਿਵੇਂ? ਬਾਈਪਾਸ ਕਰਨਾ ਚਾਹੁੰਦੇ ਸੇਵਕ ਨੂੰ, ਸੇਵਕ ਦਾ ਰੋਲ ਹੀ ਖਤਮ ਕਰਨਾ ਚਾਹੁੰਦੇ ਆ। ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕੀ ਕਿਹਾ ਸੀਗਾ ਕਿ ਤੁਸੀਂ ਮੇਰੇ ਤੋਂ ਕੀ ਕਰੋਗੇ? ਵੱਡੇ ਵੱਡੇ ਕੰਮ ਕਰੋਗੇ। ਕਿਹਾ ਸੀ ਜਾਂ ਨਹੀਂ ਕਿਹਾ ਸੀਗਾ? ਹਾਂਜੀ। ਕਿਉਂ ਕਿਹਾ ਸੀਗਾ? ਕਿਉਂਕਿ ਪ੍ਰਭੂ ਯਿਸੂ ਮਸੀਹ ਕੀ ਹੈ? ਉਸਤਾਦ ਹੈ। ਪ੍ਰਭੂ ਯਿਸੂ ਮਸੀਹ ਕੀ ਹੈ? ਉਹਦਾ ਗੁਰੂ ਹੈ। ਔਰ ਇੱਕ ਉਸਤਾਦ, ਇੱਕ ਗੁਰੂ ਇਹੀ ਚਾਹੁੰਦਾਗਾ ਕਿ ਮੇਰਾ ਚੇਲਾ ਜਿਹੜਾ ਮੇਰੇ ਤੋਂ ਸਿੱਖਿਆਗਾ ਉਹ ਕੀ ਕਰੇ? ਉਹ ਤਰੱਕੀ ਕਰੇ, ਉਹ ਉੱਨਤੀ ਕਰੇ। ਹਾਲੇਲੂਇਆ। ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਸੀਗੇ, ਸਾਡੇ ਟੀਚਰ ਸਾਨੂੰ ਇਹ ਕਹਿੰਦੇ ਸੀਗੇ, ਤੁਸੀਂ ਪੜ੍ਹ ਲਓ, ਨੌਕਰੀ ਲੱਗ ਕੇ ਪੈਸਾ ਤੁਹਾਨੂੰ ਮਿਲਣ ਵਾਲਾਗਾ, ਨਾਮ ਤੁਹਾਡਾ ਹੋਣ ਵਾਲਾਗਾ, ਲੇਕਿਨ ਕੱਲ ਨੂੰ ਕਹਿਣ ਜੋਗੇ ਹੋਵੋਗੇ ਨਾ ਕਿ ਸਾਨੂੰ ਫਲਾਣੇ ਟੀਚਰ ਨੇ ਪੜ੍ਹਾਇਆ ਸੀਗਾ। ਸਾਨੂੰ ਕੋਈ ਫਾਇਦਾ ਨਹੀਂ ਹੈ ਤੁਹਾਡੀ ਨੌਕਰੀ ਵਿੱਚ। ਨੌਕਰੀ ਤੁਸੀਂ ਕਰੋਗੇ, ਪੈਸਾ ਤੁਸੀਂ ਕਮਾਓਗੇ, ਨਾਮ ਤੁਹਾਡਾ ਹੋਏਗਾ, ਲੇਕਿਨ ਕਿਤੇ ਨਾ ਕਿਤੇ ਤੁਹਾਡੇ ਕਦੇ ਕਦੇ ਯਾਦ ਆਇਆ ਕਰੂਗਾ ਕਿ ਫਲਾਣਾ ਟੀਚਰ ਸੀਗਾ ਜਿੱਥੋਂ ਅਸੀਂ ਪੜ੍ਹੇ ਆ। ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ
ਕਿ ਤੁਸੀਂ ਮੇਰੇ ਤੋਂ ਵੱਡੇ ਕੰਮ ਕਰੋਗੇ। ਤੇ ਵੱਡੇ ਕੰਮ ਕਰਨ ਦੇ ਲਈ ਕੀ ਕਰਨਾ ਪੈਂਦਾਗਾ? ਆਪਣੇ ਸੇਵਕ ਦੀ, ਆਪਣੇ ਆਗੂ ਦੀ ਅਧੀਨਤਾ ਵਿੱਚ ਰਹਿਣਾ ਪੈਂਦਾਗਾ। ਹਾਲੇਲੂਇਆ, ਹਾਲੇਲੂਇਆ। ਅਧੀਨਤਾ ਦੇ ਵਿੱਚ ਰਹਿਣਾ ਇਹ ਪਰਮੇਸ਼ਰ ਦਾ ਵਚਨ ਸਿਖਾਉਂਦਾਗਾ। ਅਗਰ ਕਿਸੇ ਸੇਵਕ ਨੇ ਕਿਹਾ ਹੁੰਦਾ ਤਾਂ ਗੱਲ ਜੁਦਾ ਹੈ। ਇੱਕ ਵਚਨ ਪੜੋ ਮੇਰੇ ਨਾਲ, ਗਿਣਤੀ ਉਹਦਾ 11 ਦੇ ਆਏ, ਉਹਦਾ 24 ਵਚਨ ਪੜੋ। ਇੱਥੇ ਕੀ ਹੋਇਆ ਪਰ ਮੈਂ ਤੁਹਾਨੂੰ ਦੱਸ ਦਿੰਨਾਗਾ ਕਿ ਇੱਥੇ ਪਰਮੇਸ਼ਵਰ ਨੇ ਮੂਸਾ ਨਾਲ ਗੱਲਬਾਤ ਕਰੀ ਔਰ ਇੱਥੇ ਮੂਸਾ ਨੂੰ ਪਰਮੇਸ਼ਵਰ ਨੇ 70 ਲੋਕ ਦਿੱਤੇ ਸੀਗੇ। ਔਰ ਕੀ ਹੋਇਆ ਪੜੋ। ਫਿਰ ਮੂਸਾ ਨੇ ਬਾਹਰ ਜਾ ਕੇ ਯਹੋਵਾ ਦੀਆਂ ਗੱਲਾਂ ਪਰਜਾ ਨੂੰ ਆਪ ਸੁਣਾਈਆਂ ਹਾਂ। ਅਤੇ ਉਹਨੇ 70 ਮਨੁੱਖ ਜਿਹੜੇ ਪਰਜਾ ਦੇ ਬਜ਼ੁਰਗ ਸਨ ਇਕੱਠੇ ਕੀਤੇ ਅਤੇ ਉਹਨਾਂ ਨੂੰ ਤੰਬੂ ਦੇ ਆਲੇ ਦੁਆਲੇ ਖੜਾ ਕੀਤਾ। ਹਾਂ, ਤਾਂ ਯਹੋਵਾ ਬੱਦਲ ਵਿੱਚ ਉਤਰਿਆ ਅਤੇ ਉਹਦੇ ਨਾਲ ਗੱਲ ਕੀਤੀ। ਫਿਰ ਉਸਨੇ ਉਸ ਆਤਮਾ ਤੋਂ ਲੈ ਕੇ ਜਿਹੜਾ ਉਹਦੇ ਉੱਤੇ ਸੀ ਉਹਨਾਂ 70 ਬਜ਼ੁਰਗ ਮਨੁੱਖਾਂ ਉੱਤੇ ਪਾ ਦਿੱਤਾ ਅਤੇ ਇਹ ਹੋਇਆ ਕਿ ਜਦ ਆਤਮਾ ਉਹਨਾਂ ਉੱਤੇ ਉਤਰਿਆ ਤਾਂ ਉਹ ਗਮ ਵਾਚਣ ਲੱਗ ਪਏ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਖੁਦ ਦੇ ਰਿਹਾ ਉਹਨਾਂ ਨੂੰ 70 ਬੰਦੇ। ਕਿਹਨੂੰ ਦੇ ਰਹੇਗਾ? ਮੂਸਾ ਨੂੰ ਦੇ ਰਹੇਗਾ। ਔਰ ਜਿਹੜਾ ਆਤਮਾ ਮੂਸਾ ਦੇ ਉੱਪਰ ਕੰਮ ਕਰਦਾ ਸੀਗਾ, ਜਿਹੜੇ ਆਤਮਾ ਰਾਹੀਂ ਮੂਸਾ ਚੱਲਦਾ ਸੀਗਾ, ਜਿਹੜੇ ਆਤਮਾ ਰਾਹੀਂ ਮੂਸਾ ਨੇ ਚਮਤਕਾਰ ਕੀਤੇ ਸੀਗੇ, ਉਹੀ ਆਤਮਾ ਕਿਹਨਾਂ ਦੇ ਉੱਪਰ ਆਇਆ? 70 ਲੋਕਾਂ ਦੇ ਉੱਪਰ ਆ ਗਿਆ। ਗੱਲ ਬਹੁਤ ਧਿਆਨ ਨਾਲ ਸੁਣਿਓ। 70 ਲੋਕਾਂ ਦੇ ਉੱਪਰ ਉਹ ਆਤਮਾ ਆ ਗਿਆ। ਔਰ ਬਾਅਦ ਦੇ ਵਿੱਚ ਇਹਨਾਂ ਲੋਕਾਂ ਨੇ ਗੜਬੜੀ ਕਰੀ ਸੀਗੀ। ਜਦੋਂ ਉਹ 70 ਲੋਕਾਂ ਦੇ ਉੱਪਰ ਆਤਮਾ ਆ ਗਿਆ ਤਾਂ ਉਸ ਤੋਂ ਬਾਅਦ ਕੀ ਹੋਇਆ? ਉਹ ਲੋਕ ਅਗੰਮ ਵਾਚਣ ਲੱਗੇ ਪਏ। ਹੁਣ ਜਦੋਂ ਇਹ ਗੱਲ ਦੇਖੀ ਤਾਂ ਉਹਦੇ ਵਿੱਚ ਪੜੋ ਜੇ ਕਿ 26 ਵਚਨ। ਪਰ ਡੇਰੇ ਵਿੱਚ 2 ਮਨੁੱਖ ਰਹਿ ਗਏ, ਇੱਕ ਦਾ ਨਾਮ ਅਲਦਾਦ ਅਤੇ ਦੂਜੇ ਦਾ ਨਾਮ ਮੇਦਾਦ ਸੀ। ਆਤਮਾ ਉਹਨਾਂ ਤੇ ਵੀ ਉਤਰਿਆ ਅਤੇ ਇਹ ਲਿਖਿਆ ਹੋਇਆਂ ਦੇ ਵਿੱਚ ਦੇ ਸਨ, ਪਰ ਤੰਬੂ ਕੋਲ ਬਾਹਰ ਨਹੀਂ ਸੀ ਗਏ। ਉਹ ਡੇਰੇ ਵਿੱਚ ਹੀ ਗਮ ਵਾਚਣ ਲੱਗੇ। ਹੁਣ ਦੇਖੋ 2 ਲੋਕ ਹੋਰ ਸੀਗੇ, ਉਹਨਾਂ ਦਾ ਨਾਮ ਲਿਖਿਆ ਗਿਆ ਇੱਥੇ, ਉਹ ਵੀ ਅਗੰਮ ਵਾਚਣ ਲੱਗ ਪਏ। ਜਦੋਂ ਅਗੰਮ ਵਾਚਣ ਲੱਗ ਪਏ ਤਾਂ ਫਿਰ ਕੀ ਹੋਇਆ? ਕੋਈ ਇਨਸਾਨ ਨੇ ਦੇਖਿਆ ਕਿ 2 ਲੋਕ ਤਾਂ ਅਗੰਮ ਵਾਚ ਰਹੇ ਨੇ ਤੇ ਬਾਕੀ ਜਿਹੜੇ ਲੋਕ ਵਾਚਦੇ ਸੀ ਉਹ ਤਾਂ ਚੁੱਪ ਕਰ ਗਏ, ਲੇਕਿਨ ਇਹਦਾ ਲਗਾਤਾਰ ਬੋਲ ਰਹੇ ਨੇ। ਫਿਰ ਅੱਗੇ ਤਾਂ ਇੱਕ ਗੱਭਰੂ ਨੇ ਨੱਸ ਕੇ ਮੂਸਾ ਨੂੰ ਦੱਸਿਆ ਤੇ ਆਖਿਆ ਕਿ ਅਲਦਾਦ ਅਤੇ ਮੇਦਾਦ ਡੇਰੇ ਵਿੱਚ ਗਮ ਵਾਚਦੇ ਹਨ। ਇੱਕ ਇਨਸਾਨ ਦੌੜਿਆ ਗਿਆ। ਕਿਹਦੇ ਕੋਲ ਗਿਆ? ਆਪਣੇ ਉਸਤਾਦ ਕੋਲ ਗਿਆ, ਆਪਣੇ ਗੁਰੂ ਕੋਲ ਗਿਆ। ਜਾ ਕੇ ਦੱਸ ਰਿਹਾ, ਮੂਸਾ ਸਵਾਮੀ ਗੁਰੂ ਦੇਖ ਡੇਰੇ ਦੇ ਵਿੱਚ 2 ਲੋਕ ਨੇ, ਅਲਦਾਦ, ਕੀ ਨਾਮ ਹੈ? ਅਲਦਾਦ ਅਤੇ ਮੇਦਾਦ। ਉਹ ਡੇਰੇ ਵਿੱਚ ਕੀ ਕਰ ਰਹੇ ਨੇ? ਅਗੰਮ ਵਾਚ ਰਹੇ ਨੇ। ਹੁਣ ਗੱਲ ਨੂੰ ਬਹੁਤ ਧਿਆਨ ਨਾਲ ਸਮਝਣਾ ਕਿ ਗੱਲ। ਫਿਰ ਅੱਗੇ ਕੀ ਲਿਖਿਆਗਾ? ਤਾਂ ਨੂਨ ਦੇ ਪੁੱਤਰ ਯਹੋਸ਼ੁਆ ਨੇ ਹਾਂ। ਜਿਹੜਾ ਮੂਸਾ ਦਾ ਸੇਵਕ ਅਤੇ ਉਸ ਦੇ ਚੋਣਵਿਆਂ ਵਿੱਚੋਂ ਸੀ ਉੱਤਰ ਦਿੱਤਾ ਕਿ हे ਮੂਸਾ ਮੇਰੇ ਸੁਆਮੀ ਜੀ, ਉਹਨਾਂ ਨੂੰ ਵਰਜ ਦਿਓ। ਦੇਖੋ ਜੋ ਚੁਣਿਆ ਹੋਇਆਗਾ ਕੌਣ? ਯਹੋਸ਼ੁਆ। ਉਹ ਕਹਿ ਰਿਹਾਗਾ ਸਵਾਮੀ ਉਸਤਾਦ ਜੀ ਇਹਨਾਂ ਨੂੰ ਰੋਕ ਦੇ, ਇਹ ਅਗੰਮ ਨਾ ਵਾਚਣ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਇਹ ਅਗੰਮ ਨਾ ਵਾਚਣ। ਫਿਰ ਪੜੋ ਅੱਗੇ। ਪਰ ਮੂਸਾ ਨੇ ਉਹਨੂੰ ਆਖਿਆ, ਦੇਖੋ ਮੂਸਾ ਦਾ ਉੱਤਰ ਕਿੰਨਾ ਸਿੱਧਾ, ਸਪਸ਼ਟ ਔਰ ਕਿੰਨਾ ਪਰਫੈਕਟ ਉੱਤਰ ਹੈ। ਕੀ ਲਿਖਿਆਗਾ? ਪਰ ਮੂਸਾ ਨੇ ਉਹਨੂੰ ਆਖਿਆ, ਕਿਹਨੂੰ ਆਖਿਆ? ਯਹੋਸ਼ੁਆ ਨੂੰ ਆਖਿਆ। ਹਾਂ, ਕੀ ਤੂੰ ਮੇਰੇ ਲਈ ਖਿੱਚਦਾ ਹੈ? ਤੂੰ ਮੇਰੇ ਲਈ ਕਿਉਂ ਖਿੱਚਦਾਂਗਾ? ਹਾਂ, ਕਾਸ਼ ਕਿ ਯਹੋਵਾ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਹੋਵਾ ਆਪਣਾ ਆਤਮਾ ਉਹਨਾਂ ਉੱਤੇ ਪਾਉਂਦਾ। ਕਾਸ਼, ਹਾਲੇਲੂਇਆ, ਕਾਸ਼ ਯਹੋਵਾ ਦੇ ਸਾਰੇ ਲੋਕ ਕੀ ਹੁੰਦੇ? ਨਬੀ ਹੁੰਦੇ ਔਰ ਯਹੋਵਾ ਆਪਣਾ ਆਤਮਾ ਉਹਨਾਂ ਦੇ ਉੱਪਰ ਪਾਉਂਦਾ। ਗੱਲ ਬਹੁਤ ਧਿਆਨ ਨਾਲ ਸੁਣੋ। ਇੱਕ ਉਸਤਾਦ, ਇੱਕ ਗੁਰੂ ਕੀ ਸੋਚਦਾਗਾ? ਆਪਣੇ ਚੇਲੇ ਦੇ ਲਈ, ਆਪਣੇ ਸ਼ਾਗਿਰਦ ਦੇ ਲਈ ਕੀ ਸੋਚਦਾਗਾ? ਉਹ ਕੀ ਕਰੇ? ਉਹ ਇਹ ਕੰਮ ਕਰੇ। ਇੱਕ ਵਾਰ ਫਿਰ ਪੜੋ ਜੀ ਨੂੰ 29 ਨੂੰ। ਪਰ ਮੂਸਾ ਨੇ ਉਹਨੂੰ ਆਖਿਆ, ਕੀ ਤੂੰ ਮੇਰੇ ਲਈ ਖਿੱਚਦਾ ਹੈ? ਦੇਖੋ ਮੂਸਾ ਦਾ ਯਹੋਸ਼ੁਆ ਨੂੰ ਝਿੜਕ ਰਿਹਾਗਾ। ਇਹ ਯਹੋਸ਼ੁਆ ਤੂੰ ਕਿਉਂ ਗੁੱਸਾ ਕਰ ਰਿਹਾਗਾ? ਤੂੰ ਕਿਉਂ ਖਿੱਚ ਰਿਹਾਗਾ? ਇਹ ਤੇਰਾ ਕੰਮ ਨਹੀਂ ਖਿੱਚਣਾ, ਲੇਕਿਨ ਮੈਂ ਕੀ ਚਾਹਣਾਗਾ? ਪੜੋ ਜੀ। ਕਾਸ਼ ਕਿ ਯਹੋਵਾ ਦੇ ਸਾਰੇ ਲੋਕ ਨਬੀ ਹੁੰਦੇ। ਮੈਂ ਚਾਹਣਾਗਾ ਕਿ ਪਰਮੇਸ਼ਵਰ ਦੇ ਸਾਰੇ ਲੋਕ ਕੀ ਹੋਣ? ਨਬੀ ਹੋਣ। ਮੈਂ ਤਾਂ ਚਾਹਾਂਗਾ ਕਿ ਸਾਰੇ ਲੋਕ ਬੋਲਣ। ਮੈਂ ਤਾਂ ਚਾਹਾਂਗਾ ਸਾਰੇ ਲੋਕਾਂ ਦਾ ਇਸਤੇਮਾਲ ਹੋਵੇ। ਇਹ ਤਾਂ ਮੈਂ ਚਾਹਣਾਗਾ। ਅਗਰ ਜਦੋਂ ਉਸਤਾਦ ਚਾਹੇ, ਅਗਰ ਜਦੋਂ ਸੇਵਕ ਚਾਹੇ ਤਾਂ ਫਿਰ ਕੀ ਹੈ? ਜਦੋਂ ਇਸਤੇਮਾਲ ਹੋਏਗਾ ਤਾਂ ਫਿਰ ਪਰਫੈਕਟ ਹੋਏਗਾ। ਜਦੋਂ ਇਨਸਾਨ ਖੁਦ ਤੋਂ ਚਾਹੇ ਕਿ ਮੈਂ ਕੁਝ ਕਰਾਂ, ਮੇਰਾ ਹੋਵੇ, ਮੇਰਾ ਨਾਮ ਹੋਵੇ, ਹੁਣ ਮੈਂ ਜਾ ਕੇ ਖੜਾ ਹੋ ਕੇ ਪ੍ਰਚਾਰ ਕਰਾਂ, ਤਾਂ ਫਿਰ ਗੜਬੜੀ ਹੈ।
ਇੱਥੇ ਕੀ ਲਿਖਿਆ ਫਿਰ ਪੜੋ। ਕਾਸ਼ ਕੇ ਯਹੋਵਾ ਦੇ ਸਾਰੇ ਲੋਕ ਪਰ मूसा ने ਉਹਨੂੰ ਆਖਿਆ ਕੀ ਤੂੰ ਮੇਰੇ ਲਈ ਖਿਜਦਾ ਹੈ? ਕਾਸ਼ ਕੇ ਯਹੋਵਾ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਹੋਵਾ ਆਪਣਾ ਆਤਮਾ ਉਹਨਾਂ ਉੱਤੇ ਪਾਉਂਦਾ। ਦੇਖੋ, ਕਾਸ਼ ਯਹੋਵਾ ਦੇ ਸਾਰੇ ਲੋਕ ਕੀ ਹੁੰਦੇ? ਨਬੀ ਹੁੰਦੇ। ਔਰ ਯਹੋਵਾ ਕੀ ਆਪਣਾ ਆਤਮਾ ਸਾਰਿਆਂ ਦੇ ਉੱਪਰ ਪਾਉਂਦਾ। ਹਾਲੇਲੂਇਆ। ਦੇਖੋ, ਇੱਕ ਚੰਗਾ ਉਸਤਾਦ, ਇੱਕ ਚੰਗਾ ਗੁਰੂ, ਇੱਕ ਚੰਗਾ ਸਿਖਾਉਣ ਵਾਲਾ, ਇੱਕ ਚੰਗਾ ਟੀਚਰ ਕੀ ਚਾਹੁੰਦਾਗਾ ਕਿ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਕੀ ਹੋਵੇ? ਇਸਤੇਮਾਲ ਹੋਵੇ। ਤੁਸੀਂ ਬਾਹਰ ਜਾਂਦੇ ਹੋ, ਚਰਚਾ ਵਿੱਚ ਜਾਂਦੇ ਹੋ, ਲੋਕਾਂ ਵਿੱਚ ਦੇਖਦੇ ਹੋ, ਸੰਗਤਾਂ ਵਿੱਚ ਦੇਖਦੇ ਹੋ, ਕਦੇ ਕੋਈ ਕਿਸੇ ਨੂੰ ਮੌਕਾ ਨਹੀਂ ਦਿੰਦਾ। ਲੇਕਿਨ ਮੇਰੇ ਕੋਲ ਦੀ ਸੰਗਤ ਦੇ ਵਿੱਚ ਇੱਥੇ ਕਿਹਾ ਜਾਂਦਾਗਾ, ਭਾਈ ਸਮਾਂ ਕੱਢੋ, ਬੋਲੋ 5 ਮਿੰਟ, 10 ਮਿੰਟ, 15 ਮਿੰਟ, 20 ਮਿੰਟ ਬੋਲੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੁਝ ਕਰੋ। ਲੇਕਿਨ ਸੇਵਕ ਦੇ ਸਾਹਮਣੇ, ਦਾਸ ਦੇ ਸਾਹਮਣੇ ਕੁਝ ਨਹੀਂ ਕਰਨਾ। ਪਿੱਛੋਂ ਕੰਡੀ ਸਭ ਕੁਝ ਕਰਨਗੇ। ਪਿਛਲੇ ਦਿਨਾਂ ਦੇ ਵਿੱਚ ਸਾਡੇ ਵਿਚਕਾਰ ਭਾਈ ਮਲਕੀਤ ਕੋਨੇ ਦੇ ਘਰੇ ਜਾਣਾ ਹੋਇਆ। ਮੰਗਲਵਾਰ ਆਏ ਸੀਗੇ, ਮੰਗਲਵਾਰ ਗਏ ਸੀ ਇਹਨਾਂ ਦੇ ਘਰੇ, ਸ਼ਾਇਦ ਪਾਸਟਰ ਜੀ ਨਾਲ ਸੀਗੇ। ਹਾਂ, ਪਾਸਟਰ ਜੀ ਨਾਲ ਸੀਗੇ। ਬੈਠੇ ਬੈਠੇ ਗੱਲ ਨਿਕਲੀ ਕੋਈ। ਮੈਂ ਕਹਿ ਬੈਠਾ ਇਹਨਾਂ ਨੂੰ, ਮੈਂ ਕਹਿੰਦਾ ਦੇਖੋ ਜੀ, ਤੁਸੀਂ ਅੱਜ ਮੰਗਲਵਾਰ ਨੂੰ ਵਚਨ ਦਿਓ। ਮੈਨੂੰ ਨਹੀਂ ਪਤਾ ਮੈਂ ਕਿਹੜੇ ਮਤਲਬ ਕਿਸ ਤਰ੍ਹਾਂ ਕਹਤਾ, ਵਚਨ ਦੇ ਦਿਓ। ਔਰ ਯਕੀਨ ਕਰੋ, ਇਹ ਵੀ ਤਿਆਰ ਸੀਗੇ, ਕਾਫੀ ਖੁਸ਼ ਹੋ ਗਏ। ਕਹਿੰਦਾ ਠੀਕ ਹੈ ਜੀ। ਤੇ ਮੈਂ ਜੇ ਕੋਈ ਬਾਤ ਘਾਟ ਹੋਈ ਨਾ, ਅਸੀਂ ਬੈਠੇ ਹਾਂ, ਕੋਈ ਬਾਤ ਨਹੀਂ, ਫਿਕਰ ਨਾ ਕਰੋ, ਜੋ ਤੁਸੀਂ ਬੋਲਣਾ, ਜਿਵੇਂ ਬੋਲਣਾਗਾ, ਸਾਨੂੰ ਪਤਾ ਵਚਨ ਬੋਲੇਗਾ। ਇੱਥੇ ਕਰਕੇ ਗੀਤ ਗਾਉਣ ਨਹੀਂ ਲੱਗਿਆ ਹੋ, ਨਾ ਗਾਲਾਂ ਕੱਢੇ ਇੱਥੇ, ਵਚਨ ਬੋਲਿਓ। ਅਗਰ ਕੋਈ ਗੱਲਬਾਤ ਹੋਈ ਤਾਂ ਅਸੀਂ ਬੈਠੇ ਹਾਂ, ਕੋਈ ਬਾਤ ਨਹੀਂ। ਚਲੋ ਬੁੱਧਵਾਰ, ਮੰਗਲਵਾਰ ਤਾਂ ਨਹੀਂ, ਬੁੱਧਵਾਰ ਵਚਨ ਦਿੱਤਾ ਉਹਨਾਂ ਨੇ। ਲੇਕਿਨ ਸਾਨੂੰ ਅਨੰਤ ਆਉ ਨਾ, ਸਾਨੂੰ ਅਨੰਤ ਆਊਗਾ। ਭਾਈ ਸ਼ਿੰਦਰ ਨੂੰ ਕਈ ਵਾਰ ਕਿਹਾ, ਮਾਮਾ ਮਲਕੀਤ ਸਾਡੇ ਵਿੱਚ, ਇਹਨਾਂ ਨੂੰ ਕਈ ਵਾਰ ਕਿਹਾ, ਬੱਚਾ ਜੈਕੀ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਅੱਗੇ ਵਧਣ। ਮੂਸਾ ਨੇ ਕੀ ਕਿਹਾ ਸੀਗਾ? ਇਹ ਜੋਸ਼ੂਆ, ਤੂੰ ਕਿਉਂ ਖਿੱਚਦਾਂਗਾ? ਮੈਂ ਤਾਂ ਚਾਹੁੰਦਾ ਸਾਰੇ ਹੀ ਕਰਨ, ਸਾਰੇ ਕੰਮ ਵਾਚਣ, ਤੂੰ ਕਿਉਂ ਖਿੱਚਦਾਂਗਾ? ਲੇਕਿਨ ਕੋਈ ਗਲਤ ਰੀਤੀ ਨਾਲ ਵਧ ਰਿਹਾਗਾ, ਗਲਤ ਰੀਤੀ ਨਾਲ ਵਧਣਾ ਚਾਹੁੰਦਾਗਾ, ਹੁਸ਼ਿਆਰੀ ਕਰਦਾਗਾ, ਚਤਰਾਈ ਕਰਦਾਗਾ, ਜਾਂ ਕੋਈ ਗੜਬੜੀ ਕਰਦਾਗਾ, ਤਾਂ ਉਹ ਆਪਣਾ ਨੁਕਸਾਨ ਖੁਦ ਕਰ ਰਿਹਾਗਾ। ਇਹ ਮੈਨੂੰ ਨਹੀਂ ਪਤਾ ਕੀ ਗੱਲਬਾਤ ਆ, ਲੇਕਿਨ ਪਰਮੇਸ਼ਰ ਨੇ ਜੋ ਦਿੱਤਾਗਾ ਮੈਂ ਉਹ ਦੱਸ ਰਿਹਾਗਾ। ਅਗਰ ਕੋਈ ਇਨਸਾਨ ਐਸਾ ਪਲਾਨ ਬਣਾ ਕੇ ਬੈਠਾਗਾ, ਠੀਕ ਆ, ਕੁਝ ਵੀ ਕਰ ਸਕਦਾਗਾ, ਲੇਕਿਨ ਬਾਅਦ ਦੇ ਵਿੱਚ ਜ਼ਿੰਮੇਵਾਰ ਉਹ ਖੁਦ ਹੈ। ਅਗਰ ਉਹ ਆਪਣੇ ਆਗੂ ਦੀ ਅਧੀਨਤਾ ਵਿੱਚ ਹੈ, ਉਹਦੀ ਆਗਿਆਕਾਰੀ ਵਿੱਚ ਹੈ, ਪਰਮੇਸ਼ਵਰ ਚਾਹੇ ਤਾਂ ਉਹਦਾ ਬਹੁਤ ਤਾਕਤ ਨਾਲ ਇਸਤੇਮਾਲ ਹੋ ਕਰ ਸਕਦੇ ਨੇ। ਲੇਕਿਨ ਆਗਿਆ ਪਰਮੇਸ਼ਵਰ ਦੀ ਹੈ ਕਿ ਆਪਣੇ ਆਗੂਆਂ ਦੀ ਆਗਿਆਕਾਰੀ ਕਰ, ਉਹਦੀ ਅਧੀਨਤਾ ਵਿੱਚ ਰਹਿ। ਔਰ ਸੇਵਕ ਨੂੰ ਪਤਾਗਾ ਕਿ ਕਿੱਥੇ ਮੈਂ ਇਸਤੇਮਾਲ ਕਰਨਾਗਾ ਔਰ ਕਿਵੇਂ ਇਸਤੇਮਾਲ ਕਰਨਾਗਾ। ਹਾਲੇਲੂਇਆ। ਹੁਣ ਜੋ ਮੂਸਾ ਸੀਗਾ, ਚਾਹੇ ਉਹਦੇ ਨਾਲ ਬਹੁਤ ਨੇੜੇ ਸੀਗਾ ਉਹਦਾ ਚੇਲਾ, ਕੌਣ? ਯਹੋਸ਼ੂਆ, ਬਹੁਤ ਨੇੜੇ ਸੀਗਾ, ਬਹੁਤ ਨੇੜੇ। ਲੇਕਿਨ ਹੁੰਦਾ ਸੀ ਕੀ ਸੀਗਾ, ਜਦੋਂ ਉਹਨੇ ਵੀ ਕੁਝ ਐਸੇ ਸ਼ਬਦ ਬੋਲ ਦਿੱਤੇ ਨਾ, ਤਾਂ ਉਹਨੇ ਲਿਹਾਜ਼ ਨਹੀਂ ਕਰੀ ਉਹਦੀ। ਇਹ ਯਹੋਸ਼ੂਆ, ਤੂੰ ਕਿਉਂ ਖਿੱਚਦਾ ਬਈ? ਤੂੰ ਕਿਉਂ ਪਰੇਸ਼ਾਨ ਹੋਣਾ ਮੇਰੇ ਲਈ? ਮੈਂ ਤਾਂ ਚਾਹੁੰਦਾ ਕਿ ਸਾਰੇ ਹੀ ਕਰਨ। ਦੇਖੋ, ਪਰਮੇਸ਼ਰ ਦਾਸ ਇਹ ਚੀਜ਼ ਚਾਹੁੰਦਾ ਹੈ ਕਿ ਸਾਰੇ ਕਰਨ, ਲੇਕਿਨ ਕਿਵੇਂ ਕਰਨ? ਕਮ ਸੇ ਕਮ ਸੇਵਕ ਨਾਲ ਮਿਲ ਕੇ ਤਾਂ ਕਰੋ, ਸੇਵਕ ਦੀ ਅਧੀਨਤਾ ਵਿੱਚ ਰਹਿ ਕੇ ਤਾਂ ਕਰੋ। ਉਹ ਕਰੇਗਾ ਇਸਤੇਮਾਲ ਤੁਹਾਡਾ। ਜਿੱਥੇ ਪਰਮੇਸ਼ਰ ਕਹੇਗਾ ਉੱਥੇ ਇਸਤੇਮਾਲ ਕਰੇਗਾ, ਜਿੱਥੇ ਨਹੀਂ ਕਹੇਗਾ ਉੱਥੇ ਚੁੱਪ ਰਹੋ। ਲੇਕਿਨ ਜਿਹਨੇ ਪਰਮੇਸ਼ਰ ਦੇ ਦਾਸ ਨਾਲ ਕੁਝ ਗੜਬੜੀ ਕੀਤੀ ਤਾਂ ਉਹ ਜ਼ਿਆਦਾ ਲੰਬਾ ਨਹੀਂ ਚੱਲਿਆ, ਉਹਦਾ ਜ਼ਿਆਦਾ ਲੰਬਾ ਜੀਵਨ ਨਹੀਂ ਰਿਹਾ। ਉਹ ਨਾਲ ਦੀ ਨਾਲ ਚੱਲ ਵਸਿਆ, ਜਾਂ ਫਿਰ ਉਹਦੇ ਜੀਵਨ ਦੇ ਵਿੱਚ ਕੋਈ ਗੜਬੜੀ ਆ ਗਈ। ਕਹਿਣ ਦਾ ਮਤਲਬ ਕਿ ਪਰਮੇਸ਼ਰ ਦਾਸ ਨਾਲ ਚਤਰਾਈ ਨਹੀਂ, ਪਰਮੇਸ਼ਰ ਦਾਸ ਨਾਲ ਹੁਸ਼ਿਆਰੀ ਨਹੀਂ। ਉਸਤਾਦ ਹੈ ਤੇ ਚੇਲਾ ਦਾ, ਗੁਰੂ ਹੈ। ਲੇਕਿਨ ਜੋ ਕੰਮ ਤੁਹਾਡਾ ਗਾ, ਸਿਰਫ ਉਸ ਕੰਮ ਦੇ ਉੱਪਰ ਧਿਆਨ ਦਿਓ। ਔਰ ਰਸੂਲਾਂ 5 ਅਧਿਆਇ ਦੇ ਵਿੱਚ ਵੀ ਲਿਖਿਆ ਗਿਆ। ਇਹ ਘਰ ਦੇ ਵਿੱਚ ਮੈਨੂੰ ਕਹਿੰਦੇ ਹੁੰਦੇ ਨੇ, ਕਿਉਂਕਿ ਜ਼ਿਆਦਾਤਰ ਜਦੋਂ ਸਬਜੈਕਟ ਸਿੱਖਦੇ ਅਸੀਂ, ਇਹ ਹਨਨਿਆ ਔਰ ਸਫੀਰਾ, ਇਹ ਸਬਜੈਕਟ ਵਿੱਚ ਤਾਂ ਪੱਕੇ ਆਉਂਦੇ ਹੀ ਆਉਂਦੇ ਨੇ। ਮੈਨੂੰ ਤਾਂ ਘਰ ਦੇ ਵਿੱਚ ਕਹਿੰਦੇ ਨੇ, ਜੇ ਤੈਨੂੰ ਕਿਤੇ ਮਿਲ ਗਿਆ ਨਾ ਹਨਨਿਆ ਸਫੀਰਾ,
ਤੈਨੂੰ ਫੜ ਲੈਣਾ ਉਹਨਾਂ ਨੇ ਵੀ ਸਾਡੀ ਤਾਂ ਗਲਤੀ ਵੀ ਨਹੀਂ ਸੀਗੀ ਜਿੰਨਾ ਤੂੰ ਸਾਨੂੰ ਹਰ ਵਾਰ ਸਾਨੂੰ ਦੱਸ ਦਿੰਨਾਗਾ ਹਰ ਵਾਰ ਸਾਨੂੰ ਦੱਸ ਦਿੰਨਾਗਾ ਐਸਾ ਕੋਈ ਵਚਨ ਹੈ ਹੀ ਨਹੀਂ ਜਿੱਥੇ ਤੂੰ ਹੁਣ ਸਿਫਰਾਂ ਨੂੰ ਫਿੱਟ ਨਹੀਂ ਕਰਦਾ ਔਰ ਮੈਂ ਸਹੀ ਕਰਾਂ ਵੀ ਕਿ ਇਹ ਆ ਹੀ ਜਾਂਦੇ ਨੇ ਮੈਂ ਕਦੋਂ ਲੈ ਕੇ ਆਉਂਦਾ ਇਹਨਾਂ ਨੂੰ ਹੁਣ ਆਟੋਮੈਟਿਕ ਆ ਜਾਂਦੇ ਨੇ ਜੇ ਪਰਮੇਸ਼ਰ ਦੇ ਅੰਦਰ ਆ ਜਾਂਦੇ ਨੇ ਹੁਣ ਦੇਖੋ ਇਹਨਾਂ ਨੇ ਕੀ ਕੀਤਾ ਸੀਗਾ ਜ਼ਮੀਨ ਵੇਚੀ ਕੋਈ ਆਗਿਆ ਨਹੀਂ ਸੀਗੀ ਜ਼ਮੀਨ ਵੇਚ ਕੇ ਪੈਸੇ ਲੈ ਕੇ ਆਓ ਕੋਈ ਆਗਿਆ ਨਹੀਂ ਸੀਗੀ ਔਰ ਜ਼ਮੀਨ ਵੇਚ ਕੇ ਸਾਰੇ ਲੈ ਕੇ ਆਓ ਇਹ ਵੀ ਕੋਈ ਆਗਿਆ ਨਹੀਂ ਸੀਗੀ ਲੇਕਿਨ ਹੋਇਆ ਕਿ ਦੋਹਾਂ ਜੀਆਂ ਨੇ ਸਲਾਹ ਕਰੀ ਚਲੋ ਆਪਾਂ ਵੀ ਇਦਾਂ ਕਰਦੇ ਆ ਜਿਸ ਤਰ੍ਹਾਂ ਦੂਜੇ ਲੋਕ ਕਰਦੇ ਨੇ ਜ਼ਮੀਨ ਵੇਚ ਕੇ ਆਪਾਂ ਵੀ ਸਾਰਾ ਪੈਸਾ ਉੱਥੇ ਦੇ ਦਿੰਦੇ ਆ ਤੇ ਸਾਡੀ ਸਾਰੀ ਜ਼ਿੰਦਗੀ ਦੀ ਜੋ ਟੈਨਸ਼ਨ ਹੈ ਉਹ ਪਰਮੇਸ਼ਰ ਦੇ ਦਾਸ ਨੂੰ ਰਹੇਗੀ ਤਾਂ ਦੇਖੋ ਇਹਨਾਂ ਨੇ ਜ਼ਮੀਨ ਵੇਚਤੀ ਔਰ ਜ਼ਮੀਨ ਵੇਚਣ ਤੋਂ ਬਾਅਦ ਕੀ ਹੋਇਆ ਪੈਸਾ ਜ਼ਿਆਦਾ ਮਿਲ ਗਿਆ ਮਨ ਦੇ ਵਿੱਚ ਲਾਲਚ ਆ ਗਿਆ ਲਾਲਚ ਆਉਣ ਤੋਂ ਬਾਅਦ ਕੀ ਹੋਇਆ ਲਾਲਚ ਆਉਣ ਤੋਂ ਬਾਅਦ ਕੀ ਹੋਇਆ ਸਲਾਹ ਕਰੀ ਇੰਨਾ ਪੈਸਾ ਦਿੱਤਾ ਸਾਡਾ ਕੀ ਬਣੇਗਾ ਸਾਡੇ ਬੁਢਾਪੇ ਦਾ ਕੀ ਬਣੇਗਾ ਹੁਣ ਥੋੜੇ ਜਿਹੇ ਪੈਸੇ ਦੇ ਆਉਣੇ ਆ ਬਾਕੀ ਆਪਣੇ ਕੋਲ ਰੱਖ ਲੈਂਦੇ ਆ ਤਾਂ ਚਲੋ ਹਨਨਿਆ ਗਿਆ ਜਾ ਕੇ ਗੱਲ ਕਰ ਰਿਹਾ ਹੈਗਾ ਮੇਰਾ ਪੜੋ ਵਚਨ ਨੂੰ ਰਸੂਲਾਂ ਉਹਦਾ 5 ਰਿਹਾ ਉਹ ਪੜੋ ਤੁਸੀਂ ਮੇਰੇ ਨਾਲ 3 ਵਚਨ ਤਾਂ ਪਤਰਸ ਨੇ ਆਖਿਆ ਹਨਾਨਿਆ ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇ ਦੇਖੋ ਪਤਰਸ ਕੋਲ ਆ ਗਿਆ ਕੀ ਕਰਕੇ ਆਏਗਾ ਝੂਠ ਬੋਲ ਕੇ ਆਏਗਾ ਵੀ ਆਪਾਂ ਇਦਾਂ ਦਾ ਕਰਾਂਗੇ ਫਿਰ ਪਰਮੇਸ਼ਰ ਦਾਸ ਕੀ ਹੈ ਹੁਣ ਤਾਂ ਪਰਮੇਸ਼ਰ ਨੇ ਦੱਸ ਦਿੱਤਾ ਉਹ ਕੌਣ ਹੈ ਉਹ ਤਾਂ ਉਸਤਾਦ ਹੈ ਉਹ ਕੌਣ ਹੈ ਉਹ ਤਾਂ ਗੁਰੂ ਹੈ ਇਹ ਕੌਣ ਨੇ ਇਹ ਤਾਂ ਚੇਲੇ ਨੇ ਚੇਲੇ ਵੀ ਕਿਹੜੇ ਜਿਹੜੇ ਪਤਰਸ ਕੋਲ ਸਿੱਖੇ ਹੋਏ ਨੇ ਚੇਲੇ ਵੀ ਕਿਹੜੇ ਜਿਨ੍ਹਾਂ ਨੇ ਪਤਰਸ ਦੇ ਕੋਲੋਂ ਔਰ ਜੋ ਰਸੂਲ ਸੀਗੇ ਉਹਨਾਂ ਕੋਲ ਬਪਤਿਸਮਾ ਲਿਆ ਹੋਇਆਗਾ ਉਹਨਾਂ ਨਾਲ ਕੀ ਕਰ ਰਹੇ ਨੇ ਹੁਸ਼ਿਆਰੀ ਕਰ ਰਹੇ ਨੇ ਹੁਣ ਦੇਖੋ ਅੱਗੇ ਗੱਲ ਕਹੀ ਹੋਊਗੀ ਲੋਕ ਉਸਤਾਦ ਜੀ ਗੁਰੂ ਜੀ ਜਾਂ ਪਤਰਸ ਜੀ ਅਸੀਂ ਪੈਸੇ ਲੈ ਕੇ ਆਏ ਹਾਂ ਤਾਂ ਪਤਰਸ ਨੂੰ ਪਤਾ ਲੱਗਿਆ ਪਤਰਸ ਕੀ ਜ਼ਮੀਨ ਇਹਨੇ ਦੀ ਵੇਚੀ ਹੈ ਤਾਂ ਉਹਨੇ ਕੀ ਕਿਹਾ ਹਾਂ ਇਹਨੇ ਦੀ ਵੇਚੀ ਹੈ ਤਾਂ ਪਤਰਸ ਨੇ ਕਿਹਾ ਨਨਿਆ ਸ਼ੈਤਾਨ ਤੇਰੇ ਮਨ ਦੇ ਵਿੱਚ ਕਿਉਂ ਸਮਾ ਗਿਆ ਦੇਖੋ ਜਦੋਂ ਇਹਨੇ ਬਪਤਿਸਮਾ ਲਿਆ ਹੋਊਗਾ ਉਸ ਤੋਂ ਪਹਿਲਾਂ ਇਹਦੇ ਜੀਵਨ ਦੇ ਝੂਠ ਵੀ ਹੋਊਗਾ ਹੋ ਸਕਦਾ ਲਾਲਚ ਵੀ ਹੋਵੇ ਕੁਝ ਵੀ ਹੋਵੇ ਲੇਕਿਨ ਬਾਅਦ ਦੇ ਵਿੱਚੋਂ ਜਦੋਂ ਪਰਮੇਸ਼ਰ ਦੇ ਦਾਸ ਨੇ ਮਿਹਨਤ ਕਰੀ ਹੋਊਗੀ ਉਹ ਸਾਰੀ ਦੁਸ਼ਟ ਆਤਮਾ ਬਾਹਰ ਚਲੀ ਗਈ ਹੋਊਗੀ ਉਸ ਤੋਂ ਬਾਅਦ ਦੁਸ਼ਟ ਆਤਮਾ ਜਾਂਦਾ ਜਾਣਾ ਫਿਰ ਢੇਰ ਸਾਰੀਆਂ ਦੁਸ਼ਟ ਆਤਮਾ ਅੰਦਰ ਆ ਜਾਂਦੀਆਂ ਇਨਸਾਨ ਦੇ ਬਹੁਤ ਸਾਰੇ ਦੁਸ਼ਟ ਆਤਮਾ ਅੰਦਰ ਆ ਜਾਂਦੇ ਨੇ ਹੁਣ ਇਹਦੇ ਅੰਦਰ ਝੂਠ ਦੀ ਆਤਮਾ ਵੀ ਆ ਗਈ ਲਾਲਚ ਦੀ ਆਤਮਾ ਵੀ ਆ ਗਈ ਫਿਰ ਚਲਾਕੀ ਵਾਲੀ ਹੁਸ਼ਿਆਰੀ ਵਾਲੀ ਵੀ ਆ ਗਈ ਤਾਂ ਫਿਰ ਦੇਖੋ ਕੀ ਕਿਹਾ ਕਿ ਸ਼ੈਤਾਨ ਤੇਰੇ ਅੰਦਰ ਕਿਉਂ ਸਮਾ ਗਿਆ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਦੇਖੋ ਝੂਠ ਬੋਲ ਰਿਹਾਗਾ ਹਾਲੇਲੂਇਆ ਹਾਲੇਲੂਇਆ ਇਹਨੂੰ ਬਹੁਤ ਧਿਆਨ ਨਾਲ ਸੁਣਿਓ ਕੀ ਕਰ ਰਿਹਾਗਾ ਝੂਠ ਬੋਲੇ ਤੇ ਉਸ ਖੇਤ ਦੇ ਵਿੱਚੋਂ ਜੋ ਤਾਂ ਵੇਚਿਆਗਾ ਆਪਣੇ ਕੋਲ ਰੱਖ ਲਵੇਂ ਉਹਦੇ ਵਿੱਚ ਕੁਝ ਰੱਖ ਲਵੇਂ ਤਾਂ ਫਿਰ ਕੀ ਹੋਇਆ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਹਨਨਿਆ ਸੀਗਾ ਉਹ ਉੱਥੇ ਹੀ ਮਰ ਗਿਆ ਜਦ ਕਿ ਕੋਈ ਆਗਿਆ ਨਹੀਂ ਸੀਗੀ ਕਿ ਆਪਣਾ ਸਾਰਾ ਕੁਝ ਵੇਚ ਕੇ ਤੁਸੀਂ ਇੱਥੇ ਲੈ ਕੇ ਆਓ ਜਾਂ ਫਿਰ ਸਾਰਾ ਕੁਝ ਵੇਚ ਕੇ ਤੁਸੀਂ ਇੱਥੇ ਹੀ ਦੇਣਾਗਾ ਇਸ ਤਰ੍ਹਾਂ ਕੋਈ ਆਗਿਆ ਨਹੀਂ ਸੀਗੀ ਜਿੰਨੇ ਦਾ ਵਿਕ ਗਿਆਗਾ ਉਹਦੇ ਵਿੱਚ ਤੁਸੀਂ ਜਿੰਨਾ ਦੇਣਾ ਦੇ ਦਿਓ ਕੋਈ ਬਾਤ ਨਹੀਂ ਦੇਣਾ ਤਾਂ ਵੀ ਕੋਈ ਬੜੀ ਬਾਤ ਨਹੀਂ ਹੈ ਲੇਕਿਨ ਤੁਸੀਂ ਝੂਠ ਬੋਲ ਰਹੇ ਹੋ ਔਰ ਪਰਮੇਸ਼ਰ ਦੇ ਦਾਸ ਨਾਲ ਚਤਰਾਈ ਕਰ ਰਹੇ ਹੋ ਪਰਮੇਸ਼ਰ ਦੇ ਦਾਸ ਨਾਲ ਹੁਸ਼ਿਆਰੀ ਕਰ ਰਹੇ ਹੋ ਪਰਮੇਸ਼ਰ ਦੇ ਦਾਸ ਨਾਲ ਤੁਸੀਂ ਧੋਖਾ ਕਰ ਰਹੇ ਹੋ ਉਹਦਾ ਖਾਮਿਆਜ਼ਾ ਉਸ ਨੂੰ ਭੁਗਤਣਾ ਪਿਆ ਕਿਉਂ ਮੰਨ ਕੇ ਚਲੋ 50000 ਉਹਨੂੰ ਦਿੱਤਾ 50000 ਕੋਲ ਰੱਖ ਲਿਆ ਖਾਣਾ ਪੀਣਾ ਕਿੱਥੇ ਹੈ ਪਤਰਸ ਕੋਲੋਂ ਜ਼ਿੰਮੇਵਾਰੀ ਕਿਹਦੀ ਹੈ ਪਤਰਸ ਦੀ ਕੱਲ ਨੂੰ ਬਿਮਾਰ ਠਮਾਰ ਹੋ ਗਏ ਕੱਲ ਨੂੰ ਕੋਈ ਸਮੱਸਿਆ ਆ ਗਈ ਕਿਹਨੂੰ ਫੜਾਂਗੇ ਪਤਰਸ ਨੂੰ ਫੜਾਂਗੇ ਪਤਰਸ ਕਰ ਹੱਲ ਪਤਰਸ ਕਰ ਇਦਾਂ ਕਿਉਂ ਅਸੀਂ ਤਾਂ ਤੇਰੇ ਨਾਲ ਜੁੜੇ ਹੋਏ ਆ ਪਤਰਸ ਅਸੀਂ ਤੇਰੇ ਕੋਲ ਆਉਣੇ ਆ ਅਸੀਂ ਤੇਰੇ ਕੋਲ ਸਾਰਾ ਕੁਝ ਦਿੱਤਾ ਹੋਇਆਗਾ ਤੇ ਬਾਕੀ ਜਿਹੜਾ ਘਰ 'ਚ ਰੱਖਿਆ ਹੋਇਆ ਉਹਦਾ ਕੀ ਬਣੂਗਾ ਮਤਲਬ ਇਹ ਕੀ ਹੈ ਇਹ ਹੁਸ਼ਿਆਰੀ ਸੀ ਉਹਦੀ ਇਹ ਚਤਰਾਈ ਸੀ ਉਹਦੀ ਉਸ ਤੋਂ ਬਾਅਦ ਜਦੋਂ ਉਹ ਮਰ ਗਿਆ ਤਾਂ 3 ਘੰਟਿਆਂ ਬਾਅਦ ਉਹਦੀ ਪਤਨੀ ਸਫੀਰਾ ਆਈ ਫਿਰ ਪੜੋ ਇਹਦਾ 7 ਵਚਨ ਤਾਂ 3 ਘੰਟਿਆਂ ਦੇ ਵਿੱਚ ਉਹਦੀ ਤੀਵੀਂ ਇਹ ਵੇਖਿਆ ਜਾਣ ਕੇ ਅੰਦਰ ਆਈ ਹਾਂ ਤਾਂ ਪਤਰਸ ਨੇ ਉਹਨੂੰ ਅੱਗੋਂ ਆਖਿਆ ਕਿ ਮੈਨੂੰ ਦੱਸ ਤੁਸੀਂ ਉਹ ਖੇਤ ਐਨੇ ਨੂੰ ਹੀ ਵੇਚਿਆ ਉਹ ਬੋਲੀ ਆਹੋ ਐਨੇ ਹੀ ਨੂੰ ਤਾਂ ਪਤਰਸ ਨੇ ਉਹਨੂੰ ਕਿਹਾ ਕਿਉਂ ਤੁਸੀਂ ਪ੍ਰਭੂ ਦੇ ਆਤਮਾ ਦੇ ਪ੍ਰਤਾਉਣ ਲਈ ਕਾ ਕੀਤਾ ਦੇਖ ਤੇਰੇ ਭਰਤਾ ਦੇ ਦੱਬਣ ਵਾਲਿਆਂ ਦੇ ਪੈਰ ਦਰ ਤੇ ਹਨ ਅਤੇ ਉਹ ਤੈਨੂੰ ਬਾਹਰ ਲੈ ਜਾਣਗੇ ਦੇਖੋ ਇਹਨਾਂ ਨੂੰ ਪਤਾ ਕਿ ਮੇਰਾ ਪਤੀ ਮਰ ਚੁੱਕਿਆਗਾ ਇਹ ਵੀ ਆਈ ਹਾਲੇ ਤੱਕ ਮੇਰੇ ਘਰ ਦੇ ਵਿੱਚ ਸਵਾਮੀ ਨਹੀਂ ਆਇਆ ਹਨਨਿਆ ਨਹੀਂ ਆਇਆ ਪਤਰਸ ਕੋਲ ਆਈ
ਤਾਂ ਪਤਰਸ ਨੇ ਫਿਰ ਪੁੱਛਿਆ, ਸਫੀਰਾ ਕੀ ਤੁਸੀਂ ਖੇਤ ਇਹਨੇ ਦੇ ਵਿੱਚ ਹੈਗਾ? ਉਹ ਕਹਿੰਦੀ ਆ ਇਹਨੇ ਦੇ ਵਿੱਚ ਹੈਗਾ। ਤਾਂ ਪਤਰਸ ਨੇ ਫਿਰ ਗੁੱਸੇ ਨਾਲ ਕਹਿਤਾ, ਤੁਸੀਂ ਪਵਿੱਤਰ ਆਤਮਾ ਨਾਲ ਝੂਠ ਮਾਰ ਰਹੇ ਹੋ, ਤੁਸੀਂ ਪਵਿੱਤਰ ਆਤਮਾ ਦੇ ਨਾਲ ਝੂਠ ਮਾਰ ਰਹੇ ਹੋ ਔਰ ਤੁਸੀਂ ਪ੍ਰਭੂ ਦੇ ਆਤਮਾ ਨੂੰ ਪਰਤਿਆ ਰਹੇ ਹੋ। ਦੇਖ ਤੇਰਾ ਜੋ ਪਤੀ ਮਰ ਚੁੱਕਿਆਗਾ, ਉਹਨੂੰ ਦੱਬਕ ਕੇ ਲੋਕ ਥੱਲੇ ਆ ਹੀ ਰਹੇ ਨੇ, ਉਹ ਦਰਵਾਜ਼ੇ ਤੱਕ ਵੀ ਨਹੀਂ ਪਹੁੰਚੇ, ਨਾਲ ਦੇ ਨਾਲ ਉਹ ਵੀ ਮਰ ਗਈ। ਕਿਹੜੇ ਕੰਮ ਦਾ ਪੈਸਾ, ਕਿਹੜੇ ਕੰਮ ਦੀ ਹੁਸ਼ਿਆਰੀ, ਕਿਹੜੇ ਕੰਮ ਦੀ ਚਲਾਕੀ, ਕਿਹੜੇ ਕੰਮ ਦੀ ਚਤਰਾਈ ਜਿਹੜੀ ਇਨਸਾਨ ਨੂੰ ਮਰਵਾ ਦੇਵੇ, ਜਿਹੜੇ ਇਨਸਾਨ ਨੂੰ ਫਸਾ ਦੇਵੇ। ਪਰਮੇਸ਼ਰ ਦੇ ਦਾਸ ਨਾਲ ਚਲਾਕੀ, ਪਰਮੇਸ਼ਰ ਦੇ ਦਾਸ ਨਾਲ ਹੁਸ਼ਿਆਰੀ ਉਹ ਮਹਿੰਗੀ ਪੈਂਦੀ ਹੈ। ਠੀਕ ਹੈ, ਤੁਸੀਂ ਬਣਾ ਸਕਦੇ ਹੋ ਬੁੱਧੂ ਪਰਮੇਸ਼ਰ ਦੇ ਦਾਸ ਨੂੰ, ਹੋ ਸਕਦਾ ਪਰਮੇਸ਼ਰ ਦਾ ਦਾਸ ਨਾ ਜਾਣਦਾ ਹੋਵੇ, ਲੇਕਿਨ ਇੱਕ ਗੱਲ ਯਾਦ ਰੱਖਿਓ, ਅਗਰ ਕਰ ਰਹੇ ਹੋ ਤਾਂ ਬਿਫਤਾ ਵਿੱਚ ਤੁਸੀਂ ਹੋ, ਮੁਸ਼ਕਲ ਦੇ ਵਿੱਚ ਤੁਸੀਂ ਹੋ। ਪਰਮੇਸ਼ਰ ਦਾ ਦਾਸ ਮੁਸ਼ਕਲ ਦੇ ਵਿੱਚ ਨਹੀਂ ਹੈ, ਪਰਮੇਸ਼ਰ ਦਾ ਦਾਸ ਬਿਫਤਾ ਦੇ ਵਿੱਚ ਨਹੀਂ ਹੈ, ਪਰਮੇਸ਼ਰ ਦਾ ਦਾਸ ਪਰੇਸ਼ਾਨੀ ਵਿੱਚ ਨਹੀਂ ਹੈ। ਜੋ ਕਰ ਰਿਹਾ ਹੈਗਾ ਉਹ ਬਿਫਤਾ ਵਿੱਚ ਪਿਆ ਹੋਇਆਗਾ। ਚਾਹੇ ਚਤਰਾਈ ਕਰ ਰਹੇ ਹੋ, ਚਾਹੇ ਝੂਠ ਬੋਲ ਰਹੇ ਹੋ, ਚਾਹੇ ਹੁਸ਼ਿਆਰੀ ਕਰ ਰਹੇ ਹੋ, ਕੁਝ ਵੀ ਕਰ ਰਹੇ ਹੋ, ਬਿਫਤਾ ਵਿੱਚ ਤੁਸੀਂ ਹੋ। ਕਿਉਂ? ਕਿਉਂਕਿ ਪਰਮੇਸ਼ਰ ਦਾ ਦਾਸ ਨੇ ਤੁਹਾਡੇ ਲਈ ਮਿਹਨਤ ਕੀਤੀ ਹੋਈ ਹੈ। ਉਹ ਸਾਰੀਆਂ ਦੁਸ਼ਟ ਆਤਮਾਵਾਂ ਤੁਹਾਡੇ ਜੀਵਨ ਦੇ ਵਿੱਚ ਇੱਕ ਵਾਰ ਤਾਂ ਪਰਮੇਸ਼ਰ ਦੇ ਦਾਸ ਦੁਆਰਾ ਗਈਆਂ ਹੋਈਆਂ ਨੇ, ਬਾਅਦ ਵਿੱਚ ਤੁਸੀਂ ਬੁਲਾ ਰਹੇ ਹੋ, ਲਾਲਚ ਲੈ ਕੇ ਆ ਰਹੇ ਹੋ, ਝੂਠ ਲੈ ਕੇ ਆ ਰਹੇ ਹੋ, ਠੱਗੀ ਲੈ ਕੇ ਆ ਰਹੇ ਹੋ, ਹੁਸ਼ਿਆਰੀ ਲੈ ਕੇ ਆ ਰਹੇ ਹੋ, ਕੁਝ ਵੀ ਲੈ ਕੇ ਆ ਰਹੇ ਹੋ, ਉਹ ਤੁਸੀਂ ਖੁਦ ਲੈ ਕੇ ਆ ਰਹੇ ਹੋ। ਉਸ ਤੋਂ ਬਾਅਦ ਤੁਸੀਂ ਫਿਰ ਪਰਮੇਸ਼ਰ ਦੇ ਦਾਸ ਕੋਲ ਨਹੀਂ ਆਉਣਾ ਚਾਹੁੰਦੇ, ਸੱਚੇ ਮਨ ਦੇ ਨਾਲ ਨਹੀਂ ਆਉਣਾ ਚਾਹੁੰਦੇ, ਤੋਬਾ ਕਰਦੇ ਹੋਏ, ਪਛਤਾਪ ਕਰਦੇ ਹੋਏ ਨਹੀਂ ਆਉਣਾ ਚਾਹੁੰਦੇ, ਉਹਦੇ ਜ਼ਿੰਮੇਵਾਰ ਤੁਸੀਂ ਹੋ। ਲੇਕਿਨ ਸਹੀ ਦੇ ਵਿੱਚ ਅਗਰ ਬਚਣਾ ਗਾ ਨਾ ਤਾਂ ਆਪਣੀ ਗਲਤੀ ਨੂੰ ਮੰਨੋ। ਹਨਨਿਆ ਤਾਂ ਸਫੀਰਾ ਨੇ ਗਲਤੀ ਕਰ ਲਈ ਸੀਗੀ, ਕਿਤੇ ਉਹ ਗਲਤੀ ਤੁਸੀਂ ਤਾਂ ਨਹੀਂ ਕਰ ਰਹੇ। ਉਹ ਚਤਰਾਈ, ਉਹ ਹੁਸ਼ਿਆਰੀ, ਉਹ ਝੂਠ, ਉਹ ਲਾਲਚ ਕਿਤੇ ਤੁਸੀਂ ਤਾਂ ਨਹੀਂ ਲੈ ਕੇ ਬੈਠੇ ਹੋ ਇੱਥੇ, ਉਹ ਤਾਂ ਨਾਸ਼ ਵਿੱਚ ਚਲੇ ਗਏ। ਲੇਕਿਨ ਤੁਹਾਡੇ ਕੋਲ ਤਾਂ ਸਮਾਂ ਹੈ ਨਾ, ਬਚ ਸਕਦੇ ਹੋ ਤੁਸੀਂ। ਉਹ ਇਸ ਤਰ੍ਹਾਂ ਨਹੀਂ ਮਰੇ ਸੀਗੇ, ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਏਦਾਂ ਏਦਾਂ ਕੀਤਾ ਤੁਸੀਂ ਨੇ, ਉਹ ਫਿਰ ਝੂਠ ਬੋਲ ਰਹੇ ਨੇ ਵੀ ਕਿਹੜਾ ਪਤਾ ਲੱਗਣਾ ਪਰਮੇਸ਼ਰ ਦੇ ਦਾਸ ਨੂੰ। ਲੇਕਿਨ ਯਾਦ ਰੱਖੋ, ਇਹ ਸਾਰਾ ਕੰਮ ਪਰਮੇਸ਼ਰ ਕਰਦੇ ਨੇ, ਪਰਮੇਸ਼ਰ ਕਰਦੇ ਨੇ ਸਾਰੇ ਕੰਮ। ਲੇਕਿਨ ਸਹੀ ਦੇ ਵਿੱਚ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਨਾ ਕਿ ਤੁਸੀਂ ਮੇਰੇ ਤੋਂ ਵੱਡੇ ਕੰਮ ਕਰੋ, ਮੇਰੇ ਤੋਂ ਵੱਡੇ ਕੰਮ ਕਰੋਗੇ, ਤਾਂ ਸਹੀ ਦੇ ਵਿੱਚ ਇੱਕ ਉਸਤਾਦ ਇਹੀ ਚਾਹੁੰਦਾਗਾ, ਇੱਕ ਗੁਰੂ ਇਹੀ ਚਾਹੁੰਦਾਗਾ, ਇੱਕ ਟੀਚਰ ਇਹੀ ਚਾਹੁੰਦਾਗਾ ਕਿ ਮੇਰੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹ ਮੇਰੇ ਤੋਂ ਵੱਡੇ ਕੰਮ ਕਰਨ, ਉਹ ਮੇਰੇ ਤੋਂ ਵੱਡੇ ਕੰਮ ਕਰਨ। ਹੁਣ ਤੁਸੀਂ ਜਾਣਦੇ ਹੋ ਕਿ ਅਸੀਂ ਜਿੱਥੋਂ ਸਿੱਖੇ ਹੋਏ ਹਾਂ, ਭਾਈ ਸਟੈਨਲੀ ਨੇ ਗੁਜਰਾਤ ਤੋਂ ਜਿਨ੍ਹਾਂ ਦੁਆਰਾ ਸਿੱਖੇ ਹੋਏ ਹਾਂ, 2012 ਦੇ ਵਿੱਚ ਤਕਰੀਬਨ 22 ਦਿਨ ਸਾਡੇ ਲਈ ਉਹਨਾਂ ਨੇ ਮਿਹਨਤ ਕਰੀ ਸੀਗੀ। 22 ਦਿਨ ਲਗਭਗ ਅਸੀਂ ਇੱਥੇ ਰਹੇ ਸੀਗੇ। ਤਾਂ ਉਸ ਤੋਂ ਬਾਅਦ ਕਦੇ ਸਾਡਾ ਆਉਣਾ ਹੋਇਆ, ਉੱਥੇ ਜਾਣਾ ਹੋਇਆ ਸਾਡਾ, ਜਾਂ ਉਹ ਇੱਥੇ ਕਿੱਥੇ ਆਉਂਦੇ ਨੇ, ਕਦੇ ਪੰਜਾਬ ਵਿੱਚ ਆਉਂਦੇ ਨੇ, ਤਾਂ ਫਿਰ ਸਿੱਖਣ ਦਾ ਮੌਕਾ ਮਿਲਦਾ ਗਾ। ਲੇਕਿਨ ਉਸ ਤੋਂ ਇਲਾਵਾ ਉਹ ਸਿਖਾਉਂਦਾ ਕੌਣ ਹੈ? ਉਹ ਸਾਰੇ ਵਚਨ ਤਾਂ ਪਰਮੇਸ਼ਰ ਸਿਖਾ ਰਹੇ ਨੇ। ਉਹਨਾਂ ਨੇ ਸਾਡਾ ਇਸਤੇਮਾਲ ਕਰਦੇ ਨੇ, ਸਾਡਾ ਸਾਨੂੰ ਕਈ ਵਾਰ ਗੁਜਰਾਤ ਵਿੱਚ ਬੁਲਾਉਂਦੇ ਨੇ, ਉੱਥੇ ਦੂਰ ਲੈ ਕੇ ਜਾਂਦੇ ਨੇ, ਕਿਤੇ ਨੇੜੇ ਜਾਂ ਕਿਤੇ ਵੀ ਬੰਦਗੀ ਹੋਵੇ, ਸਾਡਾ ਇਸਤੇਮਾਲ ਕਰਦੇ ਨੇ। ਅਰੇ ਇਸਤੇਮਾਲ ਕਿਉਂ ਕਰਦੇ ਨੇ? ਕਦੇ ਓਵਰਟੇਕ ਨਾ ਕਰੋ, ਕਦੇ ਬਾਈਪਾਸ ਨਾ ਕਰੋ। ਤੁਹਾਡਾ ਉਸਤਾਦ, ਤੁਹਾਡਾ ਟੀਚਰ, ਤੁਹਾਡਾ ਗੁਰੂ ਉਹ ਕੌਣ ਹੈ? ਪਹਿਲਾਂ ਤੁਹਾਡਾ ਧਿਆਨ ਸਿਰਫ ਉਹਦੇ ਉੱਪਰ ਹੋਣਾ ਚਾਹੀਦਾ ਹੈਗਾ ਕਿ ਸਾਡਾ ਗੁਰੂ ਕੌਣ ਹੈ, ਸਾਡਾ ਉਸਤਾਦ ਕੌਣ ਹੈ, ਸਾਡਾ ਸੇਵਕ ਕੌਣ ਹੈ। ਅਗਰ ਆਪਣੇ ਸੇਵਕ ਨੂੰ ਬਾਈਪਾਸ ਕਰਕੇ ਜਾਓਗੇ ਨਾ ਤਾਂ ਕਦੇ ਸਫਲ ਨਹੀਂ ਹੋਣ ਵਾਲੇ। ਟਾਈਮ ਕਿੰਨਾ ਹੋ ਗਿਆਗਾ ਇਹ ਵੀ ਲਿਖ ਲਿਓ, ਅੱਜ ਦੀ ਤਰੀਕ ਕਿੰਨੀ ਹੈ ਇਹ ਵੀ ਲਿਖ ਲਿਓ, ਅੱਜ ਦਾ ਦਿਨ ਕੀ ਹੈ ਇਹ ਵੀ ਲਿਖ ਲਿਓ, ਔਰ 2022 ਚੱਲ ਰਿਹਾ ਹੈਗਾ ਇਹ ਵੀ ਲਿਖ ਲਿਓ, ਮਤਲਬ 28 ਅਗਸਤ 2022 ਇਹ ਲਿਖ ਕੇ ਉੱਪਰ ਟਾਈਮ ਨੋਟ ਕਰ ਲਿਓ। ਅਗਰ ਆਪਣੇ ਸੇਵਕ ਨੂੰ ਬਾਈਪਾਸ ਕਰੋਗੇ, ਬਾਈਪਾਸ ਉਹਨੂੰ ਛੱਡ ਕੇ ਕਿਸੇ ਹੋਰ ਸੇਵਕ ਨਾਲ ਜਾਓਗੇ ਤਾਂ ਕਦੇ ਵੀ ਸਫਲ ਨਹੀਂ ਹੋਣ ਵਾਲੇ। ਪਰਮੇਸ਼ਵਰ ਨੇ ਜੋ ਤੁਹਾਨੂੰ ਸੇਵਕ ਦਿੱਤਾਗਾ ਉਹਦੀ ਸੁਣੋ, ਉਹਦੀ ਆਗਿਆਕਾਰੀ ਕਰੋ, ਉਹਦੀ ਅਧੀਨਤਾ ਵਿੱਚ ਰਹੋ, ਫਿਰ ਦੇਖੋ ਪਰਮੇਸ਼ਵਰ ਕਿਸ ਤਰ੍ਹਾਂ ਤੁਹਾਡੇ ਜੀਵਨ 'ਚ ਕੰਮ ਕਰਦੇ ਨੇ। ਅਗਰ ਆਪਣੇ ਸੇਵਕ ਨੂੰ ਬਾਈਪਾਸ ਕਰਕੇ, ਕਈ ਵਾਰ ਹੁੰਦਾਗਾ ਕਿ ਤੁਹਾਡਾ ਸੇਵਕ ਤੁਹਾਡੇ ਘਰੇ ਆਇਆ ਹੁੰਦਾਗਾ, ਆਪੋ ਆਪਣੇ ਕੰਮ ਕਾਰ ਵਿੱਚ ਰੁੱਝੇ ਹੁੰਦੇ ਹੋ, ਤੇ ਕੋਈ ਦੂਜਾ ਸੇਵਕ ਆਇਆ ਹੋਵੇ, ਕੋਈ ਦੂਜਾ ਸੇਵਕ ਬਾਹਰਲਾ ਸੇਵਕ ਆਇਆ ਹੋਵੇ, ਸਾਰੇ ਕੰਮਕਾਰ ਛੱਡ ਕੇ ਉਹਦੇ ਕੋਲ ਬੈਠੇ ਹੁੰਦੇ ਹੋ। ਇਹ ਕੋਈ ਜਲਨ ਨਹੀਂ ਕਰ ਰਿਹਾ ਮੈਂ ਤੁਹਾਡੇ ਨਾਲ, ਜਾਂ ਮੈਨੂੰ ਕਿਸੇ ਨਾਲ ਸੇਵਕ ਨਾਲ ਜਲਨ ਨਹੀਂ ਹੈ,
मैं एक हकीकत गल दस रहा तुहानू, अगर तुहाडा सेवक तुहाडे कोल आउंदा गा ना तां तुसीं 10-10 15-15 मिनट नहीं कोल आउंदे ओहदे, बैठा कोई बात नहीं आउंदा रहिंदा गा। अगर कोई नवा सेवक आ जाए अपने सारे काम धंधे बंद करके ओहदे कोल बैठदे हो। फिर दूजे नंबर ते अगर किते जाना गा बंदगी दे उपर, गल नूं ध्यान नाल सुणिओ, एक बार दी गल नहीं है, 2 बार दी गल नहीं है, ना जाने कितनी बार हो चुकिया गया गल। अगर किते बाहर बंदगी जाना गा, खन्ने जाना होवे, मोगे जाना होवे, लुधियाने जाना होवे, अगर सेवक कह दे भाई शाम का टाइम 7 बजे बंदगी का आप 4 बजे निकलांगे, अगर उन्हें 4 बजे टाइम लिया ना तो कुछ सोच के लिया, उन्हें 1.5 घंटा जान लगूगा, अद्धा घंटा उत्थे चाह पानी टाइम लगेगा, उस तो बाद जो सैटिंग करनी है उन्हें कुछ सोच के गल करी होगी। लेकिन ज्यादातर नहीं जी 4 बजे नहीं 4:30 कर लो, अद्धे घंटे की फर्क पै जाऊगा। सेवक मनता है ठीक है 4:30 चलांगे, उस तो बाद बंदगी का टाइम 7:30 का करता, वो हो गया 4:30 बजे भी इंसान ने जो टाइम देता। उस तो बाद जो असी इत्थे कई बार आए हैं, इत्थे आए हैं कई बार 20 मिनट असी लेट गए हैं इतों। अगर 4:30 का टाइम आना तो 5 बजे निकले इतों असी, हुंदा एक बार नहीं होया, कई बार होयागा। कई बार तो 4 बजे 20 मिनट के उपर तो निकलिया होंगे नहाउण नूं जाके, मैं नहा के आना गा, आ गए सेवक, आ गया टेंपू महाराणे तो, आ संगत आ गई हुण नहाउण जाना मैं। ऐसे लोग कितने आशीष लै लैणगे परमेश्वर के दास कोलों? ऐसे लोगों को कितों मिल जूगी आशीष परमेश्वर के? जो तुसीं अपने दिते हुए टाइम के अनुसार तैयार नहीं हो रहे, जां तो परमेश्वर ने जो टाइम दिता सीगा जां तां ओहदी कदर करो, जां फिर जिहड़ा टाइम तुसीं दे चुके हो ओहदी कदर करो। लेकिन नहीं हो पा रहा, क्यों? क्योंकि अपने सेवक की आग्याकारी करनी ही नहीं, ओहदी अधीनता में तो आना ही नहीं, चाहे कुछ भी हो जाए। हाँ, सेवक को अपने अधीन रखणगे, सेवक तो कराओगे अपनी आग्याकारी, मेरी गल मन, मेरी अधीनता में रह तू। फिर विपता में पे होंगे ने, फिर परेशानी में पे होंगे ने, फिर कहते हैं कर मेरे लिए प्रार्थना, अगर नहीं सुनी जाती फिर कहते हैं कि यह सेवक चंगा नहीं है, ये द्वारा मेरे जीवन च काम नहीं हो रहा। किवें काम होवे तुहाडे जीवन दे विच? जब तुसीं परमेश्वर के वचन नूं मनना ही नहीं, जब सुनना ही नहीं, आग्याकारी की करते हो, तुसीं तो उल्टा काम करते हो, आग्याकारी कराउने हो परमेश्वर के दास के कोलों। अधीन रहना नहीं है, अधीन करना परमेश्वर के दास नूं। हुण जो टाइम है ना मंगलवार का 30 तरीक का देख लियो, पता चल जाएगा। टाइम सैट कर लो, तुसीं टाइम सैट करियो, असीं टाइम ते पहुंचांगे तुहाडे कोल। कदे भी नहीं होया इदां कि कदे तो अपने सेवक नूं कदे खुश करो, कदे तो सेवक तुहाडे तो खुश होवे, कदे तो कहो सेवक असीं 5 मिनट पहलां तैयार हाँ। अगर तुसीं इत्थे काम करोगे तो उत्थों आशीष आएगी, इत्थे तुसीं आग्याकारी करोगे, इत्थे अधीनता करोगे तो आशीष उपरों आ गई तुहाडे लवे। मंगण की लोड़ नहीं तुहानूं, प्रार्थना कराउण की लोड़ नहीं तुहानूं। इत्थे उल्टा गा, सेवक सोच सोच के समझ के फैसले लैंदा गा, कितना टाइम रखा। कई बार असीं दोनों सोचते हैं कितना टाइम करिए संगत का, असीं टाइम नोट करते 1.5 घंटा जान नूं लगेगा, 2 घंटे जान नूं लगणगे, अद्धा घंटा उत्थे हो सकदा, उस तो बाद सैटिंग भी करनी है, असीं ने सब कुछ देखना पैंदा गा, सोच सोच के गल करनी पैंदी है। लेकिन हर बार टंग अड़ाउणी विच मेरी मनो, अगर मेरी नहीं मनते तो डरदा है सेवक कि किते चला ना जाए। सानू जान तो डर नहीं है, सानू ओदी मौत तो डर, मरना जाए किते है। जान नूं कितने लोग चले गए, यीशु मसीह नूं छड्ड के चले गए, मूसा नूं छड्ड के चले गए, पौलुस नूं छड्ड के चले गए। ओहदा डर नहीं हुंदा सेवक नूं। सेवक नूं यह डर है मैं कितनी मेहनत करी ना लोगों के उपर, कितनी मेहनत करी, मरना जाए किते नाश विच ना चला जाए। सही दे विच प्रभु यीशु मसीह ने आग्ञा दी है कि अपने सेवक की करो, आग्याकारी करो, अपने सेवक की अधीनता विच रहो। लेकिन विश्वासी चेले ऐसे बन चुके ने, केड़ा गुरु केड़ा उस्ताद, अगर उस्ताद बनना गा, अगर गुरु बनना गा तो गुरु दक्षिणा तेनू देनी पएगी, सानू तेनू मननी पऊगी साडी गल। तो देखो कित्थे कित्थे जो पढ़िया गा किवें नाश विच चले गए लोग, जो मन्ने ही नहीं। यह हादसा तुहाडे नाल ना वापर जाए, इन्ना सिखे हो, इन्ना अगे वधे होए हो। तुहाडा उस्ताद कौन है, तुहाडा टीचर कौन है, तुहाडा सेवक कौन है, ओहदी सुनो। मैं कई बार कह चुकिया,
ਮੈਂ ਯਾਰ ਭਾਈ ਜੱਸਾ ਦੋਨੋਂ ਇਕੱਠੇ ਆ, ਅਸੀਂ ਦੋਨੋਂ ਇਕੱਠੇ ਆ, ਅਸੀਂ ਕੀ ਕਰ ਰਹੇ ਆ? ਸਾਡੇ ਵਿੱਚ ਦਖਲਅੰਦਾਜ਼ੀ ਨਾ ਕਰੋ, ਸਾਡੇ ਵਿੱਚ ਦਖਲਅੰਦਾਜ਼ੀ ਨਾ ਕਰੋ। ਅਸੀਂ ਜੋ ਵੀ ਫੈਸਲਾ ਦੋਨੋਂ ਇਕੱਠੇ ਲੈ ਰਹੇ ਹਾਂ। ਤੁਸੀਂ ਸਾਡੇ ਨਾਲ ਬਾਅਦ ਚ ਜੁੜੇ ਹੋ, ਪਰਮੇਸ਼ਰ ਨੇ ਸਾਨੂੰ ਦੋਹਾਂ ਨੂੰ ਪਹਿਲਾਂ ਇਕੱਠਾ ਕੀਤਾ ਹੋਇਆਗਾ। ਸਾਡੇ ਵਿੱਚ ਨਾ ਆਓ ਤੁਸੀਂ, ਅਸੀਂ ਕੀ ਕਰ ਰਹੇ ਹਾਂ ਸਾਡੇ ਵਿੱਚ ਨਾ ਦੇਖੋ। ਤੁਸੀਂ ਦੇਖਣਾ ਤਾਂ ਆਪਣੇ ਆਪ ਨੂੰ ਦੇਖ ਲਵੋ ਕਿ ਅਸੀਂ ਕੀ ਕਰਨਾਗਾ। ਮੈਂ ਸਪਸ਼ਟ ਕਰਾਂਗਾ, ਇਹਦੇ ਵਿੱਚ ਫਾਇਦਾ ਤੁਹਾਡਾ ਹੀ ਹੋਏਗਾ, ਸਾਡਾ ਬਿਲਕੁਲ ਵੀ ਫਾਇਦਾ ਨਹੀਂ ਇਹਦੇ ਵਿੱਚ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਤੁਸੀਂ ਤਰੱਕੀ ਕਰੋ, ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਉન્નਤੀ ਕਰੋ, ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਵੀ ਇਸ ਜਗ੍ਹਾ ਇਸਤੇਮਾਲ ਹੋਵੋ। ਅਸੀਂ ਚਾਹੁੰਦੇ ਹਾਂ, ਲੇਕਿਨ ਸੱਚਮੁੱਚ ਤੁਸੀਂ ਨਹੀਂ ਚਾਹ ਰਹੇ। ਤੁਸੀਂ ਚਾਹੁੰਦੇ ਹੋ ਉਲਟ ਤਰੀਕੇ ਨਾਲ ਕਿ ਅਸੀਂ ਬਾਈਪਾਸ ਕਰ ਦਈਏ, ਔਰ ਬਾਈਪਾਸ ਕਰਨ ਵਾਲੇ ਕਦੇ ਵੀ ਲੋਕ ਸਫਲ ਨਹੀਂ ਹੋਣ ਵਾਲੇ। ਬਾਈਪਾਸ ਕਰਨ ਵਾਲੇ ਕਦੇ ਵੀ ਸਫਲ ਨਹੀਂ ਹੋਣ ਵਾਲੇ। ਤੁਹਾਡਾ ਪਾਸਟਰ ਜੱਸਾ ਹੀ ਹੈ। ਆਓ ਭਾਈ ਦੇਖੋ, ਮੇਰੇ ਨਾਲ ਮਿਲਿਆ ਹੋਇਆ, ਅਸੀਂ ਦੋਨੋਂ ਮਿਲੇ ਹੋਏ ਆ। ਸਾਡੇ ਵਿੱਚ ਨਾਲ ਕੋਈ ਮੈਂ ਇਹਦੇ ਅਧੀਨ ਆ ਨਾ ਇਹ ਮੇਰੇ ਅਧੀਨ ਹੈ। ਅਸੀਂ ਦੋਨੋਂ ਇਕੱਠੇ ਚੱਲ ਰਹੇ ਆ। ਅਸੀਂ 10 ਵਾਰ ਸਲਾਹ ਕਰਨੀ ਹੈ, ਅਸੀਂ 10 ਵਾਰ ਸੋਚਣਾਗਾ ਵੀ ਕੀ ਕਰੀਏ, ਕਿਵੇਂ ਕਰੀਏ। ਮੈਂ ਬੇਨਤੀ ਕਰਾਂਗਾ ਕਿ ਸਾਡੇ ਵਿੱਚ ਨਾ ਆਓ, ਤੁਸੀਂ ਕਿਤੇ ਗੜਬੜੀ ਨਾ ਕਰ ਬੈਠੋ ਤੁਹਾਡੇ ਨਾਲ ਜੀਵਨ 'ਚ। ਤੁਹਾਡਾ ਜੋ ਕੰਮ ਹੈ, ਜੋ ਪਰਮੇਸ਼ਰ ਨੇ ਤੁਹਾਨੂੰ ਕਿਹਾ ਤੁਸੀਂ ਉਹ ਕੰਮ ਕਰੋ, ਔਰ ਜੋ ਸੇਵਕ ਨੂੰ ਜੋ ਕੰਮ ਦਿੱਤਾ ਪਰਮੇਸ਼ਰ ਨੇ, ਸੇਵਕ ਆਪਣਾ ਕੰਮ ਆਪ ਕਰੇਗਾ। ਤੁਸੀਂ ਕਿਉਂ ਦੁਖੀ ਹੁੰਦੇ ਹੋ, ਤੁਸੀਂ ਕਿਉਂ ਪਰੇਸ਼ਾਨ ਹੁੰਦੇ ਹੋ? ਔਰ ਯਕੀਨ ਕਰੋ, ਤੁਸੀਂ ਜਿੰਨੀ ਵਾਰ ਵੀ ਪਰਮੇਸ਼ਰ ਦੇ ਦਾਸ ਵਿੱਚ ਆਏ ਹੋ ਨਾ, ਪਰੇਸ਼ਾਨੀ ਤੁਹਾਨੂੰ ਹੀ ਚੁੱਕਣੀ ਪਈ ਹੈ, ਸਮੱਸਿਆ ਤੁਹਾਡੀ ਵੱਧ ਚਲੀ ਗਈ ਹੈ, ਮੁਸ਼ਕਲ ਦੇ ਵਿੱਚ ਤੁਸੀਂ ਆ ਰਹੇ ਹੋ। ਇਸ ਲਈ ਮੈਂ ਅੱਜ ਤੁਹਾਨੂੰ ਸਿੱਧਾ ਅਰ ਸਪਸ਼ਟ ਹੱਲ ਦੱਸ ਰਿਹਾਗਾ। ਤੁਹਾਡੀ ਅੱਧੀ ਤੋਂ ਜ਼ਿਆਦਾ ਪਰੇਸ਼ਾਨੀ ਚਲੀ ਜਾਏਗੀ ਅਗਰ ਤੁਸੀਂ ਇਹ ਚੀਜ਼ਾਂ ਬੰਦ ਕਰ ਦੇਵੋ। ਅੱਧ ਤੋਂ ਜ਼ਿਆਦਾ ਤੁਹਾਡੀ ਸਮੱਸਿਆ ਇਸੇ ਤਰ੍ਹਾਂ ਚਲੀ ਜਾਏਗੀ ਕਿ ਤੁਸੀਂ ਅਗਰ ਇਹ ਚੀਜ਼ਾਂ ਨੂੰ ਬੰਦ ਕਰ ਦਿੰਦੇ ਹੋ। ਜੱਸਾ ਕੀ ਕਰਦਾਗਾ, ਅਮਰੀਕ ਕੀ ਕਰਦਾਗਾ, ਉਹ ਜੋ ਵੀ ਕਰਦੇ ਨੇ ਉਹਦੇ ਵਿੱਚ ਤੁਹਾਡਾ ਫਾਇਦਾ ਹੀ ਫਾਇਦਾਗਾ। ਉਹ ਤੁਹਾਡੇ ਲਈ ਹੀ ਕਰ ਰਹੇ ਨੇ, ਤੁਹਾਡੇ ਫਾਇਦੇ ਲਈ ਕਰ ਰਹੇ ਨੇ। ਹਾਂ ਠੀਕ ਹੈ, ਤੁਸੀਂ ਕਾਰੋਬਾਰ ਕਰਦੇ ਹੋ, ਅਸੀਂ ਤੁਹਾਡੇ ਨਾਲ ਮਿਲ ਕੇ ਚੱਲਾਂਗੇ। ਤੁਸੀਂ ਕਹੋ 5:30 ਨਿਕਲਾਂਗੇ, ਅਸੀਂ 5:30 ਨਿਕਲਾਂਗੇ, ਕੋਈ ਦਿੱਕਤ ਨਹੀਂ। ਪਰ ਜਿਹੜਾ ਤੁਸੀਂ ਟਾਈਮ ਦੇਤਾ ਸਾਨੂੰ, ਉਸ ਤੋਂ ਲੇਟ ਨਾ ਕਰੋ। 5:45 ਨਾ ਕਰੋ, 6 ਨਾ ਕਰੋ। कम से कम परमेश्वर दास के टाइम की कदर तो कर लो। जो टाइम रखना एक टाइम रख लो, लेकिन सही ये होंदा कदों है? 1-2 बार ही होंदा गा, बाद फिर वही मस्ती में चलते हैं, फिर ऐसे गल्लां में चलते हैं। कई बार इस तरह होंदा गा, लेकिन सही परमेश्वर ने जो उस्ताद दिता गा ना, परमेश्वर ने जो गुरु दिता गा, परमेश्वर ने जो सेवक दिता गा, परमेश्वर यही चाहते हैं कि ये तो अगे ना जाओ। वो तुहाडा उस्ताद है, तुसी उहदे चेले हो, वो तुहाडा सेवक है, तुसी उहदे चेले हो। तो गुरु गुरु ही है ते चेला चेला ही है। चेले बन के रहो, गुरु बनने की कोशिश ना करो। क्योंकि अज जो वचन पढ़िया आपने, अज की पढ़े से आपने आप पढ़े से दूजा राजा, वो 2 अध्याय 1 तो लेके 15 तक है। इत्थे अपने इस वचन में बहुत बार पढ़िया गा, लेकिन अज परमेश्वर सानू की सिखा रहे हैं, इस गल बहुत ध्यान रखने। इत्थे गल हो रही है एलिया और अलीशा दी। थोड़ा मैं अलीशा बारे दसांगा। अलीशा कौन सी, कोई जानता? अलीशा कोई आम इंसान नहीं सीगा, वो तो अपने खेत में काम कर रहा सीगा, पता ना लोगों को। हाँ, खेत में काम कर रहा सीगा, मतलब मजदूर नहीं सीगा, वो खेत का मालक सीगा, मतलब जमीनदार सीगा। आज की भाषा में कह देखो वो तो जट होगा। ਉਹਦੇ ਕੋਲ ਕਿੰਨੇ ਬਲਦ ਸੀਗੇ? ਕਿੰਨੇ ਬਲਦ ਸੀਗੇ? ਉਹਦੇ ਕੋਲ 24 ਬਲਦ ਸੀਗੇ। 24 ਬਲਦਾਂ ਨੂੰ ਉਹ ਕਾਬੂ ਵਿੱਚ ਰੱਖ ਕੇ ਚਲਾ ਰਿਹਾ ਸੀਗਾ। ਔਰ ਪਰਮੇਸ਼ਵਰ ਨੇ ਏਲੀਆ ਨਾਲ ਗੱਲ ਕਰੀ, ਜਾ ਕੇ ਅਭਿਸ਼ੇਕ ਕਰ ਦੇ ਉਹਦਾ। ਉਸ ਤੋਂ ਬਾਅਦ ਦੇਖੋ ਜੋ ਏਲੀਆ ਗਾ, ਉਹਨੇ ਜਾ ਕੇ ਅਭਿਸ਼ੇਕ ਕੀਤਾ। ਉਸ ਤੋਂ ਬਾਅਦ ਅਲੀਸ਼ਾ ਆਪਣਾ ਸਭ ਕੁਝ ਛੱਡ ਕੇ ਉੱਥੇ ਇੱਕ ਬਲਦ ਸੀਗਾ, ਉਹਨੂੰ ਵੱਢ ਕੇ ਉਹਨੂੰ ਹੋਮ ਬਲੀ ਕਰਕੇ ਏਲੀਆ ਦਾ ਮਗਰ ਭੱਜ ਲਿਆ। ਔਰ ਕੀ ਕਿਹਾ ਕਿ ਮੈਂ ਤੇਰੇ ਪਿੱਛੇ ਆਉਣਾਗਾ। ਏਲੀਆ ਨੇ ਕੀ, ਹਾਲੇਲੂਇਆ, ਧਿਆਨ ਦੇ ਨਾਲ ਸੁਣੋ ਗੱਲ ਨੂੰ। ਏਲੀਆ ਨੇ ਕੀ ਕਿਹਾ ਕਿ ਮੈਂ ਤੈਨੂੰ ਕੀ ਕਿਹਾਗਾ। ਦੇਖੋ ਅਲੀਸ਼ਾ ਉਹਦੇ ਮਗਰ ਚੱਲ ਪਿਆ। ਹੁਣ ਅਲੀਸ਼ਾ ਸੀਗਾ, ਇਹ ਕੌਣ ਸੀਗਾ? ਇਹ ਤਾਂ ਏਲੀਆ ਦਾ ਸੇਵਕ ਸੀਗਾ। ਹੁਣ ਦੇਖੋ ਇੰਨਾ रुपए पैसे वाला,
ਜਿਹਦੇ ਕੋਲ 24 ਬਲਦ ਹੋਣ। ਹੁਣ ਦੇਖੋ ਜਿਹਦੇ ਕੋਲ 24 ਬਲਦ ਹੋਣਗੇ ਉਹਦੇ ਕੋਲ ਕਿੰਨੀ ਜ਼ਮੀਨ ਹੋਣੀ ਚਾਹੀਦੀ ਹੈ ਖੇਤੀ ਕਰਨ ਦੇ ਲਈ। ਹੁਣ ਜਿਹੜਾ 24 ਬਲਦ ਰੱਖਦਾ ਆਪਣੇ ਕੋਲ, ਉਹਨਾਂ ਨੂੰ ਕਾਬੂ ਕਰ ਰਿਹਾ ਹੈਗਾ ਖੇਤ ਵਿੱਚ, ਸਾਰਿਆਂ ਨੂੰ ਇਕੱਠਾ ਹੀ ਉਹ ਕੰਮ ਕਰਾ ਰਿਹਾ, ਸਾਰਿਆਂ ਨੂੰ ਇਕੱਠੇ ਕੰਮ ਕਰਾ ਰਿਹਾ ਹੈਗਾ। ਉਹ 'ਚ ਕਿੰਨੀ ਤਾਕਤ ਹੋਣੀ ਚਾਹੀਦੀ ਹੈ ਉਹਨਾਂ ਨੂੰ ਕਾਬੂ ਕਰਨ ਦੇ ਲਈ, ਕਿੰਨਾ ਲੰਮਾ ਉੱਚਾ ਹੋਣਾ ਚਾਹੀਦਾ, ਉਹ ਕਿੰਨੀ ਸ਼ਕਤੀ ਹੋਣੀ ਚਾਹੀਦੀ ਉਹਦੇ ਵਿੱਚ। ਉਹ ਆਪਣਾ ਸਭ ਕੁਝ ਛੱਡ ਕੇ ਕਿਹਦੇ ਵਿੱਚ ਚਲਾ ਗਿਆ? ਉਹ ਤਾਂ ਏਲੀਆ ਮਗਰ ਚਲਾ ਗਿਆ। ਹੁਣ ਦੇਖੋ ਏਲੀਆ ਦੇ ਕੋਲ ਕੁਝ ਵੀ ਨਹੀਂ ਹੈ, ਉਹਦੇ ਢੰਗ ਦੇ ਕੱਪੜੇ ਵੀ ਨਹੀਂ ਹੈਗੇ ਉਹਦੇ ਕੋਲ, ਕੋਈ ਘਰ ਵੀ ਨਹੀਂ ਉਹਦੇ ਕੋਲ, ਉਹਦੇ ਪਿੱਛੇ ਚੱਲ ਪਿਆ। ਪਰ ਕੀ ਕਰਦਾ ਸੀ ਜਾ ਕੇ ਅਲੀਸ਼ਾ? ਮੇਰੇ ਨਾਲ ਵਚਨ ਪੜੋ ਤੁਸੀਂ, ਦੂਜਾ ਰਾਜਾ ਉਹਦਾ 3 ਅਧਿਆਇ ਉਹਦਾ 11 ਵਚਨ। ਪਰ ਯਹੋਸ਼ਾਫਾਟ ਬੋਲਿਆ ਕਿ ਇੱਥੇ ਯਹੋਵਾ ਦਾ ਕੋਈ ਨਬੀ ਨਹੀਂ ਹੈ, ਭਈ ਅਸੀਂ ਉਹਦੇ ਰਾਹੀਂ ਯਹੋਵਾ ਤੋਂ ਪੁੱਛੀਏ। ਤਦ ਇਸਰਾਇਲ ਦੇ ਬਾਦਸ਼ਾਹ ਦੇ ਟਹਿਲੂਆਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ, ਭਈ ਸ਼ਾਫਾਟ ਦਾ ਪੁੱਤਰ ਜਿਹੜਾ ਏਲੀਆ ਦੇ ਹੱਥਾਂ ਤੇ ਪਾਣੀ ਪਾਉਂਦਾ ਹੁੰਦਾ ਸੀ ਇੱਥੇ ਹੈ। ਹਾਂ ਦੇਖੋ ਇਹ ਗੱਲ ਹੋ ਰਹੀ ਹੈ ਅਲੀਸ਼ਾ ਦੀ। ਅਲੀਸ਼ਾ ਕੀ ਕਰਦਾ ਸੀਗਾ? ਏਲੀਆ ਦੇ ਹੱਥਾਂ ਦੇ ਉੱਪਰ ਪਾਣੀ ਪਾਉਂਦਾ ਸੀਗਾ। ਸੁਣੋ ਗੱਲ ਨੂੰ ਬਹੁਤ ਧਿਆਨ ਨਾਲ। ਮਤਲਬ ਜਦੋਂ ਏਲੀਆ ਖਾਣਾ ਖਾਂਦਾ ਹੋਊਗਾ ਉਹਦੇ ਹੱਥ ਧੋਂਦਾ ਹੋਊਗਾ। ਹੋ ਸਕਦਾ ਖਾਣਾ ਖਾਣ ਤੋਂ ਪਹਿਲਾਂ ਵੀ ਹੱਥ ਧੋਂਦਾ ਹੋਵੇ, ਖਾਣ ਤੋਂ ਬਾਅਦ ਹੱਥ ਧੋਂਦਾ ਹੋਵੇ। ਹੁਣ ਕੰਮ ਕੀ ਸੀ ਇਹਦਾ? ਸਿਰਫ ਔਰ ਸਿਰਫ ਉਹਦੇ ਹੱਥਾਂ ਉੱਪਰ ਪਾਣੀ ਪਾਉਣਾ, ਇਹੀ ਕੰਮ ਸੀਗਾ। ਹੋਰ ਵੀ ਕਰਦਾ ਹੋਊਗਾ ਕੰਮ, ਲੇਕਿਨ ਇਹਦੇ ਵਿੱਚ ਕੀ ਸੀਗਾ? ਉਹ ਆਗਿਆਕਾਰ ਸੀਗਾ। ਇਹਦੇ ਵਿੱਚ ਕੀ ਸੀਗਾ? ਅਧੀਨਤਾ ਵਿੱਚ ਸੀਗਾ। ਹੁਣ ਦੇਖੋ ਕਿੱਥੇ ਖਾਣਾ ਖਾ ਲਵੇ, ਕਿਵੇਂ ਕਰੇ, ਕੀ ਕਰੇ, ਕੁਝ ਵੀ ਕਰੇ, ਲੇਕਿਨ ਇਹਦਾ ਨਾਲ ਹੋਣਾ ਬਹੁਤ ਹੀ ਜ਼ਰੂਰੀ ਸੀਗਾ। ਇਹ ਨਾਲ ਰਹਿੰਦਾ ਸੀ ਉਹਦੇ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਆ, ਇਹਦੇ ਨਾਲ ਰਹਿੰਦਾ ਸੀਗਾ। ਹੁਣ ਦੇਖੋ ਕਿੰਨਾ ਸਮਾਂ ਹੋਇਆ, ਕੀ ਗੱਲਬਾਤ ਹੋਈ, ਲੇਕਿਨ ਇੱਕ ਵਾਰ ਇਦਾਂ ਹੋਇਆ ਕਿ ਜੋ ਪਰਮੇਸ਼ਵਰ ਸੀਗਾ ਉਹਨੇ ਗੱਲ ਕਰੀ ਏਲੀਆ ਨਾਲ, ਏਲੀਆ ਮੈਂ ਤੈਨੂੰ ਲੈਣ ਦੇ ਲਈ ਆ ਰਿਹਾਗਾ, ਤੂੰ ਤਿਆਰ ਰਹਿ। ਹੁਣ ਇਸ ਗੱਲ ਦਾ ਪਤਾ ਚੱਲ ਗਿਆ ਕਿ ਏਲੀਆ ਜੋ ਉਹ ਜਿਉਂਦਾ ਉਠਾਇਆ ਜਾਣ ਵਾਲਾ ਹੈਗਾ। ਦੂਜੇ ਜੋ ਲੋਕ ਸੀਗੇ ਨਬੀ ਲੋਕ, ਉਹਨਾਂ ਨੂੰ ਪਤਾ ਲੱਗ ਗਿਆ, ਤੇ ਜੋ ਅਲੀਸ਼ਾ ਸੀਗਾ ਪਤਾ ਉਹਨੂੰ ਵੀ ਲੱਗ ਗਿਆ। ਔਰ ਇਸ ਤਰ੍ਹਾਂ ਕੀ ਹੋਇਆ? ਹੁਣ ਜੋ ਏਲੀਆ ਗਾ ਉਹ ਚਾਹੁੰਦਾਗਾ, ਕੀ ਚਾਹੁੰਦਾਗਾ? ਕਿ ਮੇਰਾ ਜੋ ਚੇਲਾ ਗਾ ਇਹ ਮੈਥੋਂ ਜੁਦਾ ਹੋ ਜਾਏ, ਔਰ ਜਦੋਂ ਵੀ ਮੇਰਾ ਪਰਮੇਸ਼ਰ ਨੂੰ ਲੈਣ ਦੇ ਲਈ ਆਏ ਮੈਂ ਉਹਦੇ ਨਾਲ ਚਲਾ ਜਾਵਾਂ। ਤਾਂ ਦੇਖੋ ਉਹਨੇ ਕਈ ਜਗ੍ਹਾ ਕਿਹਾ, ਉਹਨੇ ਕਈ ਜਗ੍ਹਾ ਕਿਹਾ। ਅਗਰ ਤੁਸੀਂ ਪੜੋਗੇ ਇਹਨਾਂ ਨੂੰ 1 ਤੋਂ ਪੜੋਗੇ, ਇਹ 8-9 ਤੱਕ ਪੜੋਗੇ ਤਾਂ ਪਤਾ ਚੱਲੇਗਾ ਤੁਹਾਨੂੰ। ਤਾਂ ਅਲੀਸ਼ਾ ਕੀ ਕਹਿੰਦਾਗਾ? ਸਵਾਮੀ ਮੈਨੂੰ ਜਿਉਂਦੇ ਯਹੋਵਾ ਦੀ ਤੇ ਤੇਰੀ ਜ਼ਿੰਦਗੀ ਸੌਂ, ਮੈਂ ਤੈਨੂੰ ਛੱਡਾਂਗਾ ਨਹੀਂ। ਫੇਰ ਗੱਲ ਕਰ ਰਿਹਾਗਾ 4 ਦੇ ਵਿੱਚ, ਉੱਥੇ ਵੀ ਇਹੀ ਕਹਿ ਰਿਹਾਗਾ ਮੈਨੂੰ ਜਿਉਂਦੇ ਯਹੋਵਾ ਦੀ ਸੌਂ, ਮੈਨੂੰ ਤੇਰੀ ਜ਼ਿੰਦਗੀ ਸੌਂ, ਮੈਂ ਤੇਰੇ ਤੋਂ ਜੁਦਾ ਨਹੀਂ ਹੋਣ ਵਾਲਾ। ਲੇਕਿਨ ਜਦੋਂ ਪਤਾ ਲੱਗ ਗਿਆ, ਕਿਹਨੂੰ ਪਤਾ ਲੱਗ ਗਿਆ? ਏਲੀਆ ਨੂੰ, ਕਿ ਹੁਣ ਇਹ ਮੇਰਾ ਜਿਹੜਾ ਚੇਲਾ ਗਾ ਇਹ ਮੰਨਣ ਵਾਲਾ ਹੀ ਨਹੀਂ ਹੈ, ਇਹ ਮੈਨੂੰ ਛੱਡਣ ਵਾਲਾ ਹੀ ਨਹੀਂ ਹੈ। ਲੇਕਿਨ ਫਿਰ ਉਸਨੇ ਕੀ ਕਿਹਾ? ਪੜੋ ਮੇਰੇ ਨਾਲ ਇਹਦਾ 9 ਵਚਨ ਪੜੋ। ਤਦ ਇਸਰਾਇਲ ਦਾ ਬਾਦਸ਼ਾਹ, ਦੂਜਾ ਰਾਜਾ 2 ਦੇ ਉਹਦਾ 9 ਵਚਨ। ਫਿਰ ਐ ਹੋਇਆ ਭਈ ਜਦ ਉਹ ਪਾਰ ਲੰਘ ਰਹੇ ਸਨ ਤਾਂ ਏਲੀਆ ਨੇ ਅਲੀਸ਼ਾ ਨੂੰ ਆਖਿਆ। ਦੇਖੋ ਜਦੋਂ ਉਹ ਜਰਦਨ ਪਾਰ ਲੰਘ ਰਹੇ ਸੀਗੇ ਤਾਂ ਫਿਰ ਅਲੀਸ਼ਾ ਨੇ ਪੁੱਛਿਆ, ਏਲੀਆ ਨੇ ਪੁੱਛਿਆ, ਅਲੀਸ਼ਾ ਨਾਲ ਗੱਲ ਕਰੀ, ਹਾਂ ਇਸ ਤੋਂ ਪਹਿਲਾਂ ਭਈ ਮੈਂ ਤੇਰੇ ਤੋਂ ਲੈ ਲਿਆ ਜਾਵਾਂ। ਹੁਣ ਦੇਖੋ ਏਲੀਆ ਕਹਿੰਦਾਗਾ, ਦੇਖ ਲਿਆ ਉਸਨੇ ਦੇਖ ਲਿਆ। ਕੀ ਦੇਖ ਲਿਆ? ਕਿ ਮੈਂ ਹੁਣ ਜਾਣ ਵਾਲਾ ਹੀ ਹਾਂ, ਲੇਕਿਨ ਮੇਰੇ ਨਾਲ ਗੱਲ ਕਰ ਲੈਣਾ। ਇੱਕ ਗੱਲ ਕੀ ਕਰੀ ਕਿ ਮੈਂ ਜਿੱਥੋਂ ਲੈ ਲਿਆ ਜਾਵਾਂ ਉਸ ਤੋਂ ਪਹਿਲਾਂ ਫਿਰ ਦੱਸ ਭਈ ਮੈਂ ਤੇਰੇ ਲਈ ਕੀ ਕਰਾਂ? ਦੇਖ ਮੈਂ ਤੇਰੇ ਲਈ ਕੀ ਕਰਾਂ। ਅਗਰ ਅੱਜ ਦਾ ਪਾਸਟਰ ਪੁੱਛ ਲਵੇ, ਅੱਜ ਦਾ ਇੱਕ ਸੇਵਕ ਪੁੱਛ ਲਵੇ, ਕਿਸੇ ਵਿਸ਼ਵਾਸੀ ਨੂੰ ਜਿਹੜਾ ਨੇੜੇ ਹੋਵੇ, ਦੱਸ ਤੈਨੂੰ ਕੀ ਚਾਹੀਦਾਗਾ, ਉਹ ਲੱਤ ਮਾਰੂਗਾ, ਤੂੰ ਇੱਥੋਂ ਹਟ, ਇੱਥੇ ਮੈਂ ਆਉਣਾਗਾ। ਜਿੱਥੇ ਤੂੰ ਇੱਥੇ ਮੈਂ ਖੜਨਾ ਵਾ, ਇੱਥੇ ਮੈਂ ਪ੍ਰਚਾਰ ਕਰਨਾਗਾ। ਅੱਜ ਦਾ ਵਿਸ਼ਵਾਸੀ ਇਹ ਗੱਲ ਕਰੇਗਾ। ਅੱਜ ਦਾ ਸੇਵਕ ਅਗਰ ਪੁੱਛੇ, ਪਹਿਲਾਂ ਤਾਂ ਸੇਵਕ ਪੁੱਛਦਾ ਹੀ ਨਹੀਂ ਕਿਸੇ ਨੂੰ, ਉਹਨੂੰ ਪਤਾਗਾ ਅਗਰ ਇਹਨੂੰ ਮੌਕਾ ਮਿਲ ਗਿਆ ਤਾਂ ਕੁਝ ਵੀ ਹੋ ਸਕਦਾਗਾ। ਅੱਜ ਦਾ ਸੇਵਕ ਜਲਦੀ ਮੌਕਾ ਨਹੀਂ ਦਿੰਦਾ ਕਿਸੇ ਨੂੰ। ਤਾਂ ਇਹਨੇ ਕੀ, ਇੱਕ ਵਾਰ ਫਿਰ ਪੜੋ ਜੀ 9 ਤੋਂ। ਫਿਰ ਐ ਹੋਇਆ ਭਈ ਜਦ ਉਹ ਬਾਹਰ ਲੰਘ ਰਹੇ ਸਨ ਹਾਂ ਤਾਂ ਏਲੀਆ ਨੇ ਅਲੀਸ਼ਾ ਨੂੰ ਆਖਿਆ, ਇਸ ਤੋਂ ਪਹਿਲਾਂ ਭਈ ਮੈਂ ਤੇਰੇ ਤੋਂ ਲੈ ਲਿਆ ਜਾਵਾਂ, ਦੱਸ ਭਈ ਮੈਂ ਤੇਰੇ ਲਈ ਕੀ ਕਰਾਂ? ਦੇਖੋ ਏਲੀਆ ਪੁੱਛ ਰਿਹਾ ਅਲੀਸ਼ਾ ਨੂੰ, ਜਰਦਨ ਦੇ ਵਿੱਚੋਂ ਲੰਘ ਰਹੇ ਨੇ, ਕਿ ਦੇਖ ਮੈਂ ਤੇਥੋਂ, ਮੈਨੂੰ ਪਤਾ ਹੈ ਕਿ ਮੈਂ ਅੱਜ ਉਠਾਇਆ ਜਾਵਾਂਗਾ, ਪਤਾ ਤੈਨੂੰ ਵੀ ਹੈ,
अगर वो समा आने तो पहले मैं दस दे कि मैं तेरे लिए की करा, देख तू मेरे नाल रहांगा, तू अपना सब कुछ छड्ड के आया होयागा ते किसी गल दी परवाह नहीं की, हुण तक तू मेरे नाल वफादार रहांगा, मेरे नाल नाल चलियागा, मैं खुश हां तेतों, तू मेरी अधीनता विच रहांगा, मेरी आग्याकारी करता रहांगा, लेकिन मैं तेनों अगर पूछांगा कि मैं तेरे लिए की करा, तो उसने की कहा? ਅਤੇ ਈਸ਼ਾ ਬੋਲਿਆ ਤੇਰੇ ਆਤਮਾ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ। देखो अलीशा ने कहा, स्वामी गुरु उस्ताद मैनू की चाहिएगा कि जिहड़ा तेरे उपर आत्मा काम करदा है ना, ਉਹਦਾ डबल अभिषेक, ਉਹਦਾ डबल मसा मैनू चाहिएगा। ऐसे चेले हुंदे ने, ऐसे सिगिरद हुंदे ने, मैनू की चाहिएगा? डबल मसा चाहिएगा। मैनू की चाहिएगा? मैनू तेरा जिहड़ा आत्मा तेरे उपर काम अगर डबल अभिषेक चाहिएगा। हुण देखो एक समा सीगा ना दोहां दा ही, ना तो पहला कदे एलिया ने सवाल किया और ना ही कदे अलीशा ने गल कही, लेकिन चलते रहे। कितना सफर तय किया मैं कुछ नहीं जानता, कदे देखा भी नहीं कितना सफर तय किया दोहां ने, कितना चिर इकट्ठे रहे। लेकिन जो समा आ रहा गा किहदा, एलिया दा, ਉਹਦੇ ਜਾਣ ਦਾ ਸਮਾਂ ਆ ਰਿਹਾਗਾ, ਉਸ ਤੋਂ ਪਹਿਲਾਂ ਉਹ ਪੁੱਛ ਰਿਹਾਗਾ ਕਿ ਮੈਂ ਤੇਰੇ ਲਈ ਕੀ ਕਰਾਂ, ਤਾਂ ਅਲੀਸ਼ਾ ਉਹ ਕੀ ਕਹਿ ਰਿਹਾਗਾ ਕਿ ਮੈਨੂੰ ਡਬਲ ਅਭਿਸ਼ੇਕ ਚਾਹੀਦਾਗਾ। ਦੇਖੋ ਇੱਕ ਚੇਲਾ, ਦੇਖੋ ਇੱਕ ਗੁਰੂ, ਦੇਖੋ ਇੱਕ ਸਿਖਾਉਣ ਵਾਲਾ, ਦੇਖੋ ਇੱਕ ਸੇਵਕ ਪੁੱਛ ਰਿਹਾਗਾ ਮੈਂ ਤੇਰੇ ਲਈ ਕੀ ਕਰਾਂ, ਤਾਂ ਚੇਲਾ ਕੀ ਕਹਿ ਰਿਹਾਗਾ ਮੈਨੂੰ ਉਹ ਚਾਹੀਦਾਗਾ ਜਿਹੜਾ ਤੇਰੇ ਉੱਪਰ ਆਤਮਾ ਨਾ ਉਹਦਾ ਡਬਲ ਅਭਿਸ਼ੇਕ ਚਾਹੀਦਾਗਾ। ਜਦੋਂ ਇਹ ਗੱਲ ਸੁਣੀ एलिया ने, तो एलिया के मन में एक गलबात चल पई होगी। पढ़ो जगे 10। ਉਹਨੇ ਆਖਿਆ ਤੈਂ ਔਖਾ ਸਵਾਲ ਕੀਤਾ ਹੈ, ਜੇ ਤੂੰ ਮੈਨੂੰ ਉਦੋਂ ਵੇਖੇ ਜਦ ਮੈਂ ਤੇਰੇ ਤੋਂ ਲੈ ਜਾਵਾਂ ਤਾਂ ਤੇਰੇ ਲਈ ਉਵੇਂ ਹੀ ਹੋਵੇਗਾ, ਪਰ ਜੇ ਨਹੀਂ ਤਾਂ ਐਵੇਂ ਨਹੀਂ ਹੋਵੇਗਾ। देखो ये काम बड़ा औखा गा, मैं कुछ नहीं कर सकता तेरे लिए, लेकिन तेन मैं एक गल कहांगा कि जब मैं तेरे कोलों ले लिया जावां, अगर तू मैनू अखीर तक देखता रहे तो हो सकता तेरे लिए हो जाए। तो देखो गल्लां ही करते सीगे, हुण दोनों साथ नेड़े नेड़े चल रहे हैं, जो दो लोग चलते ना वो नाल जुड़ के चलते हैं। तो अगली रात आए, दोहां नूं जुदा कर दिता। अलीशा जाके उत्थे टिक गया। लैण दे लई कौन आया सीगा? कौन आया सी लैण दे लई? हालेलुया। अग्नि रात, अग्नि मतलब अग दे रात। हुण देखो अग कैसी हुंदी है, ਉਹਦਾ ਭਸਮ ਕਰ ਦਿੰਦੀ ਹੈ, ਭਸਮ ਕਰ ਦਿੰਦੀ ਹੈ। ਹੁਣ ਦੋਨੋਂ ਨਾਲ ਚੱਲ ਰਹੇ ਨੇ, ਦੋਹਾਂ ਨੂੰ ਜੁਦਾ ਕੀਤਾ। ਪਹਿਲਾਂ ਤਾਂ ਏਲੀਆ ਅਗਨੀ ਰਸਤੇ ਦੇ ਵਿੱਚ ਬੈਠਾ ਔਰ ਉੱਪਰ ਚਲਾ ਗਿਆ। ਹੁਣ ਅੱਗ ਐਸੀ ਸੀਗੀ ਉਹ ਭਸਮ ਕਰ ਸਕਦੀ ਸੀਗੀ, ਕਿਉਂ ਨਹੀਂ ਕੀਤਾ? ਕਿਉਂਕਿ ਉਹ ਆਪਣੇ ਸੇਵਕ ਦੇ ਕੀ ਸੀਗਾ? ਅਧੀਨ ਸੀਗਾ। ਏਲੀਆ ਅੱਗ ਨਾਲ ਮਰ ਸਕਦਾ ਸੀਗਾ, ਨਹੀਂ ਮਰਿਆ। ਕਿਉਂ? ਕਿਉਂਕਿ ਆਪਣੇ ਸੇਵਕ ਦੀ ਕੀ ਕਰਦਾ ਸੀਗਾ? ਆਗਿਆਕਾਰੀ ਕਰਦਾ ਸੀਗਾ। ਡਬਲ ਅਭਿਸ਼ੇਕ ਨੂੰ ਇਦਾਂ ਨਹੀਂ ਮਿਲਿਆ ਹੋਇਆ, ਡਬਲ ਮਸਾ ਨੂੰ ਇਦਾਂ ਨਹੀਂ ਮਿਲਿਆ ਹੋਇਆ। ਉਹਨੇ ਕੁਝ ਕਰਕੇ ਦਿਖਾਇਆਗਾ। ਉਹਨੇ ਆਪਣੇ ਸੇਵਕ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਨਹੀਂ ਕਰੀ, ਉਹਨੇ ਆਪਣੇ ਸੇਵਕ ਨੂੰ ਕਦੇ ਓਵਰਟੇਕ ਕਰਨ ਦੀ ਕੋਸ਼ਿਸ਼ ਨਹੀਂ ਕਰੀ, ਉਹਦੀ ਅਧੀਨਤਾ ਵਿੱਚ ਰਿਹਾਗਾ। ਔਰ ਦੇਖੋ ਉਸ ਤੋਂ ਬਾਅਦ ਇੱਕ ਕੱਪੜਾ ਜਾਂ ਕੁਝ ਥੱਲੇ ਡਿੱਗਿਆ ਤਾਂ ਉਹਨੇ ਚੁੱਕ ਕੇ ਲੈ ਲਿਆ ਉੱਪਰ। ਉਸ ਤੋਂ ਬਾਅਦ ਕੀ ਹੈ? ਉਹਦਾ ਅਭਿਸ਼ੇਕ ਜੋ ਏਲੀਆ ਉੱਪਰ ਸੀਗਾ, ਉਹਦਾ ਡਬਲ ਅਭਿਸ਼ੇਕ ਅਲੀਸ਼ਾ ਨੂੰ ਮਿਲ ਚੁੱਕਿਆ ਸੀਗਾ। और जिन्ने भी काम अलीशा ने किए ना, उस तो 2 गुना काम ज़्यादा अलीशा दे ने। ये होंदे ने चेले, ये होंदे ने शगिरद। शगिरद हिंदी शब्द है जो अपने गुरु कोलों सीखते हैं, जो अपने उस्ताद कोलों सीखते हैं। इन्हें होशियारी नहीं करी, इन्हें चलाकी नहीं करी, इन्हें चितराई नहीं करी, ना इन्हें किसी तरह का लालच किया सीगा। ਇਹਦਾ ਜ਼ਮੀਨਦਾਰ ਸੀਗਾ, ਖੇਤੀਬਾੜੀ ਦਾ ਮਾਲਕ ਸੀਗਾ, ਇਹਦਾ ਸਭ ਕੁਝ ਛੱਡ ਕੇ ਆਇਆਗਾ। ਕਾਹਦੇ ਲਈ? ਸਿਰਫ ਉਹਦੀ ਸੇਵਾ ਕਰਨ ਦੇ ਲਈ। ਨਹੀਂ ਤਾਂ ਇਹਨੂੰ ਕੀ ਲੋੜ ਪਈ ਸੀ ਸੇਵਾ ਕਰਨ ਦੀ? ਇਹਨੂੰ ਕੀ ਲੋੜ ਸੀਗੀ ਕਿ ਕੰਮ ਕਰੇ ਉਹਦਾ ਜਾ ਕੇ ਔਰ ਉਹਦੇ ਹੱਥ ਧਵਾਉਂਦਾ ਰਹੇ? ਇੰਨਾ ਕੁਛ ਹੈਗਾ ਤੇ ਲਵੇ, ਇਹਨੂੰ ਕੀ ਫਾਇਦਾਗਾ? ਅਗਰ ਪਰਮੇਸ਼ਵਰ ਕੋਲੋਂ ਡਬਲ ਆਸ਼ੀਸ਼ ਚਾਹੁੰਦੇ ਹੋ ਨਾ, ਡਬਲ ਮਸਾ ਚਾਹੁੰਦੇ ਹੋ ਔਰ ਚਾਹੁੰਦੇ ਹੋ ਕਿ ਪਰਮੇਸ਼ਵਰ ਮੇਰੇ ਉੱਪਰ ਕੀ ਕਰੇ? ਆਪਣੀ ਵੱਡੀ ਕਿਰਪਾ ਕਰੇ, ਤਾਂ ਇਹਦਾ ਗੁਣ ਸਿੱਖੋ। ਅਲੀਸ਼ਾ ਬਾਰੇ ਬੋਲ ਦਿੰਦੇ ਆ ਨਾ, ਅਲੀਸ਼ਾ ਕੋਲ ਡਬਲ ਮਸਾ ਸੀਗਾ, ਐਵੇਂ ਨਹੀਂ ਸੀਗਾ। ਉਹਨੇ ਆਪਣਾ ਸਭ ਕੁਝ ਛੱਡ ਕੇ ਇੱਕ ਸੇਵਕ ਦੀ ਸੇਵਾ ਕੀਤੀ ਹੈ,
ਉਹਦੇ ਹੱਥ ਧੋਂਦਾ ਰਿਹਾ ਹੋ, ਉਹਦੇ ਵਿੱਚ ਹੀ ਵਫਾਦਾਰ ਰਿਹਾ ਹੋ। ਲੇਕਿਨ ਜਿੰਨਾ ਚਿਰ ਧਰਤੀ ਉੱਪਰ ਏਲੀਆ ਸੀਗਾ ਉਨਾ ਚਿਰ ਇਸਨੇ ਕੁਝ ਵੀ ਨਹੀਂ ਕੀਤਾ, ਚੁੱਪਚਾਪ ਸੁਣਦਾ ਸੀਗਾ, ਕਦੇ ਕੋਈ ਗੱਲ ਨਹੀਂ ਕੀਤੀ, ਕਦੇ ਕੁਝ ਨਹੀਂ ਕੀਤਾ, ਕਦੇ ਕੁਝ ਵੀ ਨਹੀਂ ਕੀਤਾ। ਲੇਕਿਨ ਜਦੋਂ ਉਹਦੇ ਸੇਵਕ ਦਾ ਜਾਣ ਦਾ ਸਮਾਂ ਆਇਆ ਤਾਂ ਫਿਰ ਦੇਖੋ ਉਸ ਜਗ੍ਹਾ ਇਸ ਨੂੰ ਖੜਾ ਕਰ ਦਿੱਤਾ ਗਿਆ। ਇਹਦਾ ਮਤਲਬ ਅਗਰ ਤੁਹਾਨੂੰ ਕੁਝ ਚਾਹੀਦਾਗਾ, ਅਗਰ ਤੁਸੀਂ ਕੁਝ ਚਾਹੁੰਦੇ ਹੋ ਤਾਂ ਕੀ ਕਰਨਾ ਪਏਗਾ? ਸੇਵਕ ਦੀ, ਆਗੂ ਦੀ ਆਗਿਆਕਾਰੀ ਕਰਨੀ ਪਏਗੀ, ਆਗੂ ਦੀ ਅਧੀਨਤਾ ਕਰਨੀ ਪਏਗੀ। ਇਹਦੇ ਵਿੱਚ ਸੇਵਕ ਦਾ ਕੋਈ ਫਾਇਦਾ ਨਹੀਂ ਹੈ। ਹੁਣ ਮੈਨੂੰ ਦੱਸੋ, ਏਲੀਆ ਦਾ ਫਾਇਦਾ ਹੋਇਆ ਜਾਂ ਅਲੀਸ਼ਾ ਦਾ ਫਾਇਦਾ ਹੋਇਆ? ਅਲੀਸ਼ਾ ਕੋਲ ਡਬਲ ਅਭਿਸ਼ੇਕ ਸੀਗਾ, ਉਹ ਤਾਂ ਕਹਿ ਸਕਦਾ ਅਲੀਸ਼ਾ, ਏਲੀਆ ਉਸਤਾਦ ਜੀ ਜਿੰਨੇ ਕੰਮ ਤੁਸੀਂ ਕੀਤੇ ਉਸ ਤੋਂ ਡਬਲ ਕਰਕੇ ਆਇਆ ਮੈਂ ਤੁਹਾਡੇ ਕੋਲ। ਦੇਖੋ ਇੱਕ ਗੁਰੂ ਕੀ ਚਾਹੁੰਦਾਗਾ, ਇੱਕ ਉਸਤਾਦ ਕੀ ਚਾਹੁੰਦਾਗਾ ਕਿ ਮੇਰਾ ਚੇਲਾ ਅੱਗੇ ਵਧੇ। ਮੇਰਾ ਚੇਲਾ ਕੀ ਹੈ? ਉਹ ਅੱਗੇ ਵਧੇ, ਉਹਦਾ ਨਾਮ ਹੋਵੇ, ਉਹਦਾ ਨਾਮ ਹੋਵੇ। ਇਹ ਉਸਤਾਦ ਚਾਹੁੰਦਾਗਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀਗਾ ਕਿ ਚੇਲਾ ਗੁਰੂ ਨਾਲ ਵੱਡਾ ਨਹੀਂ ਹੈ। ਹਾਂ, ਚੇਲਾ ਗੁਰੂ ਨਾਲ ਵੱਡਾ ਨਹੀਂ ਹੈ, ਲੇਕਿਨ ਗੁਰੂ ਜੈਸਾ ਹੋ ਸਕਦਾਗਾ ਉਹ। ਲੇਕਿਨ ਫਿਰ कहना ਪਿਆ, ਅਗਰ ਕੁਝ ਐਸਾ ਹੈ ਆਪਣੇ ਸੇਵਕ ਦੇ ਲਈ ਤਾਂ ਉਹਦੇ ਲਈ ਮਨ ਸਾਫ਼ ਕਰ ਲਓ ਆਪਣਾ। ਪਰਮੇਸ਼ਵਰ ਤੁਹਾਨੂੰ ਬਹੁਤ ਕੁਝ ਦੇ ਦੇਵੇਗਾ, ਤੁਹਾਨੂੰ ਚੰਗਾਈ ਦੇਵੇਗਾ, ਆਸ਼ੀਸ਼ ਦੇਵੇਗਾ, ਤੁਹਾਨੂੰ ਗਿਆਨ ਸਭ ਕੁਝ ਦੇਵੇਗਾ। ਲੇਕਿਨ ਆਪਣਾ ਮਨ ਕੀ ਹੈ? ਆਪਣੇ ਸੇਵਕ ਦੇ ਲਈ ਸ਼ੁੱਧ ਕਰੋ, ਕਿਉਂਕਿ ਬਹੁਤ ਮਿਹਨਤ ਕਰੀ ਤੁਹਾਡੇ ਲਈ ਉਹਨੇ, ਦਿਨ ਰਾਤ ਦੌੜਿਆ ਤੁਹਾਡੇ ਲਈ, ਉਹ ਬਹੁਤ ਭੁੱਖਾ ਪਿਆਸਾ ਰਿਹਾ ਤੁਹਾਡੇ ਲਈ, ਉਹ ਬਹੁਤ ਕੁਝ ਕੀਤਾ ਤੁਹਾਡੇ ਲਈ। ਲੇਕਿਨ ਜਦੋਂ ਆਪਣੇ ਸੇਵਕ ਨੂੰ ਓਵਰਟੇਕ ਕਰੋਗੇ ਨਾ, ਆਪਣੇ ਸੇਵਕ ਦੇ ਖਿਲਾਫ ਜਾਓਗੇ ਨਾ, ਤਾਂ ਫਿਰ ਗੜਬੜੀ ਹੋ ਜਾਏਗੀ। ਚਤਰਾਈ ਕਰੋਗੇ, ਠੱਗੀ ਕਰੋਗੇ, ਝੂਠ ਬੋਲੋ, ਕੁਝ ਵੀ ਆ, ਉਹਦੇ ਵਿੱਚ ਫਸਣੇ ਵਾਲਾ ਇਨਸਾਨ ਹੀ ਹੈ। ਕਿਉਂਕਿ ਗੁਰੂ ਹੁੰਦਾ ਹੈ, ਚੇਲਾ ਹੁੰਦਾ ਹੈ। ਅੰਬ ਤੇ ਕੇਲਾ ਹੁੰਦਾ ਹੈ, ਤੇ ਘਰ ਤਬੇਲਾ ਹੁੰਦਾ। ਮਤਲਬ ਗੁਰੂ ਨਾਲ ਕਦੇ ਗੜਬੜੀ ਨਾ ਕਰਿਓ, ਬੁਰੇ ਫਸੋਗੇ। ਅਗਰ ਬੁਰੇ ਫਸ ਗਏ ਤਾਂ ਨਿਕਲਣਾ ਨਹੀਂ ਹੈ। ਤੁਸੀਂ ਗੁਰੂ ਨਾਲ ਹੁਸ਼ਿਆਰੀ ਨਹੀਂ ਕਰ ਰਹੇ, ਉਸਤਾਦ ਨਾਲ ਸੇਵਕ ਹੁਸ਼ਿਆਰੀ ਨਹੀਂ ਕਰ ਰਹੇ। ਮੈਂ ਕਹਿੰਦਾ ਕਿਸੇ ਮਰਜ਼ੀ ਮੁਸੀਬਤ ਵਿੱਚ ਫਸ ਜਾਓ, ਕੋਈ ਬਾਤ ਨਹੀਂ। कैसी मर्जी बीमारी में फंस जाओ, कोई बात नहीं। कैसी मर्जी समस्या में फंस जाओ, कोई बात नहीं। अगर उस्ताद नाल होशियारी नहीं कर रहे, गुरु नाल होशियारी नहीं कर रहे, जिहड़ी मर्जी विपता विचों निकलोगे। जे तुसीं होशियारी करदे सेवक नाल होशियारी करदे उस्ताद नाल होशियारी करदे फस गए ना, निकलने वाले नहीं हो। याद रखियो गल नूं, की रखियो? याद रखियो। की नहीं करना? होशियारी नहीं करनी। किहदे नाल नहीं करनी? उस्ताद कौन है? हाँ, उस्ताद ना करियो। बड़े लोग बैठे ने हैगे इत्थे, मैं नाम नहीं लवांगा किसी दा, फसे हुए लोग ने हुण भी फसे हुए बैठे हुए, जेड़े फसे ने बोलो हालेलुया। हैगे ना फसे? दसो चाहे ना दसो, पता चलता है। लेकिन सही विच अपनी गलती करके फसे हुए हो। होशियारी बंद करो, चितराई बंद करो। अज ही छुटकारा तुहाडा संभव है, अज ही छुटकारा तुहाडा, और ऐसा छुटकारा का कि कदे दोबारा फसोगे नहीं। अगर फस गए किसी होर समस्या विच, किसी होर मुश्किल दे विच, तां निकलोगे पक्का। परमेश्वर दास नाल कुछ गलती करके फस गए तां उहदे लिए कुछ नहीं कह सकते। परमेश्वर तुहानूं सारिआं नूं इस वचन दे उपर आशीष देवे। एलिया याद रखियो, और बाकी अकान भी याद रखियो, हनन्याह सफीरा याद रखियो, ते होर गेहाजी याद रखियो, ते बाकी यूहन्ना इस्करियोती याद रखियो। और सब तो वड्डी गल, अगर आशीष लैनी है तो सिर्फ और सिर्फ अलीशा याद रखो। वो सब कुछ सीगा, सब कुछ छड्ड के एक सेवक की सेवा के लिए वो बाहर निकलेगा। परमेश्वर तुहानूं बहुत आशीष देना। आओ सारे अपनी अखां बंद करिए, अपने सिरों में झुकाइए। और कोई भी जन अपनी अख ना खोले, और सिर्फ एक समा गा अपने आप नूं जांचण दा, अपने आप नूं परखण दा। क्योंकि अज परमेश्वर ने जो सिखाया, परमेश्वर ने जो भी गलबात की थी, उसका एक ही कारण है कि परमेश्वर
ਉਹ ਤੁਹਾਨੂੰ ਪ੍ਰੇਮ ਕਰਦੇ ਨੇ। ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈਗਾ ਔਰ ਪਰਮੇਸ਼ਵਰ ਨੇ ਚਾਹੁੰਦਾ ਕਿ ਕੋਈ ਵੀ ਜਨ ਉਹਦੇ ਦਾਸ ਦੇ ਨਾਲ, ਸੇਵਕ ਦੇ ਨਾਲ ਹੁਸ਼ਿਆਰੀ ਕਰੇ ਔਰ ਉਹ ਬਿਪਤਾ ਵਿੱਚ ਪੈ ਜਾਏ। ਪਰਮੇਸ਼ਵਰ ਤੇ ਚਾਹੁੰਦਾ ਗਾ ਅਗਰ ਜੋ ਕੋਈ ਹੁਸ਼ਿਆਰੀ ਕਰਦਾ ਹੋਇਆ, ਚਤਰਾਈ ਕਰਦਾ ਹੋਇਆ, ਚਲਾਕੀ ਕਰਦਾ ਹੋਇਆ ਅਗਰ ਬਿਪਤਾ ਵਿੱਚ ਪਿਆ ਹੋਇਆਗਾ ਤਾਂ ਅੱਜ ਆਪਣੀ ਹੁਸ਼ਿਆਰੀ ਨੂੰ, ਆਪਣੀ ਚਲਾਕੀ ਨੂੰ ਮੰਨ ਕੇ ਛੱਡ ਦੇਵੇ। ਤਾਂ ਅੱਜ ਮੇਰਾ ਪਰਮੇਸ਼ਵਰ ਉਹ ਤੁਹਾਨੂੰ ਸਾਰੀ ਸਮੱਸਿਆ ਦੇ ਵਿੱਚੋਂ, ਸਾਰੀ ਮੁਸ਼ਕਲ ਦੇ ਵਿੱਚੋਂ ਉਹ ਬਾਹਰ ਕੱਢਣ ਦੀ ਸਾਮਰਥ ਰੱਖਦੇ ਨੇ। ਅਗਰ ਤੁਸੀਂ ਹੁਸ਼ਿਆਰੀ ਕਰ ਰਹੇ ਹੋ, ਅਗਰ ਚਲਾਕੀ ਕਰ ਰਹੇ ਹੋ, ਅਗਰ ਤੁਸੀਂ ਲੱਗਦਾ ਤੁਹਾਨੂੰ ਕਿ ਤੁਸੀਂ ਪਰਮੇਸ਼ਵਰ ਦਾਸ ਨੂੰ ਧੋਖਾ ਦੇ ਸਕਦੇ ਹੋ ਤਾਂ ਇਹ ਤੁਹਾਡਾ ਵਹਿਮ ਹੈ। ਪਰ ਅਜਿਹਾ ਵਹਿਮ ਨਾ ਪਾਲ ਕੇ ਬੈਠੋ, ਕਿਉਂਕਿ ਬਿਪਤਾ ਵਿੱਚ ਤੁਸੀਂ ਫਸ ਚੁੱਕੇ ਹੋ। ਔਰ ਫਿਰ ਬਿਪਤਾ ਜੋ ਇਹ ਤੁਹਾਡਾ ਨਾਸ ਨਾ ਕਰ ਦੇਵੇ, ਇਸ ਲਈ ਉਹ ਸਾਰੀਆਂ ਗੱਲਾਂ ਨੂੰ ਛੱਡ ਦਿਓ ਤਾਂ ਕਿ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਪਰ ਹੋ ਜਾਏ। ਇਸ ਵਚਨ ਨੂੰ ਸਮਝ ਸਕੋ, ਇਸ ਨੂੰ ਮੰਨ ਸਕੋ, ਇਸ ਦੇ ਅਨੁਸਾਰ ਜੀਵਨ ਜੀ ਸਕੋ। ਇਸ ਵਚਨ ਦੀ ਆਸੀਸ ਨਾਲ ਪ੍ਰਭੂ ਯਿਸੂ ਮਸੀਹ ਸਾਨੂੰ ਸਭ ਨੂੰ ਭਰਦੇ ਨੇ। ਥੈਂਕ ਯੂ ਲੋਰਡ, ਥੈਂਕ ਯੂ ਜੀਸਸ, ਹਾਲੇਲੂਇਆ ਮੇਰੇ ਪਿਤਾ ਜੀ।